ਤੁਸੀਂ ਸੁਣ ਰਹੇ ਹੋ ਰੇਡੀਓ ਲੋਹਗੜ੍ਹ। ਮੈਂ ਵਰਪਾਲ ਸਿੰਘ ਅਤੇ ਮੇਰੇ ਨਾਲ ਨੇ ਵੀਰ ਗੁਰਪ੍ਰੀਤ ਸਿੰਘ। ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਸੀਂ ਜਾਣਦੇ ਹੋ ਕਿ ਆਪਾਂ ਪ੍ਰੋਗਰਾਮ ਸਮੀਖਿਆ ਅਧੀਨ ਲੜੀਵਾਰ ਕਿਤਾਬ ਪੜ੍ਹ ਰਹੇ ਹਾਂ ਆਦਿ ਬੀੜ ਬਾਰੇ ਜੀ, ਜਿਹੜੀ ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਦੀ ਲਿਖੀ ਹੋਈ ਆ ਜੀ। ਅਤੇ ਇਹਦੇ ਵਿੱਚ ਜਿਹੜੀ ਮੁੱਖ ਜਾਣਕਾਰੀ ਆ ਜਾਂ ਕਹਿ ਲਓ ਕਿ ਇਸ ਕਿਤਾਬ ਦੀ ਜਿਹੜੀ ਮਹੱਤਤਾ ਆ ਉਹ ਇਹ ਆ ਵੀ ਇਹਦੇ ਵਿੱਚ ਉਹਨਾਂ ਨੇ ਉਸ ਹਰੇਕ ਮਨਮੱਤ ਅਤੇ ਮਨ ਘੜਤ ਕਹਾਣੀਆਂ ਜਿਹੜੀਆਂ ਨੇ ਵੀ ਜਿਹੜੀਆਂ ਸਿੱਧੀਆਂ ਗੁਰਬਾਣੀ ਅਤੇ ਗੁਰਬਾਣੀ ਦਾ ਜਿਹੜਾ ਪ੍ਰਸਾਰ ਅਤੇ ਪ੍ਰਚਾਰ ਸੀਗਾ ਜੀ, ਉਹਦੇ ਉੱਤੇ ਸੱਟ ਮਾਰਦੀਆਂ ਨੇ। ਅਤੇ ਜਿਹੜੀ ਗੁਰਬਾਣੀ ਦੀ ਔਥੈਂਟਿਸਿਟੀ ਆ ਉਹਨੂੰ ਚੈਲੰਜ ਕਰਦੀਆਂ ਨੇ ਨਿਰਧਾਰਤ ਤਰੀਕੇ ਨਾਲ ਅਤੇ ਕਹਿ ਲਓ ਵੀ ਬੇਈਮਾਨੀ ਦੇ ਨਾਲ ਜੀ। ਅਤੇ ਉਸ ਕਰਕੇ ਇਹ ਕਿਤਾਬ ਜਿਹੜੀ ਆ ਵੀ ਇਹ ਪੜ੍ਹਨੀ ਬਹੁਤ ਜ਼ਰੂਰੀ ਆ ਵੀ ਹਰੇਕ ਸਿੱਖ ਲਈ ਵੀ ਤਾਂ ਕਿ ਵੀ ਕਿਤੇ ਅਸੀਂ ਜਾਣੇ ਅਣਜਾਣੇ ਦੇ ਵਿੱਚ ਵੀ ਦੁਸ਼ਮਣ ਵੱਲੋਂ ਖੇਡੀਆਂ ਜਾਂਦੀਆਂ ਚਾਲਾਂ ਉਹ ਭਾਵੇਂ 100 ਸਾਲ ਪੁਰਾਣੀਆਂ, ਭਾਵੇਂ 200 ਸਾਲ, ਭਾਵੇਂ 300 ਸਾਲ, ਵੀ ਉਹਨਾਂ ਦਾ ਅਸੀਂ ਸ਼ਿਕਾਰ ਨਾ ਹੋ ਜਾਈਏ ਜੀ। ਵੀ ਐਵੇਂ ਹੀ ਕਹਿ ਲਓ ਵੀ ਉਹ ਘੜੀਆਂ ਹੋਈਆਂ ਜਿਹੜੀਆਂ ਬੇਈਮਾਨੀ ਵਾਲੀਆਂ ਕਹਾਣੀਆਂ ਨੇ ਅਤੇ ਉਹਨਾਂ ਨੂੰ ਅਸੀਂ ਇਸ ਕਰਕੇ ਉਹਨਾਂ ਦੀ ਜਸਟੀਫਿਕੇਸ਼ਨ ਲੱਭਣ ਲੱਗ ਪਈਏ ਵੀ ਇਹ ਜੇ ਸੱਚ ਨੇ ਅਤੇ ਫਿਰ ਅਖੇ ਵੀ ਇਹ ਸਾਡੇ ਜਿਹੜਾ ਧਰਮ ਦੇ ਮੁੱਢਲੇ ਸਿਧਾਂਤ ਨੇ ਵੀ ਉਹਨਾਂ ਦੇ ਉੱਤੇ ਹਮਲਾ ਕਰਦੀਆਂ ਨੇ। ਸੋ ਇਸ ਕਰਕੇ ਵੀ ਸਾਡੀ ਇਹ ਜ਼ਿੰਮੇਵਾਰੀ ਬਣ ਜਾਂਦੀ ਆ ਵੀ ਅਸੀਂ ਇਹਨਾਂ ਨੂੰ ਕਿਸੇ ਤਰ੍ਹਾਂ ਨਾਲ ਵੀ ਐਕਸਪਲੇਨ ਕਰ ਦਈਏ ਜੀ। ਅਤੇ ਉਹ ਟਪਲਾ ਖਾਣ ਤੋਂ ਪਹਿਲਾਂ ਅਸੀਂ ਜਦੋਂ ਇਹ ਜਾਣ ਲਿਆ ਵੀ ਇਹ ਕਹਾਣੀਆਂ ਹੀ ਝੂਠੀਆਂ ਨੇ, ਇਹ ਬਿਲਕੁਲ ਬੇਈਮਾਨੀ ਦੇ ਵਿੱਚੋਂ ਉਪਜੀਆਂ ਹੋਈਆਂ ਗੱਲਾਂ ਨੇ ਜੀ, ਅਤੇ ਫਿਰ ਸਾਨੂੰ ਜਸਟੀਫਿਕੇਸ਼ਨ ਨਹੀਂ ਲੱਭਣੀ ਪੈਣੀ। ਬਿਲਕੁਲ। ਉਹ ਜਿਹੜਾ ਸਮਾਂ ਅਸੀਂ ਐਵੇਂ ਖਰਾਬ ਕਰ ਬੈਠਣਾ ਆ ਅਤੇ ਜਿਹੜਾ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਉਹ ਜਿਹੜੀ ਝੂਠੀ ਕਹਾਣੀ ਆ ਵੀ ਉਹਨੂੰ ਜਸਟੀਫਾਈ ਕਰਨ ਦੇ ਉੱਤੇ ਵੀ ਜਿਹੜਾ ਅਸੀਂ ਹੋਰ ਆਪਣਾ ਦਿਮਾਗ ਖਰਚ ਕਰਨਾ ਅਤੇ ਜਿਹੜੀਆਂ ਹੋਰ ਕਹਾਣੀਆਂ ਘੜ ਬੈਠਣੀਆਂ ਵੀ ਹੋ ਸਕਦਾ ਵੀ ਓਨਾ ਨੁਕਸਾਨ ਉਸ ਬੇਈਮਾਨੀ ਭਰਪੂਰ ਕਹਾਣੀ ਨੇ ਨਾ ਕਰਨਾ ਹੋਵੇ ਵੀ ਜਿੰਨੀਆਂ ਸਾਡੀਆਂ ਘੜੀਆਂ ਐਕਸਪਲੇਨੇਸ਼ਨਸ ਨੇ ਕਰ ਦੇਣਾ। ਜੀ, ਬਿਲਕੁਲ। ਸੋ ਇਸ ਕਰਕੇ ਵੀ ਜਿਹੜੇ ਤੱਥ ਨੇ ਉਹਨਾਂ ਦੀ ਜਾਣਕਾਰੀ ਜਿਹੜੀ ਆ ਉਹ ਬਹੁਤ ਮਹੱਤਵਪੂਰਨ ਹੋ ਜਾਂਦੀ ਆ ਅਤੇ ਉਸ ਟੀਚੇ ਲਈ, ਉਸ ਮਨੋਰਥ ਲਈ ਜਿਹੜੀ ਆ ਵੀ ਇਹ ਕਿਤਾਬ ਪੜ੍ਹਨੀ ਅਤੇ ਇਹ ਕਿਤਾਬ ਦੀ ਹੋਂਦ ਜਿਹੜੀ ਆ ਵੀ ਲਿਖੀ ਜਾਣੀ ਜਿਹੜੀ ਆ ਵੀ ਉਹ ਸਾਡੇ ਲਈ ਵੀ ਬਹੁਤ ਮਹੱਤਵ ਰੱਖਦੀ ਆ ਵੀ ਜਿਹਦੇ ਕਰਕੇ ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਦੀ ਵੀ ਜੀ ਦਾ ਸਤਿਕਾਰ ਜਿਹੜਾ ਆ ਵੀ ਉਹ ਕੌਮ ਦੇ ਵਿੱਚ ਇਹ ਜਿਹੜੀ ਕਹਿ ਲਓ ਵੀ ਉਹਨਾਂ ਦੇ ਕੰਮ ਨੇ ਉਹਨਾਂ ਦੇ ਵਿੱਚ ਇੱਕ ਇਹ ਵੀ ਕੰਮ ਆ ਵੀ ਜਿਹਦੇ ਕਰਕੇ ਵੀ ਇੰਨਾ ਸਤਿਕਾਰ ਜਿਹੜਾ ਉਹਨਾਂ ਦਾ ਕੀਤਾ ਜਾਂਦਾ। ਬਿਲਕੁਲ। ਇਹ ਹਾਂਜੀ ਆਪਾਂ ਹੁਣ ਪੜ੍ਹੀਏ ਜੇ ਚੈਪਟਰ ਜਿਹੜਾ ਵੀ ਆਪਾਂ ਵਿੱਚੋਂ ਕੁਛ ਸਕਿੱਪ ਕਰ ਦੇਣੇ ਨੇ ਵੀ ਕਿਉਂਕਿ ਪੂਰੀ ਕਿਤਾਬ ਅਸੀਂ ਜਿਹੜੀ ਆ ਵੀ ਉਹ ਜਿਵੇਂ ਆਪਾਂ ਪਹਿਲਾਂ ਵੀ ਕਿਤਾਬਾਂ ਜਿਹੜੀਆਂ ਆ ਵੀ ਉਹ ਇੰਟਰੋਡਿਊਸ ਕਰਵਾਈਦਾ ਤੁਹਾਨੂੰ ਸਰੋਤਿਆਂ ਨੂੰ ਜੀ ਵੀ ਤਾਂ ਕਿ ਵੀ ਤੁਸੀਂ ਆਪ ਕਿਤਾਬ ਜਿਹੜੀ ਆ ਉਹ ਚੱਕ ਕੇ ਅਤੇ ਪੜ੍ਹਨ ਦੀ ਹਿੰਮਤ ਕਰੋ ਜੀ ਅਤੇ ਉਹਦਾ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਸਵਾਦ ਜਿਹੜਾ ਆ ਉਹ ਅਸੀਂ ਤੁਹਾਨੂੰ ਦਵਾ ਦਈਦਾ ਆ। ਅਤੇ ਇੱਦਾਂ ਹੀ ਇਹ ਕਿਤਾਬ ਦੇ ਵਿੱਚ ਜਿਹੜਾ ਹੁਣ ਵੀ ਆਪਾਂ ਤੁਹਾਨੂੰ ਪਹਿਲੇ ਜਿਹੜੇ 2 ਚੈਪਟਰ ਨੇ ਉਹ ਆਹ ਪੜ੍ਹ ਕੇ ਤੁਹਾਨੂੰ ਸੁਣਾ ਦਿੱਤੇ ਨੇ ਜੀ ਅਤੇ ਉਹਦੀ ਡਿਸਕਸ਼ਨ ਜਿਹੜੀ ਆ ਉਹ ਵੀ ਤੁਹਾਡੇ ਨਾਲ ਸਾਂਝੀ ਕੀਤੀ ਆ। ਅਤੇ ਜਿਹੜਾ ਹੁਣ 7ਵਾਂ ਚੈਪਟਰ ਆ ਉਹ ਸਾਨੂੰ ਲੱਗਿਆ ਵੀ ਇਹ ਜਿਹੜਾ ਆ ਵੀ ਤੁਹਾਡੇ ਨਾਲ ਸਾਂਝਾ ਕਰਨਾ ਜ਼ਰੂਰੀ ਆ ਕਿਉਂਕਿ ਉਹਦੇ ਵਿੱਚ ਵੀ ਨੁਕਤੇ ਜਿਹੜੇ ਨੇ ਵੀ ਉਹ ਕਾਫੀ ਮਹੱਤਵ ਰੱਖਦੇ ਨੇ ਵੀ ਜਿਹੜੇ ਅਜੇ ਵੀ ਕੋਈ ਵੀਰ ਭੈਣ ਹਿੰਮਤ ਨਾ ਕਰ ਸਕੇ ਕਿਤਾਬ ਚੱਕ ਕੇ ਪੜ੍ਹਨੇ ਦੀ ਜੀ ਵੀ ਉਹਨਾਂ ਤੱਕ ਇਹ ਨੁਕਤੇ ਜਿਹੜੇ ਨੇ ਉਹ ਪਹੁੰਚਾਉਣੇ ਕਾਫੀ ਜ਼ਰੂਰੀ ਨੇ ਕਿਉਂਕਿ ਇਹ ਇੱਕ ਉਹ ਪੱਖ ਆ ਭਗਤ ਬਾਣੀ ਦਾ ਵੀ ਜਿਹਦੇ ਉੱਤੇ ਅਕਸਰ ਹੀ ਜਿਹੜਾ ਵਿਪਰ ਆ ਵੀ ਉਹ ਸਹਾਰਾ ਲੈ ਕੇ ਇਹਦਾ 'ਤੇ ਹਮਲੇ ਕਰਦਾ ਰਹਿੰਦਾ। ਤਾਂ ਕਰਕੇ ਇਹਦੀ ਜਿਹੜੀ ਡਿਸਕਸ਼ਨ ਆ ਉਹ ਅਸੀਂ ਜ਼ਰੂਰੀ ਸਮਝਦੇ ਹਾਂ ਅਤੇ ਇਹ 7ਵਾਂ ਚੈਪਟਰ ਜਿਹੜਾ ਆ ਵੀ ਇਹ ਪੜ੍ਹ ਕੇ ਅਤੇ ਅਸੀਂ ਇਹ ਕਿਤਾਬ ਜਿਹੜੀ ਆ ਵੀ ਇਹ ਇੱਥੇ ਖ਼ਤਮ ਕਰ ਦੇਣੀ ਆ ਜੀ ਅਤੇ ਇਹਨੂੰ ਹੋ ਸਕਦਾ ਵੀ ਕੁਛ ਹਫ਼ਤੇ ਲੱਗਣ 7ਵੇਂ ਚੈਪਟਰ ਨੂੰ ਜੀ ਅਤੇ ਉਹ ਤੋਂ ਬਾਅਦ ਫਿਰ ਆਪਾਂ ਜਿਹੜੀ ਆ ਵੀ ਕੋਈ ਹੋਰ ਕਿਤਾਬ ਜਿਹੜੀ ਆ ਉਹ ਤੁਹਾਡੇ ਨਾਲ ਵੀ ਸਾਂਝੀ ਕਰਨ ਹਿੱਤ ਲੈ ਕੇ ਆਵਾਂਗੇ। ਬਿਲਕੁਲ। ਅਤੇ ਭਾਅ ਜੀ ਇਸ 7ਵੇਂ ਚੈਪਟਰ ਦੇ ਵਿੱਚ ਸਿਰਲੇਖ ਇਸ ਤਰ੍ਹਾਂ ਹੈ, ਭਗਤ ਬਾਣੀ ਕਿਵੇਂ ਇਕੱਠੀ ਕੀਤੀ ਗਈ। ਰਾਈਟ, ਠੀਕ ਹੈ ਜੀ। ਅਤੇ ਅੱਗੇ ਲਿਖਦੇ ਹਨ, ਗੁਰੂ ਗ੍ਰੰਥ ਸਾਹਿਬ ਵਿੱਚ 15 ਭਗਤਾਂ ਦੀ ਬਾਣੀ ਦਰਜ ਹੈ। ਕਵੀ ਸੰਤੋਖ ਸਿੰਘ ਸੂਰਜ ਪ੍ਰਕਾਸ਼ ਵਿੱਚ ਲਿਖਦੇ ਹਨ ਕਿ ਜਦੋਂ ਗੁਰੂ ਅਰਜਨ ਸਾਹਿਬ ਨੇ ਸਾਰੇ ਗੁਰੂ ਵਿਅਕਤੀਆਂ ਦੀ ਬਾਣੀ ਬੀੜ ਵਿੱਚ ਇਕੱਠੀ ਕਰ ਲਈ ਤਾਂ ਕਬੀਰ ਜੀ ਦੀ ਜਥੇਦਾਰੀ ਹੇਠ ਸੂਖਮ ਰੂਪ ਵਿੱਚ ਭਗਤ ਆਏ। ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੇ ਆਉਣ ਦਾ ਕਾਰਨ ਪੁੱਛਿਆ ਤਾਂ ਪਹਿਲਾਂ ਕਬੀਰ ਜੀ ਨੇ ਸਭ ਭਗਤਾਂ ਦੇ ਨਾਮ ਦੱਸੇ
ਤੇ ਆਪਣੇ ਆਉਣ ਬਾਰੇ ਕਬੀਰ ਜੀ ਨੇ ਆਖਿਆ ਕਿ ਤੁਸੀਂ ਜੋ ਕਲਯੁਗੀ ਮੰਦ ਮਤ ਲੋਕਾਂ ਵਾਸਤੇ ਉਹਨਾਂ ਦੀ ਬੋਲੀ ਵਿੱਚ ਸੁਖੈਨ ਬਾਣੀ ਦਾ ਗ੍ਰੰਥ ਤਿਆਰ ਕਰਨ ਲੱਗੇ ਹੋ, ਉਸ ਵਿੱਚ ਸਾਡੇ ਸ਼ਬਦ ਵੀ ਦਰਜ ਕਰਨ ਦੀ ਕਿਰਪਾ ਕਰੋ। ਇਹੀ ਗੱਲ ਗੁਰਬਿਲਾਸ ਦੇ ਕਰਤਾ ਜੀ ਨੇ ਲਿਖੀ ਹੈ ਤੇ 15 ਭਗਤਾਂ ਦੇ ਨਾਂ ਦੱਸੇ ਨੇ, ਦਿੱਤੇ ਉਹਨਾਂ ਨੇ ਆਪਣੀ ਉਹਦੇ ਵਿੱਚ ਲਿਖਤ ਵਿੱਚ ਦਿੱਤੇ ਨੇ। ਤੇ ਤਾਰੀਖ ਗੁਰੂ ਖਾਲਸਾ ਦੀ ਰਾਏ ਦੇ ਵਿੱਚ ਵੀ ਇਹ ਦੋ ਕਵੀ ਲਿਖਦੇ ਹਨ ਕਿ ਗੁਰੂ ਅਰਜਨ ਦੇਵ ਜੀ ਪਾਸ ਭਗਤਾਂ ਦੀਆਂ ਰੂਹਾਂ ਆਈਆਂ ਸਨ। ਗਿਆਨੀ ਗਿਆਨ ਸਿੰਘ ਜੀ ਨੇ ਇਸ ਬਾਰੇ ਤਾਰੀਖ ਗੁਰੂ ਖਾਲਸਾ ਵਿੱਚ ਇਉਂ ਲਿਖਿਆ ਹੈ ਕਿ ਪ੍ਰਤੇਕ ਰੰਗ ਦੇ ਅੰਤ ਵਿੱਚ ਜੋ ਭਗਤਾਂ ਦੀ ਬਾਣੀ ਗੁਰੂ ਜੀ ਲਿਖਾਉਂਦੇ ਰਹੇ, ਇਸ ਵਿੱਚ ਦੋ ਮਤ ਹਨ। ਕੋਈ ਆਖਦੇ ਹਨ ਭਗਤ ਆਪ ਬੈਕੁੰਠ ਵਿੱਚੋਂ ਆ ਕੇ ਲਿਖਾਉਂਦੇ ਸੀ ਤੇ ਉਹਨਾਂ ਦਾ ਦਰਸ਼ਨ ਵੀ ਭਾਈ ਗੁਰਦਾਸ ਨੂੰ ਉਸ ਦੇ ਸੰਸੇ ਦੂਰ ਕਰਨ ਵਾਸਤੇ ਕਰਾਇਆ ਗਿਆ ਸੀ। ਕਈ ਆਖਦੇ ਹਨ ਕਿ ਭਗਤਾਂ ਦੀ ਬਾਣੀ ਜਿਹੜੀ ਗੁਰੂ ਜੀ ਨੂੰ ਪਸੰਦ ਆਈ ਉਹਨਾਂ ਦੀਆਂ ਪੋਥੀਆਂ ਤੋਂ ਲਿਖਾਈ ਹੈ। ਸੋ ਇਹ ਬਾਤ ਉਹਨਾਂ ਪੋਥੀਆਂ ਤੋਂ ਵੀ ਸਾਬਤ ਹੈ ਜੋ ਗੁਰੂ ਜੀ ਮੋਹਨ ਪਾਸੋਂ ਲਿਆਏ ਸਨ, ਕਿਉਂਕਿ ਉਹਨਾਂ ਵਿੱਚ ਭਗਤ ਬਾਣੀ ਹੈ। ਭਗਤਾਂ ਦੀ ਬਾਣੀ ਬਾਰੇ ਦੱਸੇ ਹੋਏ ਦੋ ਮਤਾਂ ਵਿੱਚੋਂ ਜਿਸ ਮਤ ਨਾਲ ਗਿਆਨੀ ਗਿਆਨ ਸਿੰਘ ਜੀ ਆਪ ਸਹਿਮਤ ਹਨ, ਉਹ ਉਸ ਨੂੰ ਚੰਗੀ ਤਰ੍ਹਾਂ ਨਿਤਾਰ ਕੇ ਉਹਨਾਂ ਨਹੀਂ ਲਿਖਿਆ ਕਿ ਗੁਰੂ ਅਰਜਨ ਸਾਹਿਬ ਜੀ ਨੇ ਕਿਹੜੀਆਂ ਪੋਥੀਆਂ ਉੱਤੋਂ ਪਸੰਦ ਕਰਕੇ ਭਾਈ ਗੁਰਦਾਸ ਜੀ ਨੂੰ ਲਿਖਾਈ ਸੀ। ਤੇ ਫਿਰ ਅੱਗੇ ਹਾਂਜੀ ਬਿਲਕੁਲ। ਪਰ ਅਜੇ ਆਪਾਂ ਮਤਲਬ ਇਹ ਆ ਵੀ ਪਤਾ ਨਹੀਂ ਵੀ ਹੁਣ ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਦਾ ਵੀ ਇਹਦੇ ਬਾਰੇ ਕੀ ਵਿਚਾਰ ਆ, ਕਿਉਂਕਿ ਜੇ ਹਿਸਾਬ ਨਾਲ ਉਹਨਾਂ ਨੇ ਇਹਨੂੰ ਇੱਥੇ ਕੋਟ ਕੀਤਾ ਆ ਤੇ ਸਾਫ਼ ਲੱਗ ਰਿਹਾ ਵੀ ਉਹ ਨਾ ਗੁਰਬਿਲਾਸ ਦੇ ਨਾਲ ਸਹਿਮਤ ਨੇ ਤੇ ਨਾ ਸੂਰਜ ਪ੍ਰਕਾਸ਼ ਦੇ ਨਾਲ ਸਹਿਮਤ ਨੇ ਤੇ ਨਾ ਗਿਆਨੀ ਗਿਆਨ ਸਿੰਘ ਦੇ ਨਾਲ ਸਹਿਮਤ ਜੀ, ਕਿਉਂਕਿ ਉਹ ਕਲੀਅਰ ਹੋ ਜਾਂਦਾ ਵੀ ਇਹ ਕਹਾਣੀਆਂ ਜਿਹੜੀਆਂ ਨੇ ਵੀ ਇਹਨਾਂ ਦੇ ਵਿੱਚੋਂ ਕੋਈ ਵੀ ਯਕੀਨ ਨਹੀਂ ਕੀਤਾ ਜਾ ਸਕਦਾ ਇਹਨਾਂ 'ਚੋਂ ਕਿਸੇ ਵੀ ਕਹਾਣੀ 'ਤੇ, ਨਾ ਸੂਰਜ ਪ੍ਰਕਾਸ਼ ਵਾਲੀ 'ਤੇ ਜੀ ਬਿਲਕੁਲ, ਤੇ ਨਾ ਗੁਰਬਿਲਾਸ ਵਾਲੀ 'ਤੇ ਵੀ ਜਿਹਦੇ ਵਿੱਚੋਂ ਕਹਿੰਦੇ ਨੇ ਵੀ ਭਗਤਾਂ ਦੀਆਂ ਰੂਹਾਂ ਆਈਆਂ ਤੇ ਆ ਕੇ ਤੇ ਉਹਨਾਂ ਨੇ ਫਿਰ ਵੀ ਜਿਹੜਾ ਹੈਗਾ ਆ ਵੀ ਆਪਣੀ ਬਾਣੀ ਜਿਹੜੀ ਆ ਵੀ ਉਹ ਗੁਰੂ ਅਰਜਨ ਪਾਤਸ਼ਾਹ ਨੂੰ ਦਰਜ ਕਰਵਾਈ ਤੇ ਫਿਰ ਉਹਨਾਂ ਨੇ ਜਿਹੜੀ ਆ ਵੀ ਉਹ ਐਡ ਕੀਤੀ ਆ। ਤੇ ਇੱਧਰੋਂ ਗਿਆਨੀ ਗਿਆਨ ਸਿੰਘ ਹੁਣੀ ਉਹਨਾਂ ਦੋਹਾਂ ਕਹਾਣੀਆਂ ਨੂੰ ਜਿਹੜਾ ਆ ਵੀ ਲੈ ਕੇ ਤੇ ਨਾਲ ਇਹ ਵੀ ਐਡ ਕਰ ਦਿੰਦੇ ਨੇ ਵੀ ਅਖੇ ਵੀ ਉਹ ਬਾਣੀ ਉਹ ਆ ਵੀ ਜਿਹੜੀ ਮੋਹਣ ਪੋਥੀਆਂ ਦੇ ਵਿੱਚ ਵੀ ਦਰਜ ਹੈਗੀ ਆ। ਤੇ ਉਹ ਉੱਥੇ ਹੁਣ ਜਿਹੜਾ ਹੈਗਾ ਵੀ ਆਪਾਂ ਚਲੋ ਅਜੇ ਵੈਸੇ ਉਡੀਕ ਲਈਏ ਵੀ ਉਹ ਪ੍ਰੋਫੈਸਰ ਸਾਹਿਬ ਸਿੰਘ ਗਾਂਹ ਜਾ ਕੇ ਕੀ ਲਿਖਦੇ ਨੇ, ਪਰ ਇੰਨਾ ਕੁ ਜ਼ਰੂਰ ਇੱਥੇ ਕਹਿ ਸਕਦੇ ਹਾਂ ਵੀ ਇਹ ਕਹਾਣੀਆਂ ਦੀ ਜਿਹੜੀ ਹਵਾ ਆ ਉਹ ਇਸੇ ਗੱਲ 'ਚੋਂ ਹੀ ਨਿਕਲ ਜਾਂਦੀ ਆ ਵੀ ਸਿਰਫ ਉਹਨਾਂ ਭਗਤਾਂ ਦੀ ਬਾਣੀ ਐਡ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਗੁਰੂ ਨਾਨਕ ਸਾਹਿਬ ਦੇ ਸਮਕਾਲੀ ਸੀ ਜੀ ਤੇ ਜਾਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਪਹਿਲਾਂ ਹੋਏ ਆ। ਬਿਲਕੁਲ, ਕੋਈ ਵੀ ਐਸਾ ਭਗਤ ਨਹੀਂ ਹੈਗਾ ਵੀ ਜਿਹੜਾ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਬਾਅਦ ਹੋਇਆ ਹੋਵੇ ਬਿਲਕੁਲ, ਤੇ ਉਹਦੀ ਲਿਖਤ ਜਿਹੜੀ ਆ ਜਾਂ ਉਹਦੀ ਬਾਣੀ ਜਿਹੜੀ ਆ ਵੀ ਉਹ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੋਵੇ ਜੀ। ਤੇ ਉਹ ਇੱਥੇ ਤਾਂ ਕਰਕੇ ਵੀ ਮੈਂਸ਼ਨ ਕਰਨਾ ਜ਼ਰੂਰੀ ਹੋ ਜਾਂਦਾ ਵੀ ਅਕਸਰ ਹੀ ਜਿਹੜੇ ਖਾਸ ਤੌਰ 'ਤੇ ਕਾਮਰੇਡੀ ਬਿਰਤੀ ਵਾਲੇ ਵੀਰ ਭੈਣ ਨੇ ਸਾਡੇ, ਉਹ ਐਵੇਂ ਹੀ ਇੱਦਾਂ ਦੀਆਂ ਛੋਟੀਆਂ ਛੱਡ ਦਿੰਦੇ ਹੁੰਦੇ ਆ ਵੀ ਅਖੇ ਜੀ ਵੀ ਜਿਹੜਾ ਸੀਗਾ ਆਪਣਾ ਬੁੱਲੇ ਸ਼ਾਹ ਵੀ ਅਖੇ ਉਹਦੀਆਂ ਲਿਖਤਾਂ ਅਖੇ ਆਈਆਂ ਸੀਗੀਆਂ ਤੇ ਗੁਰੂ ਸਾਹਿਬ ਨੇ ਅਖੇ ਵੀ ਉਹ ਪਾਉਣ ਤੋਂ ਇਨਕਾਰ ਕਰ ਦਿੱਤਾ ਜਾਂ ਹੋਰ ਇੱਦਾਂ ਦੀਆਂ ਵਿੱਚ ਘੜੂਸਾਂ ਜੀਆਂ ਜਿਹੜੀਆਂ ਵੀ ਉਹ ਛੱਡ ਦਿੰਦੇ ਆ। ਤੇ ਉਹਦਾ ਸਿੰਪਲ ਜਿਹਾ ਜਦੋਂ ਤੁਸੀਂ ਨਾ ਵੀ ਦੇਖਦੇ ਆ ਡੇਟਾਂ ਤੇ ਜਿਹੜਾ ਬਾਬਾ ਬੁੱਲੇ ਸ਼ਾਹ ਆ ਉਹ ਤੇ ਉਹਦਾ ਜਨਮ ਹੀ 17ਵੀਂ ਸਦੀ ਦਾ ਸੋ ਉਹ ਤੇ ਮਤਲਬ ਈਵਨ ਗੁਰੂ ਅਰਜਨ ਪਾਤਸ਼ਾਹ ਵੇਲੇ ਵੀ ਜੀ ਉਹ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਦਾ ਜੰਮਿਆ ਆ ਜੀ। ਸੋ ਇਸ ਕਰਕੇ ਵੀ ਉਹ ਸਾਰਾ ਕੁਝ ਜਿਹੜਾ ਨਾ ਵੀ ਉਹ ਆਪਣੇ ਆਪ ਦੇ ਵਿੱਚ ਹੀ ਜਦੋਂ ਤੁਸੀਂ ਥੋੜ੍ਹੀ ਜਿਹੀ ਜਾਣਕਾਰੀ ਹਾਸਲ ਕਰਦੇ ਆ ਤੇ ਉਹ ਆਪੇ ਹੀ ਇਹੋ ਜਿਹੀਆਂ ਜਿਹੜੀਆਂ ਮਨ ਘੜਤ ਕਹਾਣੀਆਂ ਨੇ ਜਾਂ ਬੇਈਮਾਨੀ ਚੁੱਪਦੀਆਂ ਕਹਾਣੀਆਂ ਨੇ ਵੀ ਉਹਨਾਂ ਦੀ ਵੈਸੇ ਹੀ ਹਵਾ ਸੱਜ ਜਾਂਦੀ ਆ। ਬਿਲਕੁਲ, ਸੋ ਇਸ ਕਰਕੇ ਵੀ ਚਲੋ ਆਪਾਂ ਪੜ੍ਹਦੇ ਹਾਂ ਵੀ ਅੱਗੇ ਜੀ ਵੀ ਉਹ ਕੀ ਪ੍ਰੋਫੈਸਰ ਸਾਹਿਬ ਸਿੰਘ ਇਹਦੇ ਬਾਰੇ ਵਿਚਾਰ ਦਿੰਦੇ ਨੇ ਜੀ। ਅੱਗੇ ਫਿਰ ਉਹ ਮੈਕੌਲਫ ਦੀ ਵੀ ਇੱਕ ਰੈਫਰੈਂਸ ਦਿੰਦੇ ਹਨ ਜਿਹਦੇ ਵਿੱਚ ਉਹ ਲਿਖਦੇ ਹਨ ਕਿ ਮੈਕੌਲਫ ਦੀ ਇਸ ਬਾਰੇ ਹੋਰ ਰਾਏ ਹੈ। ਉਸ ਦੀ ਲਿਖੀ ਪੁਸਤਕ ਸਿੱਖ ਰਿਲੀਜਨ ਦੇ ਵਿੱਚ ਪੰਜਾਬੀ ਤਰਜਮੇ ਸਿੱਖ ਇਤਿਹਾਸ ਵਿੱਚ ਇਉਂ ਲਿਖਿਆ ਮਿਲਦਾ ਹੈ। ਗੁਰੂ ਅਰਜਨ ਸਾਹਿਬ ਜੀ ਨੇ ਭਗਤ ਜੈਦੇਵ ਜੀ ਦੇ ਸਮੇਂ ਤੋਂ ਲੈ ਕੇ ਹਿੰਦੁਸਤਾਨ ਦੇ ਵੱਡੇ ਸੰਤਾਂ ਭਗਤਾਂ ਦੇ ਉਪਾਸਕਾਂ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਬੁਲਾਇਆ
ਕਿ ਉਹ ਆ ਕੇ ਪਵਿੱਤਰ ਬੀੜ ਵਿੱਚ ਚੜਾਉਣ ਲਈ ਯੋਗ ਬਾਣੀ ਦੱਸਣ। ਉਹਨਾਂ ਨੇ ਆਪੋ ਆਪਣੀ ਮੱਤ ਦੀ ਬਾਣੀ ਨੂੰ ਪੜ੍ਹਿਆ ਅਤੇ ਇਹ ਜਿਹੀ ਬਾਣੀ ਜਿਹੜੀ ਉਸ ਸਮੇਂ ਦੇ ਪ੍ਰਚਲਿਤ ਸੁਧਾਰ ਦੇ ਆਸ਼ੇ ਦੇ ਅਨੁਕੂਲ ਸੀ ਜਾਂ ਜੋ ਗੁਰੂ ਜੀ ਦੀ ਸਿੱਖਿਆ ਦੇ ਉੱਕੀ ਉਲਟ ਨਹੀਂ ਸੀ, ਪ੍ਰਵਾਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਚੜਾਈ। ਇਹ ਇੱਥੇ ਮੰਨਣਾ ਪੈਂਦਾ ਹੈ ਕਿ ਉਸ ਬਾਣੀ ਵਿੱਚ ਭਗਤਾਂ ਕੋਲੋਂ ਉਹਨਾਂ ਦੇ ਉਪਾਸ਼ਕ ਪਾਸ ਆਉਣ ਦੇ ਅਮਲ ਕਰਕੇ ਜਿਹੜੇ ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਸਨ, ਕੁਝ ਅਦਲਾ ਬਦਲੀ ਵੀ ਆ ਗਈ ਅਤੇ ਇਹ ਗੱਲ ਦੱਸਦੀ ਹੈ ਕਿ ਭਗਤ ਬਾਣੀ ਵਿੱਚ ਇਤਨੇ ਕਿਉਂ ਪੰਜਾਬੀ ਪਦ ਮਿਲਦੇ ਹਨ ਅਤੇ ਇਸ ਬਾਣੀ ਦੇ ਭਗਤਾਂ ਦੀਆਂ ਹੋਰ ਰਚਨਾ ਵਿੱਚ ਜਿਹੜੀਆਂ ਭਾਰਤ ਦੇ ਹੋਰ ਹਿੱਸਿਆਂ ਵਿੱਚ ਸੰਭਾਲ ਕੇ ਰੱਖੀਆਂ ਹੋਈਆਂ ਹਨ, ਕਿਉਂ ਫਰਕ ਹੈ। ਹੁਣ ਇਹਦੇ ਵਿੱਚ ਜਿਹੜਾ ਨਾ ਵੀ ਉਹ ਹੁਣ ਉਹੀ ਜਿਹੜੀ ਗੱਲ ਆਪਾਂ ਸ਼ੁਰੂ 'ਚ ਕਰਕੇ ਹਟੇ ਆ ਵੀ ਜਦੋਂ ਕੋਈ ਕਹਾਣੀ ਜਿਹੜੀ ਆ ਵੀ ਉਹ ਘੜ ਲਈ ਜਾਂਦੀ ਆ ਤੇ ਜਿਹੜਾ ਕੋਈ ਕੌਮ ਪ੍ਰਸਤ ਬੰਦਾ ਆ ਉਹ ਕਹਾਣੀ ਦੀ ਜਿਹੜੀ ਕਹਿ ਲਓ ਵੀ ਸਹੀ ਜਿਹੜੀ ਹੈ ਜਾਂ ਗਲਤ ਹੈ, ਉਹਦੀ ਬਜਾਏ ਵੀ ਜਦੋਂ ਉਹਨੂੰ ਪਹਿਲਾਂ ਹੀ ਸਹੀ ਮੰਨ ਲੈਂਦਾ ਆ ਤੇ ਫਿਰ ਮੰਨ ਕੇ ਤੇ ਉਹਨੂੰ ਜਸਟੀਫਾਈ ਕਰਨ ਲੱਗ ਪੈਂਦਾ ਆ, ਉਹਦੇ ਵਿੱਚ ਕਈ ਤਰ੍ਹਾਂ ਦੇ ਟਪਲੇ ਲੱਗਣੇ ਜਿਹੜੇ ਆ ਵੀ ਉਹ ਪੋਸੀਬਲ ਹੋ ਜਾਂਦੇ ਆ। ਭਈ ਜਿੱਦਾਂ ਹੁਣ ਮੈਕੌਲਫ ਜਿਹੜਾ ਆ ਵੀ ਉਹ ਵੀ ਹੁਣ ਉਹ ਕਿਉਂਕਿ ਉਹਨੂੰ ਉਹ ਇਹ ਸੀਗਾ ਵੀ ਕਹਾਣੀ ਜਿਹੜੀ ਆ ਵੀ ਉਹਦੇ ਤੱਕ ਆਈ ਆ ਤੇ ਇੱਕ ਆਪਾਂ ਇਹ ਗੱਲ ਜਾਣ ਲਈਏ ਵੀ ਅਰਨੈਸਟ ਟਰੰਪ ਜਿਹੜਾ ਸੀਗਾ ਉਹ ਜਰਮਨ ਚਲੋ ਵੀ ਅਕੈਡਮਿਕ ਸੀਗਾ ਤੇ ਵਿਦਵਾਨ, ਤੇ ਉਹਨੇ ਕਈ ਤਰ੍ਹਾਂ ਦੀਆਂ ਜਿਹੜੀਆਂ ਨਾ ਵੀ ਸਿੱਖਾਂ ਦੀਆਂ ਜਿਹੜੀਆਂ ਕਹਿ ਲਓ ਵੀ ਰਵਾਇਤਾਂ ਸੀਗੀਆਂ, ਉਹ ਹਰੇਕ ਰਵਾਇਤ ਨੂੰ ਵੀ ਉਹਨੇ ਚੈਲੰਜ ਕਰ ਦਿੱਤਾ ਹੈ। ਠੀਕ ਹੈ ਜੀ। ਔਰ ਉਹ ਮਤਲਬ ਕਿਸੇ ਨੂੰ ਵੀ ਮੰਨ ਨਹੀਂ ਰਿਹਾ ਵੀ ਇਹਦੇ ਵਿੱਚ ਕੋਈ ਸੱਚਾਈ ਹੈਗੀ। ਤੇ ਉਹਦੇ ਉਲਟ ਇਹ ਮੈਕੌਲਫ ਜਿਹੜਾ ਆ ਉਹ ਇਸ ਗੱਲ ਦੇ ਵਿੱਚ ਟਪਲਾ ਖਾ ਰਿਹਾ ਵੀ ਉਹ ਹੁਣ ਵੀ ਜਿਹੜੀਆਂ ਰਵਾਇਤਾਂ ਸੀਗੀਆਂ ਬਣ ਗਈਆਂ ਉਦੋਂ ਤੱਕ, ਉਹ ਹਰੇਕ ਰਵਾਇਤ ਨੂੰ ਸਹੀ ਮੰਨੀ ਜਾ ਰਿਹਾ। ਉਹ ਇਹ ਨਹੀਂ ਦੇਖ ਰਿਹਾ ਵੀ ਇਹ ਰਵਾਇਤਾਂ ਆ ਕਿੱਥੋਂ ਰਹੀਆਂ ਨੇ ਤੇ ਕਿੰਨੀਆਂ ਕੁ ਪੁਰਾਣੀਆਂ ਨੇ। ਤੇ ਉਹਦੇ ਵਿੱਚ ਹੁਣ ਆਹ ਜਿਹੜੀ ਗੱਲ ਆ ਭਈ ਭਗਤਾਂ ਦੀ ਬਾਣੀ ਜਿਹੜੀ ਆ ਵੀ ਉਹ ਇਸ ਕਰਕੇ ਵੀ ਵੀ ਗੁਰੂ ਅਰਜਨ ਪਾਤਸ਼ਾਹ ਨੇ ਇਕੱਠੀ ਕੀਤੀ ਆ ਤੇ ਉਹਨਾਂ ਨੇ ਵੀ ਜਿਹੜੇ ਉਹਨਾਂ ਦੇ ਉਪਾਸਕ ਸੀਗੇ ਭਗਤਾਂ ਦੇ ਵੀ ਉਹਨਾਂ ਨੂੰ ਸੱਦਿਆ ਤੇ ਉਹਨਾਂ ਤੋਂ ਬਾਣੀ ਲਈ ਆ ਤੇ ਫਿਰ ਤਾਂ ਕਰਕੇ ਵਿੱਚ ਵੀ ਪੰਜਾਬੀ ਦੇ ਸ਼ਬਦ ਜਿਹੜੇ ਆ ਵੀ ਉਹ ਆ ਗਏ ਆ ਤੇ ਹੋਰ ਸਾਰਾ ਜਿਹੜਾ ਆ ਵੀ ਹੁਣ ਉਹਦੀ ਜਿਹੜੀ ਗੱਲ ਆ ਵੀ ਉਹ ਠੀਕ ਆ ਵੀ ਅੱਗੇ ਜਾ ਕੇ ਤੇ ਪ੍ਰੋਫੈਸਰ ਸਾਹਿਬ ਸਿੰਘ ਹੁਣੀ ਜਿਹੜੇ ਵੀ ਉਹ ਕਲੀਅਰ ਕਰੂਗੇ ਵੀ ਪੰਜਾਬੀ ਦੇ ਸ਼ਬਦ ਜਿਹੜੇ ਆ ਵੀ ਉਹ ਕਿਵੇਂ ਆਏ ਆ। ਪਰ ਇੱਥੇ ਆਪਾਂ ਇੰਨਾ ਕੁ ਮੈਂਸ਼ਨ ਕਰ ਦਈਏ ਵੀ ਪੰਜਾਬੀ ਦੇ ਸ਼ਬਦ ਜਿਹੜੇ ਨੇ ਉਹ ਸਿਰਫ ਜਿਹੜੀਆਂ ਹਿੰਦੁਸਤਾਨ ਦੀਆਂ ਬੋਲੀਆਂ ਨੇ ਉਹਨਾਂ ਦੇ ਵਿੱਚ ਹੀ ਨਹੀਂ ਮਿਲਦੇ, ਅਰਬੀ, ਫਾਰਸੀ ਤੇ ਈਵਨ ਯੂਨਾਨੀ ਤੇ ਹੋਰ ਭਾਸ਼ਾਵਾਂ ਦੇ ਵਿੱਚ ਵੀ ਮਿਲਦੇ ਨੇ। ਤੇ ਇਹਦੇ ਨਾਲ ਹੀ ਪੰਜਾਬੀ ਦੇ ਵਿੱਚ ਵੀ ਅਰਬੀ, ਫਾਰਸੀ, ਯੂਨਾਨੀ ਤੇ ਜਿਹੜੀਆਂ ਹੋਰ ਭਾਰਤੀ ਉਪ ਮਹਾਦੀਪ ਦੀਆਂ ਜ਼ਬਾਨਾਂ ਨੇ ਵੀ ਉਹਨਾਂ ਦੇ ਸ਼ਬਦ ਪੰਜਾਬੀ ਵਿੱਚ ਵੀ ਮਿਲਦੇ ਨੇ। ਔਰ ਉਹਦੇ ਕਈ ਕਾਰਨ ਨੇ। ਇੱਕ ਤਾਂ ਇਹ ਆ ਵੀ ਜਿਹੜੇ ਹਮਲਾਵਰ ਉਹਨਾਂ ਇਲਾਕਿਆਂ ਦੇ ਵਿੱਚੋਂ ਹੁੰਦੇ ਹੋਏ ਯੂਨਾਨ ਤੋਂ ਤੇ ਇੱਧਰ ਤੱਕ ਵੀ ਪੰਜਾਬ ਦੇ ਵਿੱਚ ਆਉਂਦੇ ਰਹੇ ਨੇ ਤੇ ਫਿਰ ਪੰਜਾਬ ਦੇ ਵਿੱਚ ਆ ਕੇ ਸੈਟਲ ਵੀ ਹੁੰਦੇ ਰਹੇ ਨੇ ਵੀ ਪੰਜਾਬ 'ਚ ਰਹਿੰਦੇ ਵੀ ਰਹੇ ਆ। ਤੇ ਉਹ ਜਿੱਦਾਂ ਸਲੂਕਸ ਸੀਗਾ ਜਾਂ ਹੋਰ ਜਿਹੜੇ ਪੋਰਸ ਦੇ ਆਪਣਾ ਸਿਕੰਦਰ ਦੇ ਨਾਲ ਆਏ ਵੀ ਜਰਨੈਲ ਵੀ ਉਹ ਹੁਣ ਜਿਹੜਾ ਸਿਕੰਦਰ ਦਾ ਮੁੱਖ ਜਰਨੈਲ ਸੀਗਾ ਉਹਦੀ ਕੁੜੀ ਦਾ ਵਿਆਹ ਚੰਦਰਗੁਪਤ ਮੌਰੀਆ ਦੇ ਨਾਲ ਹੋਇਆ ਸੀ ਤੇ ਉਹਦੇ ਵਿੱਚੋਂ ਆਪਣੇ ਆਪ ਦੇ ਵਿੱਚ ਹੀ ਇੱਕ ਜਿਹੜੀ ਆ ਵੀ ਪੂਰੀ ਡਾਇਨੈਸਟੀ ਜਿਹੜੀ ਆ ਵੀ ਉਹ ਕਾਇਮ ਹੋਈ ਜਿਹਨੇ ਰਾਜ ਕੀਤਾ ਇਹ ਸਾਰੇ ਇਲਾਕੇ ਦੇ। ਤੇ ਉਹ ਕੀ ਮਤਲਬ ਉਹਦੇ ਵਿੱਚੋਂ ਜਿਹੜੀ ਤੁਸੀਂ ਜੇ ਦੇਣ ਵੇਖਣੀ ਆ ਸੱਭਿਆਚਾਰ ਨੂੰ ਤੇ ਜਿਹੜੀ ਮਹਾਭਾਰਤ ਤੇ ਰਾਮਾਇਣ ਆ ਉਹ ਆਪਣੇ ਆਪ ਦੇ ਵਿੱਚ ਹੀ ਵੀ ਜਿਹੜੀਆਂ ਯੂਨਾਨੀ ਦੋ ਕਹਿ ਲਓ ਭਈ ਮਹਾਕਾਵ ਸੀਗੇ ਵੀ ਇਲੀਅਡ ਤੇ ਓਡੀਸੀ, ਉਹਦੀਆਂ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਖੁੱਲ੍ਹੇ ਉਤਾਰੇ ਨੇ ਤੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਆਪਣੇ ਆਪ ਦੇ ਵਿੱਚ ਹੀ ਸੱਭਿਆਚਾਰ ਦੇ ਉੱਤੇ ਅਸਰ ਜਿਹੜਾ ਆ ਉਹ ਦੱਸ ਦਿੰਦੀਆਂ ਨੇ। ਸੋ ਇੱਕ ਹਮਲਾਵਰਾਂ ਵਾਲਾ ਪੱਖ ਹੋ ਗਿਆ। ਦੂਜਾ ਪੱਖ ਹੈਗਾ ਆ ਵੀ ਜਿਹੜਾ ਟਰੇਡ ਦਾ ਵੀ ਹੁਣ ਆਪਾਂ ਜਾਣਦੇ ਹਾਂ ਵੀ ਵਣਜਾਰੇ ਜਿੰਨੇ ਹੈਗੇ ਆ ਵੀ ਉਹ ਇੱਕ ਇਲਾਕੇ ਚੋਂ ਦੂਜੇ ਚੋਂ ਤੀਜੇ ਚੋਂ ਚੌਥੇ ਇੱਦਾਂ ਪੂਰਾ ਸਾਲ ਜਿਹੜਾ ਆ ਉਹ ਘੁੰਮਦੇ ਤੇ ਵਣਜਾਰਿਆਂ ਦਾ ਜਿਹੜਾ ਜਿੱਥੇ ਆ ਕੇ ਉਹ ਆਪਣਾ ਲਾਉਂਦੇ ਸੀਗੇ ਟੈਂਟ ਉਹਨੂੰ ਟਾਂਡਾ ਕਹਿੰਦੇ। ਸੋ ਟਾਂਡੇ ਜਿੰਨੇ ਹੈਗੇ ਆ ਉਹ ਜਦੋਂ ਤੁਸੀਂ ਟਰੇਸ ਕਰਨ ਲੱਗਦੇ ਆ ਉਹ ਮੱਧ ਪ੍ਰਦੇਸ਼ ਦੇ ਵਿੱਚ ਵੀ ਟਾਂਡੇ ਹੈਗੇ ਨੇ, ਯੂਪੀ ਦੇ ਵਿੱਚ ਵੀ ਟਾਂਡੇ ਹੈਗੇ ਨੇ, ਪੰਜਾਬ ਦੇ ਵਿੱਚ ਤੇ ਟਾਂਡੇ ਹੈ ਹੀ ਨੇ ਤੇ ਹੋਰ ਸਾਰੇ ਇਲਾਕੇ ਜਿਹੜੇ ਨੇ ਵੀ ਉਹਨਾਂ ਦੇ ਵਿੱਚ ਤੁਹਾਨੂੰ ਟਾਂਡੇ ਦਿਖਦੇ ਨੇ। ਉੱਥੋਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਜਿਹੜੇ ਆ ਵੀ ਇਲਾਕੇ ਇਹਨਾਂ ਦੇ ਵਿੱਚੋਂ ਇੱਦਾਂ ਜਿਹੜੇ ਆ ਵੀ ਵਣਜਾਰੇ ਹੁੰਦੇ ਗਏ।
ਹੁਣ ਉਹਨਾਂ ਦਾ ਸਕ੍ਰਿਪਟ ਵੀ ਹੈਗਾ ਸੀਗਾ ਆਪਣਾ ਲੰਡਾ ਸਕ੍ਰਿਪਟ, ਜੀ। ਜਿਹੜਾ ਬੇਸ ਬਣਿਆ ਫਿਰ ਵੀ ਪੰਜਾਬੀ ਦਾ ਜਿਹੜਾ ਗੁਰਮੁਖੀ ਸਕ੍ਰਿਪਟ ਆ ਵੀ ਉਹਦੇ ਲਈ, ਜੀ। ਤੇ ਉਹ ਜਿਹੜਾ ਗੁਰੂ ਪਾਤਸ਼ਾਹ ਨੇ ਫਿਰ ਰਿਫਾਈਨ ਕੀਤਾ ਤੇ ਉਹ ਜਿਹੜਾ ਉਸ ਹਿਸਾਬ ਦੇ ਨਾਲ ਵੀ ਉਹਦੇ ਵਿੱਚ ਜਿਹੜੀਆਂ ਕਮੀਆਂ ਸੀ ਉਹ ਦੂਰ ਕੀਤੀਆਂ ਤੇ ਉਹਨੂੰ ਪੂਰਾ ਐਨ ਮਤਲਬ ਸਵਾਰ ਕੇ ਨਿਖਾਰ ਕੇ ਜੀ। ਤੇ ਉਹ ਗੁਰਮੁਖੀ ਸਕ੍ਰਿਪਟ ਬਣਿਆ। ਜੀ। ਤੇ ਉਹਦੇ ਵਿੱਚੋਂ ਜਦੋਂ ਤੁਸੀਂ ਵੇਖਦੇ ਆ ਵੀ ਹੁਣ ਜਦੋਂ ਵਣਜਾਰੇ ਇੱਕ ਥਾਂ ਤੋਂ ਦੂਜੇ ਥਾਂ ਜਾ ਰਹੇ ਨੇ, ਉਹ ਜਿਹੜੇ ਵੀ ਇਲਾਕੇ 'ਚ ਜਾ ਰਹੇ ਆ ਉਹ ਇਲਾਕੇ ਦੇ ਬੰਦੇ ਉਹਨਾਂ ਨਾਲ ਗੱਲ ਕਰ ਰਹੇ ਆ, ਉਹ ਇਲਾਕੇ ਦੇ ਬੰਦਿਆਂ ਨਾਲ ਗੱਲ ਕਰ ਰਹੇ ਆ। ਸੋ ਇਸ ਕਰਕੇ ਵੀ ਉਹ ਇੱਕ ਦੂਜੇ ਦੀ ਜ਼ਬਾਨ ਦਾ ਅਸਰ ਜਿਹੜਾ ਆ ਉਹ ਕਬੂਲ ਵੀ ਰਹੇ ਆ। ਵੀ ਉਹਦੀ ਜੇ ਉਦਾਹਰਣ ਤੁਸੀਂ ਵੇਖਣੀ ਹੋਵੇ ਵੀ ਜੇ ਕਿਸੇ ਨੂੰ ਲੱਗਦਾ ਵੀ ਨਾ ਇਹ ਕਿੱਦਾਂ ਸੰਭਵ ਆ, ਤੇ ਉਹ ਤੁਸੀਂ ਅੱਜ ਜਦੋਂ ਗੱਲ ਕਰਦੇ ਆ ਆਪਾਂ ਉਹਦੇ ਵਿੱਚ ਅੰਗਰੇਜ਼ੀ ਦੇ ਸ਼ਬਦ ਜਿਹੜੇ ਆ ਵੀ ਉਹਨਾਂ ਦੀ ਭਰਮਾਰ ਵੇਖ ਲਓ। ਬਿਲਕੁਲ। ਉਹ ਮਤਲਬ ਵੀ ਤੁਸੀਂ ਬਿਨਾਂ ਸੋਚਿਆ ਹੀ ਤੁਸੀਂ ਉਹ ਸ਼ਬਦ ਜਿਹੜੇ ਆ ਵੀ ਉਹ ਵਰਤੀ ਜਾਂਦੇ ਆ। ਜੇ ਉਹਦੇ ਤੋਂ ਵੀ ਤੁਹਾਨੂੰ ਲੱਗਦਾ ਆ ਫਿਰ ਤੁਸੀਂ ਜਿਨ੍ਹਾਂ ਨੂੰ ਅੰਗਰੇਜ਼ੀ ਜਮਾ ਨਹੀਂ ਆਉਂਦੀ ਉਹ ਸਿਰਫ ਇੰਨਾ ਕੁ ਦੇਖ ਲੈਣ ਵੀ ਜਦੋਂ ਉਹ ਬੋਲਦੇ ਆ ਉਹਦੇ ਵਿੱਚ ਹਿੰਦੀ ਦੇ ਕਿੰਨੇ ਸ਼ਬਦ ਜਿਹੜੇ ਉਹ ਵਰਤੀ ਜਾਂਦੇ ਨੇ। ਕਿਉਂਕਿ ਜਦੋਂ ਟੀਵੀ ਵੇਖਦੇ ਆ, ਜਦੋਂ ਹੋਰ ਜਿਹੜੇ ਮਾਧਿਅਮ ਨੇ ਮਾਸ ਕਮਿਊਨੀਕੇਸ਼ਨ ਦੇ, ਜਦੋਂ ਤੁਸੀਂ ਉਹ ਵੇਖਦੇ ਆ ਉਹਦੇ ਅਸਰ ਤੁਸੀਂ ਬਿਨਾਂ ਸੋਚਿਆ ਤੁਸੀਂ ਕਬੂਲ ਰਹੇ ਆ ਇੱਕ ਸਬਕੌਨਸ਼ੀਅਸ ਲੈਵਲ ਦੇ ਉੱਤੇ। ਸੋ ਉਹ ਜਿਹੜਾ ਇੱਕ ਸਿਸਟਮ ਆ ਉਹ ਆਪਣੇ ਆਪ ਦੇ ਵਿੱਚ ਹੀ ਸ਼ਬਦਾਵਲੀ ਜਿਹੜੀ ਆ ਉਹਨੂੰ ਉਹ ਇੱਕ ਭਾਸ਼ਾ ਚੋਂ ਦੂਜੀ ਭਾਸ਼ਾ 'ਚ ਲੈ ਕੇ ਆਉਂਦਾ ਜੀ। ਬਿਲਕੁਲ। ਤੇ ਤੀਜਾ ਜਿਹੜਾ ਹੈਗਾ ਆ ਕਾਰਨ ਇਸੇ ਚੀਜ਼ ਦਾ ਹੀ ਉਹ ਹੈਗਾ ਆ ਵੀ ਇੱਕ ਹੋਂਦ ਹੈਗੀ ਆ, ਇੱਕ ਥਿਊਰੀ ਆ ਵੈਸੇ ਭਈ ਉਹ ਜਿਹੜੀ ਥਿਊਰੀ ਆ ਉਹ ਇਹ ਕਹਿੰਦੀ ਆ ਭਈ ਜਿੱਦਾਂ ਅੱਜ ਜਾਂ ਅੰਗਰੇਜ਼ਾਂ ਵੇਲੇ ਅੰਗਰੇਜ਼ੀ ਭਾਸ਼ਾ ਸੀਗੀ ਤੇ ਅੱਜ ਹਿੰਦੀ ਭਾਸ਼ਾ ਜਿਹੜੀ ਉਹ ਥੋਪੀ ਗਈ ਆ ਜੀ। ਉਸ ਵੇਲੇ ਆਪਣੇ ਆਪ ਦੇ ਵਿੱਚ ਹੀ ਇੱਕ ਕਨੈਕਟਿੰਗ ਲੈਂਗੁਏਜ ਉਹਨੂੰ ਕਹਿੰਦੇ ਸੀਗੇ ਭਈ ਜਿਹੜਾ ਭਾਰਤੀ ਉਪ ਮਹਾਦੀਪ ਸੀਗਾ ਤਿੱਬਤ ਤੱਕ ਵੀ ਉੱਧਰ ਲੈ ਜਾਓ ਤੇ ਹੋਰ ਪਾਸੇ ਵੀ ਅਫਗਾਨਿਸਤਾਨ ਤੇ ਇੱਧਰੋਂ ਬਰਮਾ ਤੇ ਹੋਰ ਸਾਰਾ ਉੱਧਰੋਂ ਥੱਲੇ ਜਿਹੜਾ ਆ ਸ੍ਰੀਲੰਕਾ ਤੇ ਉਤੋਂ ਪਰੇ ਤੱਕ ਭਈ ਉਹ ਕਹਿੰਦੇ ਨੇ ਵੀ ਜਿਹੜੇ ਭਗਤ ਸੀਗੇ ਉਹ ਜਾਂ ਕਹਿ ਲਓ ਵੀ ਅੰਗਰੇਜ਼ੀ ਦੀ ਜਿਹੜੀ ਟਰਮ ਆ ਮੈਨ ਆਫ ਗੋਡ ਵੀ ਰੱਬ ਨੂੰ ਜਿਹੜੇ ਕਹਿ ਲਓ ਵੀ ਸਿਮਰਨ ਵਾਲੇ ਬੰਦੇ ਸੀਗੇ, ਉਹ ਸਾਰੇ ਦੇ ਸਾਰੇ ਜਿਹੜੇ ਆ ਥੱਲੇ ਲੰਕਾ ਤੇ ਉੱਪਰ ਤਿੱਬਤ ਤੱਕ ਭਈ ਉਹ ਪੂਰਾ ਇੱਕ ਤੀਰਥਾਂ ਦਾ ਕਹਿ ਲਓ ਭਈ ਨੈਟਵਰਕ ਬਣਿਆ ਹੋਇਆ ਸੀਗਾ ਵੀ ਜਿਹਦੇ ਵਿੱਚ ਉਹ ਟਰੈਵਲ ਕਰਦੇ ਸੀ। ਤੇ ਉਹ ਇਸ ਕਰਕੇ ਨਹੀਂ ਕਰਦੇ ਵੀ ਤੀਰਥਾਂ ਤੇ ਜਾ ਕੇ ਤੇ ਉਹ ਕੋ ਪੁੰਨ ਕਮਾਉਂਦੇ ਸੀਗੇ। ਬਹੁਤੇ ਉਹਨਾਂ ਦੇ ਵਿੱਚੋਂ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਜਿਹਨੂੰ ਇੰਟੈਲੈਕਚੁਅਲ ਪਰਸੂਟ ਕਹਿੰਦੇ ਆ ਭਈ ਵਿਦਵਤਾ ਦੀ ਜਿਹੜੀ ਕਹਿ ਲਓ ਭਈ ਪਰਸੂਟ ਨੂੰ ਹੁਣ ਪੰਜਾਬੀ 'ਚ ਤੁਸੀਂ ਦੇਖ ਲਿਓ ਭਈ ਜਿਹੜੀ ਆ ਕਿ ਹੋੜ ਇੱਕ ਕਹਿ ਸਕਦੇ ਆ ਵੀ ਜਾਂ ਲੈਣ ਦੀ ਜਿਹੜੀ ਇੱਛਾ ਆ, ਧਾਰਨ ਦੀ ਇੱਛਾ ਵੀ ਵਿਦਵਤਾ ਨੂੰ, ਤੇ ਉਹਦੇ ਲਈ ਉਹ ਇੱਕ ਜਿਹੜੇ ਕਹਿ ਲਓ ਵੀ ਸੈਂਟਰ ਸੀਗੇ ਇਹ ਇੰਟੈਲੈਕਚੁਅਲ ਐਕਟੀਵਿਟੀ ਦੇ, ਉਹ ਉਹਨਾਂ ਦੇ ਜਾਂਦੇ ਸੀ ਤੇ ਉੱਥੇ ਜਿਹੜੇ ਕਹਿ ਲਓ ਵੀ ਲੋਕਲ ਵਿਦਵਾਨ ਹੁੰਦੇ ਸੀ ਤੇ ਭਗਤ ਹੁੰਦੇ ਸੀ ਉਹਨਾਂ ਦੀ ਨਾਲ ਵਿਚਾਰਾਂ ਕਰਦੇ ਜੀ। ਤੇ ਉਹ ਜਿਹੜੀ ਵਿਚਾਰਾਂ ਆ ਉਹਦੇ ਲਈ ਇੱਕ ਲੈਂਗੁਏਜ ਡਿਵੈਲਪ ਹੋ ਗਈ ਸੀਗੀ ਸਦੀਆਂ ਦੇ ਵਿੱਚ ਵੀ ਜਿਹਨੂੰ ਸੰਤ ਭਾਖਾ ਕਹਿੰਦੇ ਸੀ ਭਈ ਸੰਤਾਂ ਦੀ ਭਾਖਾ ਹੈ ਭਾਸ਼ਾ। ਤੇ ਉਹ ਜਿਹੜੀ ਆ ਸੰਤ ਭਾਖਾ ਉਹ ਬੇਸਿਕਲੀ ਇੱਕ ਮਲਗੋਭਾ ਸੀਗੀ ਭਈ ਜਿੰਨੀ ਕਹਿ ਲਓ ਵੀ ਇੱਕ ਬੇਸਿਕ ਪਾਲੀ ਲੈਂਗੁਏਜ ਆ ਜਿਹੜੀ ਬੋਧੀਆਂ ਦੀ ਲੈਂਗੁਏਜ ਸੀ ਭਈ ਜਿੱਦਾਂ ਸਿੱਖਾਂ ਦੀ ਪੰਜਾਬੀ ਆ ਗੁਰਮੁਖੀ ਦੇ ਵਿੱਚ ਲਿਖੀ ਜਾਣ ਵਾਲੀ ਤੇ ਵਿਪਰ ਦੀ ਜਿਹੜੀ ਸੰਸਕ੍ਰਿਤ ਆ ਤੇ ਉਸੇ ਹਿਸਾਬ ਦੇ ਨਾਲ ਹੀ ਭਈ ਪਾਲੀ ਜਿਹੜੀ ਆ ਉਹ ਬੋਧੀਆਂ ਦੀ ਲੈਂਗੁਏਜ ਸੀ। ਤੇ ਸਭ ਤੋਂ ਪਹਿਲਾਂ ਜਿਹੜਾ ਆ ਉਹ ਬੋਧੀ ਜਿਹੜੇ ਭਿੱਖੂ ਸੀਗੇ ਭਈ ਜਿਹੜੇ ਕਹਿ ਲਓ ਭਈ ਉਹਨਾਂ ਨੂੰ ਹੁਣ ਜੇ ਆਪਾਂ ਕਹੀਏ ਵੀ ਜਿਹੜੇ ਦੁਨੀਆ ਨੂੰ ਤਿਆਗ ਦਿੱਤਾ ਸੀ ਉਹਨਾਂ ਨੇ ਤੇ ਉਹਨਾਂ ਦਾ ਕੰਮ ਹੀ ਇਹ ਸੀ ਵੀ ਉਹਨਾਂ ਨੇ ਆਪਣੀ ਸਾਰੀ ਉਮਰ ਜਿਹੜੀ ਆ ਵੀ ਉਹ ਲੋਕਾਂ ਦੀ ਭਲਾਈ ਲਈ ਜਾਂ ਲੋਕਾਂ ਦੇ ਵਿੱਚ ਬੁੱਧ ਧਰਮ ਦਾ ਪ੍ਰਚਾਰ ਕਰਨ ਲਈ ਵੀ ਉਹਨਾਂ ਨੇ ਉਹ ਲਾਤੀ। ਉਹ ਸੀਗੇ ਭਈ ਜਿਹੜੇ ਸਿਰਫ ਭਾਰਤੀ ਉਪ ਮਹਾਦੀਪ ਦੇ ਵਿੱਚ ਹੀ ਨਹੀਂ, ਜਿਹੜੇ ਜਾਪਾਨ ਤੱਕ ਗਏ ਉਧਰੋਂ ਤੇ ਇਧਰੋਂ ਇੰਡੋਨੇਸ਼ੀਆ ਤੱਕ ਆ ਗਏ, ਜਿੰਨਾ ਵੀ ਮਤਲਬ ਕਹਿ ਲਓ ਵੀ ਇਲਾਕਾ ਸੀਗਾ ਏਸ਼ੀਆ ਦਾ ਤਕਰੀਬਨ ਸਾਰੇ ਦਾ ਸਾਰਾ ਉਹਨਾਂ ਨੇ ਗਾ ਦਿੱਤਾ ਜੀ। ਔਰ ਉਹ ਸਾਰਾ ਜਿਹੜਾ ਆ ਵੀ ਇਹ ਅੱਜ ਤੋਂ ਕਹਿ ਲਓ ਵੀ 2500 ਸਾਲ ਪੁਰਾਣੀ ਗੱਲ ਆਪਾਂ ਕਰਦੇ ਹਾਂ ਤੇ ਉਹ ਸਾਰਾ ਜਿਹੜਾ ਆ ਵੀ ਉਹ ਹੁਣ ਜਿਹੜੀ ਪਾਲੀ ਲੈਂਗੁਏਜ ਲੈ ਕੇ ਗਏ ਨੇ ਉਹ ਪਾਲੀ ਲੈਂਗੁਏਜ ਦੀ ਜਿਹੜੀ ਆ ਸ਼ਬਦਾਵਲੀ ਉਹ ਤੁਸੀਂ ਸਿਰਫ ਇਹ ਪੰਜਾਬੀ ਦੇ ਵਿੱਚ ਹੀ ਨਹੀਂ ਵੇਖਦੇ, ਉਹ ਤੁਸੀਂ ਅਫਗਾਨੀ ਦੇ ਵਿੱਚ ਵੀ ਵੇਖਦੇ ਆ, ਪਰਸ਼ੀਅਨ ਤੇ ਅਰਬਿਕ ਤੇ ਈਵਨ ਜਿਹੜੀਆਂ ਇੱਧਰ ਵਾਲੀਆਂ ਨੇ ਥਾਈਲੈਂਡ ਵਾਲੀਆਂ, ਵੀਅਤਨਾਮ, ਕੰਬੋਡੀਆ, ਇੰਡੋਨੇਸ਼ੀਆ, ਮਲੇਸ਼ੀਆ, ਇਹਨਾਂ ਜ਼ਬਾਨਾਂ ਦੇ ਵਿੱਚ ਵੀ ਤੁਹਾਨੂੰ ਉਹ ਪਾਲੀ ਲੈਂਗੁਏਜ ਦਾ ਅਸਰ ਜਿਹੜਾ ਆ ਉਹ ਸਾਫ਼ ਦਿਖਦਾ। ਤੇ ਜਦੋਂ ਤੁਸੀਂ ਹੁਣ ਮੈਨੂੰ ਹੈਰਾਨੀ ਇਸ ਗੱਲ ਦੇ ਉੱਤੇ ਹੁੰਦੀ ਆ ਵੀ ਜਦੋਂ ਆਪਾਂ ਈਵਨ ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਦਾ ਵੀ ਪੜ੍ਹੀਦਾ
ਭਈ ਉਹ ਕਹਿੰਦੇ ਨੇ ਵੀ ਸਿੱਖ ਜਿਹੜਾ ਸ਼ਬਦ ਆ ਵੀ ਉਹ ਸੰਸਕ੍ਰਿਤ ਦੇ ਸ਼ਿਸ਼ਿਆ ਤੋਂ ਆਇਆ, ਭਈ ਜਿਹਦਾ ਮਤਲਬ ਆ ਸਟੂਡੈਂਟ। ਪਰ ਜੇ ਤੁਸੀਂ ਥੋੜ੍ਹਾ ਜਿਹਾ ਧਿਆਨ ਦਿਓ ਪਾਲੀ ਲੈਂਗੁਏਜ ਵੱਲ, ਪਾਲੀ ਲੈਂਗੁਏਜ ਦੇ ਵਿੱਚ ਸਿੱਖ ਸ਼ਬਦ ਜਿਹੜਾ ਆ ਉਹ ਹੂ ਬਹੂ ਮਿਲਦਾ। ਸੋ ਇਹ ਕਹਿਣਾ ਸਮਾਂ ਕਿ ਜ਼ਿਆਦਾ ਤਰਕ ਸੰਗਤ ਲੱਗਦਾ ਭਈ ਜਿਹੜਾ ਸਿੱਖ ਸ਼ਬਦ ਆ ਜੀ ਉਹ ਪਾਲੀ ਜ਼ਬਾਨ ਦੇ ਵਿੱਚੋਂ ਸਾਡੇ ਕੋਲੇ ਆਇਆ ਹੈ, ਬੋਧੀਆਂ ਦੇ ਕੋਲੋਂ। ਤੇ ਫਿਰ ਜਦੋਂ ਆਪਾਂ ਇਹ ਵੇਖਦੇ ਹਾਂ ਵੀ ਜਿਹੜਾ ਟੈਕਸਲਾ ਆ ਅੱਜ ਪਾਕਿਸਤਾਨ ਦੇ ਵਿੱਚ ਆ ਜੀ ਭਈ ਉਹਨੂੰ ਕਿਸੇ ਟਾਈਮ ਦੇ ਉੱਤੇ ਤਖਸ਼ਲਾ ਕਹਿੰਦੇ ਹੁੰਦੇ, ਤੇ ਉਹ ਖੈਰ ਵੀ ਜਿਹੜਾ ਆਹ ਪਿੱਪਰ ਵਾਲਾ ਪ੍ਰੋਨਾਂਸੀਏਸ਼ਨ ਆ ਤਖਸ਼ਲਾ, ਪਰ ਉੱਦਾਂ ਤੇ ਤਖਸਲਾ ਹੀ ਕਹਿੰਦੇ ਸੀ। ਤੇ ਤਖਸਲਾ ਜਿਹੜਾ ਆ ਵੀ ਉਹ ਤੇ ਉੱਥੋਂ ਟੈਕਸਲਾ ਬਣ ਗਿਆ ਜੀ। ਤੇ ਉਹ ਜਿਹੜਾ ਆ ਵੀ ਉਹ ਇੱਕ ਮਤਲਬ ਕਈ ਸਦੀਆਂ ਤੱਕ ਵਿੱਦਿਆ ਦਾ ਕੇਂਦਰ ਰਿਹਾ ਉਹ, ਤੇ ਉਹ ਪੰਜਾਬ ਦੇ ਮੁੱਖ ਸ਼ਹਿਰਾਂ ਦੇ ਵਿੱਚੋਂ ਜੀ। ਤੇ ਜਿਹਦੇ ਵਿੱਚ ਭਈ ਐਜ਼ ਕਹਿ ਲਓ ਭਈ ਜਿੱਦਾਂ ਅੱਜ ਆਕਸਫੋਰਡ ਦੇ ਵਿੱਚ ਵੀ ਜਿਹੜੇ ਕਹਿ ਲਓ ਭਈ ਇੱਕ ਜਿਹਨੂੰ ਹੁਣ ਆਪਾਂ IQ ਲੈਵਲ ਮੰਨੀਦਾ, ਇੱਕ IQ ਲੈਵਲ ਤੋਂ ਉੱਤੇ ਵਾਲੇ ਬੰਦੇ ਨੇ ਉਹਨਾਂ ਦਾ ਟੀਚਾ ਹੁੰਦਾ ਵੀ ਮੈਂ ਇੱਥੇ ਆਕਸਫੋਰਡ ਦੇ ਵਿੱਚ ਪੜ੍ਹਾਂ ਜਾਂ ਹਾਰਵਰਡ ਜਾਂ ਯੇਲ ਦੇ ਵਿੱਚ ਪੜ੍ਹਾਂ, ਬਿਲਕੁਲ ਟੌਪ ਦੀਆਂ ਜਿਹੜੀਆਂ ਯੂਨੀਵਰਸਿਟੀਆਂ। ਇੱਦਾਂ ਹੀ ਜਿਹੜੀ ਟੈਕਸਲਾ ਦੀ ਯੂਨੀਵਰਸਿਟੀ ਆ ਉਹ ਟੌਪ ਦੀ ਸੀ ਉਹਨਾਂ ਸਮਿਆਂ ਦੀ। ਸੋ ਜਿੰਨੇ ਟੌਪ ਦੇ ਕਹਿ ਲਓ ਭਈ ਉਹ ਸਮੇਂ ਦੇ ਇਹ ਇਲਾਕਿਆਂ ਦੇ ਵਿਦਵਾਨ ਸੀਗੇ, ਉਹਨਾਂ ਦਾ ਇਹ ਇੱਕ ਕਹਿ ਲਓ ਵੀ ਮਨੋਰਥ ਹੁੰਦਾ ਸੀਗਾ ਵੀ ਮੈਂ ਕਿਸੇ ਟਾਈਮ ਆਪਣੀ ਜ਼ਿੰਦਗੀ ਦੇ ਵਿੱਚ ਉੱਥੇ ਟੈਕਸਲਾ ਜਾ ਕੇ ਉੱਥੇ ਦੇ ਵਿਦਵਾਨਾਂ ਦੇ ਨਾਲ ਵੀ ਇਹ ਵਿਚਾਰਾਂ ਕਰਨ। ਸੋ ਇਹ ਸਿਰਫ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਕੁਛ ਤਰੀਕੇ ਨੇ ਜਿਨ੍ਹਾਂ ਰਾਹੀਂ ਵੀ ਸ਼ਬਦਾਵਲੀ ਇੱਕ ਲੈਂਗੁਏਜ ਦੀ ਦੂਸਰੀ ਲੈਂਗੁਏਜ ਦੇ ਵਿੱਚ ਵੀ ਜਾਂਦੀ ਹੈ, ਔਰ ਉਸ ਲੈਂਗੁਏਜ ਦੀ ਇੱਧਰ ਆਉਂਦੀ ਆ, ਮਤਲਬ ਜਿਹੜਾ ਆਦਾਨ ਪ੍ਰਦਾਨ ਆ ਵੀ ਲੈਣ ਦੇ ਜਿਹੜਾ ਹੁੰਦਾ। ਪੰਜਾਬੀ ਖਿੱਤਾ ਸੀ ਉਹ ਸੀਵਾ ਹੀ ਬਹੁਤ ਵੱਡਾ ਤੇ ਅੱਜ ਵਾਲਾ ਪੰਜਾਬ ਨਾਲ ਸੋਚ ਸਮਝ ਲੈਣ। ਬਿਲਕੁਲ ਉਸ ਟਾਈਮ ਬਹੁਤ ਵੱਡਾ ਖਿੱਤਾ ਸੀ। ਅੱਜ ਤੇ ਇਹ ਕਰਨ ਦੇ ਨੇ ਵੀ ਈਵਨ ਹਰਿਆਣੇ ਦੇ ਵਿੱਚ ਵੀ ਅਗਲੇ ਜਿਹੜੇ ਆ ਵੀ ਪੰਜਾਬੀ ਨੂੰ ਹੌਲੀ ਹੌਲੀ ਮਕਾਈ ਜਾਂਦੇ ਨੇ। ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਮਕਾਤੀ ਆ, ਇੱਧਰੋਂ ਜੰਮੂ ਕਸ਼ਮੀਰ ਦੇ ਵਿੱਚੋਂ ਮਕਾਤੀ, ਰਾਜਸਥਾਨ ਚੋਂ ਮਕਾ ਰਹੇ ਨੇ, ਮੁਕਾ ਵੀ ਬੜੇ ਤਰੀਕੇ ਨਾਲ ਨਫ਼ਰਤ ਪੈਦਾ ਕਰਕੇ ਪੰਜਾਬ ਦੇ ਵਿੱਚੋਂ ਪੰਜਾਬੀ ਮਕਾਈ ਜਾਂਦੇ ਨੇ। ਉਹ ਕਹਿੰਦੇ ਵੀ ਜਿਹੜਾ ਪੰਜਾਬੀ ਬੋਲਦਾ ਗਵਾ ਰਿਹਾ। ਬਿਲਕੁਲ। ਸੋ ਉਹ ਚੀਜ਼ਾਂ ਤੁਸੀਂ ਉਹਨੂੰ ਪਾਸੇ ਰੱਖ ਕੇ ਭਈ ਜਿਹੜਾ ਇਤਿਹਾਸ ਆ ਉਹਨੂੰ ਉਸ ਸਮੇਂ ਦੇ ਵਿੱਚ ਰੱਖ ਕੇ ਤੇ ਫੇਰ ਸੋਚੋ। ਸਹੀ ਗੱਲ। ਫੇਰ ਤੁਹਾਨੂੰ ਜਿਹੜਾ ਆ ਵੀ ਉਹ ਅਸਲੀਅਤ ਜਿਹੜੀ ਆ ਵੀ ਉਹ ਪਤਾ ਲੱਗਣੀ ਹੈ। ਨਹੀਂ, ਇਹਦੇ ਵਿੱਚ ਜਿਹੜਾ ਮੈਕੌਲਫ ਇੱਕ ਹੋਰ ਟਪਲਾ ਖਾ ਰਿਹਾ, ਉਹ ਕਹਿ ਰਿਹਾ ਕਿ ਜਿਹੜੀ ਬਾਣੀ ਹੈਗੀ ਹੈ ਨਾ, ਇਸ ਬਾਣੀ ਦੇ ਭਗਤਾਂ ਦੀਆਂ ਹੋਰ ਰਚਨਾ ਵਿੱਚ ਜਿਹੜੀਆਂ ਭਾਰਤ ਦੇ ਹੋਰ ਹਿੱਸਿਆਂ ਵਿੱਚ ਸੰਭਾਲ ਕੇ ਰੱਖੀਆਂ ਹੋਈਆਂ ਫਰਕ ਹੈ ਦਾ ਯਾਨੀ ਕਿ ਮਤਲਬ ਭਗਤਾਂ ਦੀਆਂ ਹੋਰ ਰਚਨਾਵਾਂ ਵੀ ਹੈਗੀਆਂ, ਉਹਨਾਂ ਨੂੰ ਵੀ ਜਸਟੀਫਾਈ ਕਰੀ ਜਾਂਦਾ ਪਿਆ। ਹਾਂ ਬਿਲਕੁਲ। ਔਰ ਉਹਦੇ ਵਿੱਚ ਜਿਹੜਾ ਆ ਵੀ ਉਹ ਗੱਲ ਸਮਾਂ ਕੇ ਵੀ ਉੱਪਰ ਸਹੀ ਲਿਖੀ ਗਈ ਆ ਵੀ ਜਾਂ ਉੱਪਰ ਜਾਂ ਅੱਗੇ ਜਾ ਕੇ ਮੇਰੇ ਖਿਆਲ ਆਉਣੀ ਆ ਜੀ, ਵੀ ਜਿਹਦੇ ਵਿੱਚ ਵੀ ਇਹ ਗੱਲ ਕਹੀ ਗਈ ਆ ਵੀ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਉਹਦੀ ਔਥੈਂਟਿਸਿਟੀ ਦੇ ਉੱਤੇ ਕੋਈ ਸਵਾਲ ਨਹੀਂਗਾ, ਕਿਉਂਕਿ ਗੁਰੂ ਪਾਤਸ਼ਾਹ ਨੇ ਆਪ ਇਕੱਠੀ ਕੀਤੀ ਆ ਤੇ ਉਹ ਜਿਹੜੀ ਔਥੈਂਟਿਸਿਟੀ ਆ ਉਹ ਮੇਨਟੇਨ ਕੀਤੀ ਗਈ ਆ। ਔਰ ਉਹ ਸਾਰਾ ਜਿਹੜਾ ਆ ਵੀ ਉਹ ਸਿਸਟਮ ਆ ਪੂਰਾ ਜੀ। ਨਹੀਂ ਹੁਣ ਆ ਜਿਹੜਾ ਰਵਿਦਾਸ ਭਗਤ ਰਵਿਦਾਸ ਜੀ ਦਾ ਜਿਹੜਾ ਇੱਕ ਹੋਰ ਸ਼ਬਦ ਕੱਢ ਕੇ ਇੱਕ ਪੂਰਾ ਗ੍ਰੰਥ ਬਣਾ ਗਿਆ ਆ, ਉਹ ਇਸੇ ਹੀ ਤਰ੍ਹਾਂ ਦੀਆਂ ਥਿਊਰੀਆਂ ਦੇ ਵਿੱਚੋਂ ਨਿਕਲਦਾ ਆ ਸਾਰਾ ਕੁਝ, ਜਿਹੜੇ ਇਹੋ ਜਿਹੀਆਂ ਥਿਊਰੀਆਂ ਦੇ ਕੇ ਜਾ ਚੁੱਕੇ ਜਿਹੜੀ ਕਿ ਬਿਲਕੁਲ ਹੀ ਹਮਲੇ ਦਾ ਹਿੱਸਾ ਨੇ। ਤੇ ਕਿਉਂਕਿ 40 ਸ਼ਬਦ ਨੇ ਭਗਤ ਰਵਿਦਾਸ ਜੀ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਤੇ ਹੁਣ ਉਹ ਕਹਿ ਰਹੇ ਨੇ ਵੀ 200 ਸ਼ਬਦ ਹੋਰ ਲੱਪਿਆ, 240 ਹੋ ਗਏ ਤੇ ਉਹਦਾ ਆ ਕੇ ਗ੍ਰੰਥ ਬਣਾਤਾ। ਤੇ ਇਦਾਂ ਜਿਹੜੀ ਕਬੀਰ ਗ੍ਰੰਥਾਵਲੀ ਆ ਉਹਦੇ ਵਿੱਚ ਵੀ ਸਾਫ਼ ਹੀ ਜਿਹੜੀ ਮਤਲਬ ਈਵਨ ਇੱਕ ਸਿੰਪਲ ਜੀ ਜਿਹੜੀ ਰੀਡਿੰਗ ਆ ਉਹਦੇ ਵਿੱਚੋਂ ਹੀ ਕਈ ਬੰਦੇ ਮਤਲਬ ਜਿਹੜੇ ਕਈ ਆਪਸੀ ਕੰਟਰਾਡਿਕਟਰੀ ਸਟੇਟਮੈਂਟ ਆ ਜਿਹੜੀਆਂ ਉਹ ਨਿਕਲ ਆਉਂਦੀਆਂ। ਤੇ ਜਦੋਂ ਤੁਸੀਂ ਵੇਖਦੇ ਆ ਵੀ ਇਹ ਕਿੱਦਾਂ ਹੋ ਗਿਆ, ਇਹ ਭਗਤ ਕਬੀਰ ਕਿੱਦਾਂ ਲਿਖ ਸਕਦੇ ਆ, ਫਿਰ ਤੁਹਾਨੂੰ ਇਹ ਪਤਾ ਲੱਗ ਜਾਂਦਾ ਵੀ ਜਦੋਂ ਤੁਸੀਂ ਚੈੱਕ ਕਰਦੇ ਆ ਵੀ ਅੱਛਾ ਇਹ ਗੁਰੂ ਗ੍ਰੰਥ ਸਾਹਿਬ ਵਾਲੀ ਬਾਣੀ ਆ ਵੀ ਉਸ ਤੋਂ ਬਾਹਰ ਦੀ ਆ ਇਹ, ਵੀ ਇਹ ਨਹੀਂ ਉਹ ਵੀ ਜਿਹੜੀ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਭਗਤ ਕਬੀਰ ਦੀ ਆ ਸਿਰਫ ਉਹਦੀ ਪੜਚੋਲ ਕਰਦੇ ਆ ਉਹਦੇ ਵਿੱਚੋਂ ਤੁਹਾਨੂੰ ਕਿਤੇ ਵੀ ਕੋਈ ਕੰਟਰਾਡਿਕਸ਼ਨ ਨਹੀਂ ਦਿਖਦੀ। ਤੇ ਉਹ ਚੀਜ਼ਾਂ ਜਿਹੜੀਆਂ ਉਹ ਆਪਣੇ ਆਪ 'ਚ ਇੰਡੀਕੇਟ ਕਰ ਦਿੰਦੀਆਂ ਵੀ ਇਹ ਜਿਹੜੇ ਮਿਲਾਵਟਾਂ ਕਰਕੇ ਤੇ ਗ੍ਰੰਥਾਵਲੀ ਵੱਡੀ ਕਰ ਦਿੱਤੀ ਗਈ। ਔਰ ਉੱਦਾਂ ਹੀ ਭਗਤ ਰਵਿਦਾਸ ਜੀ ਦਾ ਹੁਣ ਜਿਹੜਾ ਆ ਵੀ ਉਹਨੂੰ ਇਹ 40 ਤੋਂ 240 ਕਰਕੇ ਤੇ ਉਹ ਵੱਡੀ ਕਰ ਦਿੱਤੀ ਗਈ, ਸਿਰਫ ਇਸ ਕਰਕੇ ਵੀ ਵਿਪਰ ਨੂੰ ਜਿਹੜੇ ਚੈਲੰਜ ਹੁੰਦੇ ਆ ਉਹਨੂੰ ਕਮਜ਼ੋਰ ਕਰ ਸਕੇ ਤੇ ਆਪਣੀ ਜਿਹੜੀ ਹਮਲੇ ਆ ਉਹਨਾਂ ਦਾ ਉਹ ਮੁੱਢ ਜਿਹੜਾ ਉਹ ਬੰਨ ਲੈਂਦਾ ਹੈਗਾ। ਕਿਉਂਕਿ ਇਹ ਵੀ ਹਮਲਿਆਂ 'ਚ ਹਮਲਾ ਹੀ ਹੈ ਨਾ, ਜਦੋਂ ਕਿਹਾ ਜਾਂਦਾ ਹੈ ਕਿ ਭਗਤਾਂ ਦੇ ਨਾਮ ਨਾਲ ਗੁਰੂ ਕਿਉਂ ਨਹੀਂ ਲੱਗਦਾ। ਜਿਹੜੇ ਬਾਹਮਣ ਦੇ ਹੱਥ ਠੋਕੇ ਆ ਉਹ ਇਹਨਾਂ ਮੁੱਦਿਆਂ ਨੂੰ ਚੱਕਦੇ ਆ, ਬੜੇ ਵੱਡੇ ਪੱਧਰ ਤੇ ਚੱਕਦੇ ਆ। ਫਿਰ ਉਹ ਕਹਿੰਦੇ ਆ ਉਹਨਾਂ ਦੀ ਦਲੀਲ ਇਹ ਹੁੰਦੀ ਹੈ, ਦਲੀਲ ਤਾਂ ਚਲੋ ਕੋਈ ਬਹੁਤ ਹੀ ਸਿਆਣੀ ਦਲੀਲ ਨਹੀਂ ਹੈਗੀ, ਦਲੀਲ ਇਹ ਦਿੰਦੇ ਕਿ ਦੱਸੋ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਪਾਤਸ਼ਾਹ ਨੂੰ ਕਿੱਥੇ ਗੁਰੂ ਲਿਖਿਆ ਹੈ, ਉਹ ਥਾਂ ਤੇ ਲਿਖਿਆ ਉਹ ਗੱਲ ਤਾਂ ਉਹੀ ਹੈ ਨਾ
ਹੁਣ ਜਿਨ੍ਹਾਂ ਨੇ ਪੜ੍ਹਿਆ ਨਹੀਂ ਉਹਨਾਂ ਨੇ ਭੁਲੇਖਾ ਖਾ ਜਾਣਾ ਯਾਰ ਕਿ ਸੱਚੀ ਗੱਲ ਹੈ ਕਿ ਭਾਈ ਗੁਰੂ ਸਾਹਿਬ ਨੂੰ ਕਿੱਥੇ ਗੁਰੂ ਲਿਖਿਆ ਤੇ ਫਿਰ ਅਸੀਂ ਭਗਤਾਂ ਨੂੰ ਗੁਰੂ ਕਿਉਂ ਨਹੀਂ ਕਹਿ ਸਕਦੇ। ਯਾਨੀ ਕਿ ਤੁਸੀਂ ਇਹ ਦੇਖੋ ਭਾਜੀ ਕਿੰਨੇ ਤਰੀਕੇ ਦੇ ਨਾਲ, ਕਿੰਨੀ ਚਲਾਕੀ ਕਮੀਨਗੀ ਦੇ ਨਾਲ ਅੱਗ ਲਾਈ ਜਾ ਰਹੀ ਹੈ, ਅੱਗ ਲਾਈ ਜਾ ਰਹੀ ਆ, ਚਿੰਗਾਰੀ ਸੁੱਟੀ ਜਾ ਰਹੀ, ਅੱਗ ਲਾਈ ਜਾ ਰਹੀ ਹੈਗੀ ਹੈ ਕਿ ਕਿਸੇ ਤਰੀਕੇ ਨਾਲ ਕੌਮ ਦੇ ਵਿੱਚ ਕੋਈ ਨਾ ਕੋਈ ਵਿਵਾਦ ਖੜਾ ਕਰਕੇ ਕੌਮ ਦੀ ਜਿਹੜੀ ਤਰੱਕੀ ਦੇ ਰਾਹ ਦੇ ਵਿੱਚ ਰੁਕਾਵਟਾਂ ਖੜੀਆਂ ਕੀਤੀਆਂ। ਬਿਲਕੁਲ ਬਿਲਕੁਲ। ਔਰ ਉਹ ਜਿਹੜੀ ਗੱਲ ਆ ਵੀ ਇਹ ਢੱਡਰੀਆਂ ਵਾਲੇ ਨੇ ਕਹੀ ਆ ਇਹ ਹਾਂਜੀ ਭਈ ਵੀ ਭਗਤ ਰਵਿਦਾਸ ਨੂੰ ਗੁਰੂ ਰਵਿਦਾਸ ਕਹਿਣ 'ਚ ਕੀ ਪ੍ਰੋਬਲਮ ਆ। ਤੇ ਉੱਥੋਂ ਮਤਲਬ ਇਹ ਵੀ ਗੱਲ ਜਿਹੜੀ ਆ ਵੀ ਉਹ ਕਨਫਰਮ ਹੀ ਆਪ ਹੀ ਕਰ ਦਿੰਦੇ ਆ ਜਦੋਂ ਕਹਿੰਦੇ ਆ ਨਾ ਵੀ ਲਓ ਦੱਸੋ ਵੀ ਸਾਨੂੰ ਇਹ ਏਜੰਸੀਆਂ ਦੇ ਬੰਦੇ ਕਹਿੰਦੇ ਆ ਵੀ ਕੀ ਸਬੂਤ ਆ, ਅਸੀਂ ਕਦੋਂ ਪੈਸੇ ਲਏ ਤੇ ਕੀ ਕੀਤਾ। ਭਾਈ ਆਹ ਤੁਹਾਡੀਆਂ ਸਟੇਟਮੈਂਟਾਂ ਨੇ ਜਿਹੜੀਆਂ ਆਪਣੇ ਆਪ ਦੇ ਵਿੱਚ ਹੀ ਸਬੂਤ ਦੇ ਦਿੰਦੀਆਂ ਵੀ ਤੁਸੀਂ ਕਿਹਦੇ ਹੱਥ ਠੋਕੇ ਬਣ ਕੇ ਗੱਲਾਂ ਕਰਦੇ ਪਏ ਆ, ਕੰਮ ਜੋ ਕਰਦੇ ਪਏ ਉਹ ਕਿਹਦੇ ਹੱਥ ਠੋਕੇ ਬਣ ਕੇ ਕਰਦੇ ਪਏ ਆ। ਤੇ ਉਹ ਸਾਰਾ ਕੁਝ ਜਿਹੜਾ ਹੈਗਾ ਆ ਵੀ ਉਹ ਆਪਣੇ ਆਪ ਦੇ ਵਿੱਚ ਹੀ ਸਬੂਤ ਜਿਹੜਾ ਵੀ ਉਹ ਪ੍ਰੋਵਾਈਡ ਕਰ ਦਿੰਦਾ। ਤੇ ਜਿਹੜਾ ਹੈਗਾ ਆ ਵੀ ਇੱਥੇ ਆਪਾਂ ਸੀਮਤ ਜਿਹਾ ਕਹਿ ਲਓ ਵੀ ਸੰਖੇਪ ਜਿਹਾ ਸਰੋਤਿਆਂ ਨਾਲ ਸਾਂਝਾ ਕਰ ਦਈਏ ਜੀ ਭਈ ਗੁਰੂ ਉਹ ਆ ਭਈ ਜਿਹੜਾ ਇੱਕ ਸਿਸਟਮੈਟਿਕ ਤੌਰ ਦੇ ਉੱਤੇ ਦੂਸਰਿਆਂ ਨੂੰ ਜੋ ਉਹਨੇ ਸਿੱਖਿਆ ਆ ਬਿਲਕੁਲ ਉਹਦਾ ਪ੍ਰਚਾਰ ਤੇ ਪ੍ਰਸਾਰ ਕਰਦਾ ਹੈ। ਭਗਤ ਉਹ ਆ ਭਈ ਜਿਹੜਾ ਵਾਹਿਗੁਰੂ ਦੇ ਨਾਲ ਭਈ ਆਪਣੀ ਜਿਹੜੀ ਨੇੜਤਾ ਆ ਉਹਦੇ ਲਈ ਕੰਮ ਕਰ ਰਿਹਾ। ਬਿਲਕੁਲ। ਸੋ ਉਹਦੇ ਵਿੱਚ ਕੋਈ ਚੰਗੇ ਜਾਂ ਮਾੜੇ ਵਾਲੀ ਗੱਲ ਨਹੀਂ ਗੀ ਜੀ ਬਿਲਕੁਲ ਭਈ ਇਹਦੇ ਵਿੱਚੋਂ ਬੈਟਰ ਕੌਣ ਆ ਜਾਂ ਕਿ ਵੀ ਮਤਲਬ ਸੁਪੀਰੀਅਰ ਕੌਣ ਆ, ਸਹੀ ਗੱਲ ਭਈ ਉੱਪਰ ਕੌਣ ਆ। ਸਹੀ ਗੱਲ ਸਿਰਫ ਇੰਨੀ ਆ ਭਈ ਜਿੱਦਾਂ ਕਹਿ ਲਓ ਭਈ ਜੇ ਅੱਜ ਕੱਲ੍ਹ ਦਾ ਤੁਸੀਂ ਐਜੂਕੇਸ਼ਨ ਦਾ ਸਿਸਟਮ ਵੇਖਣਾ ਹੈ ਜੀ, ਇੱਕ ਹੈਗਾ ਆ ਪ੍ਰੋਫੈਸਰ, ਇੱਕ ਹੈਗਾ ਰਿਸਰਚਰ ਜੀ, ਭਾਵੇਂ ਦੋਵੇਂ ਇਕੱਠੇ ਪੜ੍ਹੇ ਹੋਣ ਜੀ ਤੇ ਦੋਵਾਂ ਨੇ ਇੱਕੋ ਥਾਂ ਤੋਂ ਹੀ ਡਿਗਰੀਆਂ ਕੀਤੀਆਂ ਹੋਣ, ਬਿਲਕੁਲ, ਪਰ ਦੋਵੇਂ ਆਪਣੀ ਜਿਹੜੀ ਨੌਲੇਜ ਆ ਉਹਨੂੰ ਅੱਡ-ਅੱਡ ਟੀਚਿਆਂ ਲਈ ਵਰਤ ਰਹੇ ਆ। ਬਿਲਕੁਲ। ਇੱਕ ਪ੍ਰੋਫੈਸਰ ਬਣ ਕੇ ਯੂਨੀਵਰਸਿਟੀ ਦੇ ਵਿੱਚ ਹੋਰ ਨਿਆਣਿਆਂ ਨੂੰ ਪੜ੍ਹਾ ਕੇ ਤੇ ਉਹਨਾਂ ਨੂੰ ਉਹ ਸਿੱਖਿਆ ਦੇ ਕੇ ਤੇ ਫਰਦਰ ਉਹ ਕਹਿ ਲਓ ਵੀ ਰਿਸਰਚਰ ਤੇ ਪ੍ਰੋਫੈਸਰ ਬਣਾ ਰਿਹਾ। ਇੱਕ ਹੈਗਾ ਆ ਵੀ ਜਿਹਨੇ ਨੌਲੇਜ ਇਕੱਠੀ ਕਰਕੇ ਤੇ ਰਿਸਰਚਰ ਬਣ ਕੇ ਤੇ ਉਹ ਸਿਰਫ ਉਸ ਸਬਜੈਕਟ ਦੇ ਉੱਤੇ ਜਾਂ ਉਹ ਜਿਹੜੇ ਵਿਸ਼ੇ ਦਾ ਮਾਹਰ ਆ ਉਸ ਵਿਸ਼ੇ ਦੇ ਉੱਤੇ ਵੀ ਉਹ ਫਰਦਰ ਰਿਸਰਚ ਕਰਕੇ ਉਹਨੂੰ ਉਹ ਹੋਰ ਧੁਰ ਤੱਕ ਲਿਜਾਣਾ ਚਾਹੁੰਦਾ ਵੀ ਮੈਂ ਕਿੱਥੇ ਕੁ ਤੱਕ ਇਹਦਾ ਅੰਤ ਜਿਹੜਾ ਵੀ ਕਿੱਥੇ ਕੁ ਤੱਕ ਪਾ ਸਕਦਾ। ਬਿਲਕੁਲ। ਸੋ ਉਹ ਫਰਕ ਆ। ਬਿਲਕੁਲ। ਔਰ ਉਹਨੂੰ ਜੇ ਆਪਾਂ ਉੱਥੇ ਲੈ ਜਾਈਏ ਮਤਲਬ ਐਗਜ਼ੈਕਟ ਨਹੀਂਗਾ ਇਹ, ਪਰ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਸਮਝਣ ਵਾਸਤੇ ਉਦਾਹਰਣ ਹੈ। ਸੋ ਉਹ ਹੀ ਜਿਹੜਾ ਆ ਵੀ ਉਹ ਗੁਰੂ ਦਾ ਤੇ ਭਗਤ ਦਾ ਹੈ। ਤੇ ਇਹੀ ਦਲੀਲ ਵਰਤ ਕੇ ਗੁਰੂ ਸਾਹਿਬ ਦੇ ਨਾਂ ਤੋਂ ਗੁਰੂ ਹਟਾਈ ਜਾਂਦੇ ਆ ਨਾ ਕਿ ਗੁਰੂ ਗ੍ਰੰਥ ਸਾਹਿਬ 'ਚ ਦੱਸੋ ਕਿੱਥੇ ਗੁਰੂ ਲਿਖਿਆ ਆ। ਹੁਣ ਗੱਲ ਹੈਗੀ ਹੈ ਕਿ ਜਦੋਂ ਤੁਹਾਡੇ ਭਾਜੀ ਦੀ ਜਾਂ ਤੁਹਾਡੇ ਭਾਈ ਸਾਹਿਬ ਦੀ ਗੱਲ ਆਉਂਦੀ ਹੈ ਉਹਨਾਂ ਦਾ ਨਾਂ ਲੈ ਕੇ ਕਿਉਂ ਨਹੀਂ ਤੁਸੀਂ ਗੱਲ ਕਰਦੇ? ਉੱਥੇ ਕਹਿੰਦੇ ਭਾਜੀ ਇਦਾਂ ਕਹਿੰਦਾ ਸੀ, ਉੱਥੇ ਮਤਲਬ ਭਾਜੀ ਇਦਾਂ ਕਹਿੰਦੇ ਸੀਗੇ, ਭਾਈ ਸਾਹਿਬ ਇਦਾਂ ਕਹਿੰਦੇ ਸੀਗੇ। ਬਹੁਤ ਵਧੀਆ ਗੱਲ ਆ, ਬਹੁਤ ਵਧੀਆ ਗੱਲ ਆ। ਜਿਹੜਾ ਭਾਜੀ ਦਾ ਤੁਹਾਡਾ ਨਾਂ ਆ ਉਹ ਨਾਂ ਲੈ ਕੇ ਗੱਲ ਕਰੋ। ਹਾਂ ਰਣਜੀਤ ਸਿੰਘ ਦਾ ਕਿਉਂਕਿ ਰਣਜੀਤ ਸਿੰਘ ਨੇ ਇਦਾਂ ਗਿਆ, ਰਣਜੀਤ ਨੇ ਕਿਹਾ ਜਦੋਂ ਇਹ ਕਹਿੰਦੇ ਨਾਨਕ ਨੇ ਕਿਹਾ ਆ ਇਹਨੂੰ ਕਹੋ ਰਣਜੀਤ ਨੇ ਕਿਹਾ ਆ। ਬਿਲਕੁਲ ਭਾਜੀ ਜ਼ੁਬਾਨ ਨਹੀਂ ਛੱਡਦੀ ਇਹਨਾਂ ਦੀ ਜਦੋਂ ਇਦਾਂ ਦੀ ਬਕਵਾਸ ਕਰਦੇ ਉੱਥੇ ਬਹਿ ਕੇ। ਭਾਈ ਇਹ ਜਿਹੜੇ ਬੰਦੇ ਇਹ ਨੇ ਇਹ ਆਪਣੇ ਆਪ ਨੂੰ ਹੀ ਇਦਾਂ ਵੀ ਆਪਣੀ ਅੰਦਰ ਪੜਚੋਲ ਲੈਣ ਭਈ ਜੋ ਇਹ ਕਰਦੇ ਪਏ ਨੇ ਵੀ ਉਹ ਸਹੀ ਆ ਕਿ ਗਲਤ ਆ। ਬਸ ਇੰਨਾ ਹੀ ਸਾਡਾ ਸਿਰਫ ਕੰਮ ਇੰਨਾ ਆ ਵੀ ਅਸੀਂ ਸ਼ੀਸ਼ਾ ਜਿਹੜਾ ਉਹ ਸਾਹਮਣੇ ਰੱਖ ਦੇਣਾ। ਨਹੀਂ ਭਾਜੀ ਆਪਣੇ ਪ੍ਰੋਗਰਾਮਾਂ ਰਾਹੀਂ ਰੱਖ ਵੀ ਰਹੇ ਆ। ਜੀ ਸਹੀ ਗੱਲ। ਬਾਕੀ ਉਹ ਤੁਹਾਡੀ ਆਪਣੀ ਧਿਆਨਦਾਰੀ ਆ ਵੀ ਤੁਸੀਂ ਦੇਖਦੇ ਆ ਕਿ ਨਹੀਂ ਦੇਖਦੇ। ਨਹੀਂ ਹੁਣ ਤਾਂ ਭਾਜੀ ਜਿੱਦਾਂ ਕਹਿ ਲਓ ਕਿ ਹੁਣ ਇਹ ਅਪਗ੍ਰੇਡ ਐਕਸਪੋਜ਼ ਹੁੰਦੇ ਜਾ ਰਹੇ ਆ। ਇਹਨਾਂ ਦੀ ਵੀ ਅਕਲ ਦਾ ਪੱਧਰ ਸਾਰਿਆਂ ਸਾਹਮਣੇ ਆਈ ਜਾ ਰਿਹਾ। ਜਦੋਂ ਇਹ ਜਾ ਕੇ ਕਿਸੇ ਨਾਲ ਫਸਦੇ ਆ ਜਾਂ ਕਿਸੇ ਦੇ ਪ੍ਰੋਗਰਾਮ 'ਚ ਜਾ ਕੇ ਕਾਲ ਕਰਦੇ ਆ ਤੇ ਉਹ ਸਗੋਂ ਵਧੀਆ ਵੀ ਆ, ਬਹੁਤ ਵਧੀਆ ਵੀ ਹੈ ਕਿ ਜਿਹੜੇ ਇਹ ਆਪਣੇ ਆਪ ਨੂੰ ਬਹੁਤ ਗਾਹਾਂ ਲੈ ਗਏ ਕਹਿੰਦੇ ਸਾਡੇ ਜਿੰਦਾ ਗਿਆਨ ਹੀ ਕਿਸੇ ਨੂੰ ਨਹੀਂ ਹੈਗਾ ਤੇ ਉਹ ਸਾਰਾ ਐਕਸਪੋਜ਼ ਹੋ ਜਾਂਦਾ ਆ। ਤੇ ਇੱਕ ਵਧੀਆ ਗੱਲ ਵੀ ਹੈਗੀ ਸਾਡੇ ਸਾਰਿਆਂ ਵਾਸਤੇ ਕਿ ਜਿਹੜੇ ਆਪਣੇ ਆਪ ਨੂੰ ਕਲੇਮ ਕਰਦੇ ਕਿ ਸਾਡੀ ਨਾ ਗੱਲਾਂ ਦੇ ਕਿਸੇ ਕੋਲ ਜਵਾਬ ਆ ਤੇ ਇੱਕ ਵਾਰ ਜੇ ਤੁਸੀਂ ਸਾਡੇ ਨਾਲ ਬਹਿ ਗਏ ਤਾਂ ਤੁਹਾਡੀਆਂ ਅਸੀਂ ਲੱਤਾਂ ਕੰਬਣ ਲਾ ਦੇਣੀਆਂ ਆ ਤੇ ਹੋਰ ਪਤਾ ਨਹੀਂ ਕੀ ਬਕਵਾਸ ਕਰਦੇ ਹੋ ਤੇ ਉਹ ਸਾਰਾ ਕੁਝ ਸਾਹਮਣੇ ਚੇਤੇ ਆ ਗਿਆ ਵੀ ਉਹ ਨਾ ਇੱਦਾਂ ਹੀ ਕਹਿ ਲਓ ਵੀ ਚੁਟਕਲਾ ਜਿਹਾ ਹੀ ਬਣਿਆ ਹੋਇਆ ਵੀ ਉਹ ਵੈਸੇ ਤੇ ਕਹਿੰਦੇ ਵੀ ਇਹ ਅਸਲ ਗੱਲ ਆ। ਹਾਂਜੀ। ਵੀ ਜਿਹੜੇ ਇਹ ਸਿਆਸਤਦਾਨ ਨੇ ਇਹਨਾਂ ਦੀਆਂ ਕਹਿ ਲਓ ਵੀ ਵਿੱਚੋਂ ਹੀ ਆਇਆ ਆ ਇਹ ਚੁਟਕਲਾ। ਉਹ ਕਹਿੰਦੇ ਵੀ ਇਹ ਵੀ ਜਿਹੜੇ ਆਜ਼ਾਦੀ ਤੋਂ ਪਹਿਲਾਂ ਵਾਲੇ ਸੀਗੇ ਸਿਆਸਤਦਾਨ ਤੇ ਉਹ ਇੱਕ ਗੱਲ ਸੁਣਾਉਂਦੇ ਹੁੰਦੇ ਆ ਵੀ ਉਹ ਕਹਿੰਦੇ ਵੀ ਇਹ ਵੀ ਗਾਂਧੀ ਜਿਹੜਾ ਆ ਵੀ ਇਹ ਜਿੰਨੇ ਜ਼ਿਆਦਾ ਮੌਨ ਵਰਤ ਰੱਖ ਲਵੇ ਉਨਾ ਹੀ ਚੰਗਾ ਆ ਕਿਉਂਕਿ ਜਦੋਂ ਬੋਲਦਾ ਕੋਈ ਨਾ ਕੋਈ ਪੌੜਾ ਹੀ ਪਾਉਂਦਾ। ਸਹੀ ਗੱਲ ਹੈ। ਗਾਲਾ ਭਾਜੀ ਚੁਟਕਲੇ ਤਾਂ ਮੈਨੂੰ ਹੋਰ ਚੁਟਕਲਾ ਕਿਉਂਕਿ ਇਹਨਾਂ ਨੂੰ ਇਹ ਵੀ ਚੁਟਕਲੇ ਇਹਨਾਂ ਨੂੰ ਛੇਤੀ ਸਮਝ ਆ ਜਾਂਦੇ।
ਉਹ ਨਾ ਇੱਕ ਸਕਿੱਟ ਜੀ ਘੁੰਮਦੀ ਫਿਰਦੀ ਫੇਸਬੁੱਕ ਤੇ, ਠੀਕ ਹੈ, ਚੁਟਕਲਾ ਹੀ ਬਣਾਇਆ ਅਗਲਿਆਂ ਨੇ ਨਾ। ਅਗਲਾ ਜਿੱਦਾਂ ਦਿਖਾਉਂਦਾ ਕਿ ਮੈਂ ਬੜਾ ਬਹਾਦਰ ਹਾਂ, ਠੀਕ ਹੈ, ਹੁੰਦਾ ਫੂਕਰਾ ਹੈ, ਜਿੱਦਾਂ ਆਪਣੇ ਅਪਗ੍ਰੇਡ ਹੈਗੇ ਆ। ਰਾਈਟ। ਉਹ ਕਹਿੰਦਾ ਹੈ ਕਿ ਭਾਈ ਮੈਂ ਨਾ ਬੜੇ ਟੈਂਕ ਪਲਟਾਏ, ਕਿਤੇ ਗਿਣਤੀ ਕਿਤੇ ਕਿੰਨੇ ਟੈਂਕ ਪਲਟਾਤੇ। ਤੇ ਮੂਰੇ ਵਾਲਾ ਬੰਦਾ ਪੁੱਛਦਾ ਕਿੱਦਾਂ, ਕੀ ਹੋਇਆ, ਤੂੰ ਟੈਂਕ ਕਿੱਦਾਂ ਪਲਟਾਤੇ ਭਾਈ? ਤੇ ਕਹਿੰਦਾ ਮੈਂ ਜਾਂਦਾ ਸੀਗਾ ਤੇ ਇੱਕ ਬੀਬੀ ਆ ਕੇ ਮੇਰੇ ਨਾਲ ਵੱਜੀ, ਸਾਈਕਲ ਵੱਜੀ ਉਹਦੀ, ਮੈਂ ਉਛਲ ਕੇ ਗਿਰਿਆ ਖਿਡੌਣਿਆਂ ਦੀ ਦੁਕਾਨ 'ਚ, ਤਾਂ ਉੱਥੇ ਜਿੰਨੇ ਟੈਂਕ ਸੀ ਸਾਰੇ ਪਲਟਾਤੇ। ਬਸ ਇਦਾਂ ਦੀ ਮਾਰਦੀ ਆ, ਉਦਾਂ ਦੀ ਮਾਰਦੀ ਆ, ਇਹ ਉਦਾਂ ਦੇ ਟੈਂਕ ਪਲਟਾਉਂਦੇ ਫਿਰਦੇ ਸਾਰੇ ਪਾਸੇ। ਤੇ ਫਿਰ ਦੱਸਦੇ ਕਿ ਸੀ ਜੀ ਟੈਂਕ ਪਲਟਾਤੇ ਸੀ, ਇਹ ਕਰਤਾ ਸੀ, ਉਹ ਕਰਤਾ। ਜਦੋਂ ਐਕਚੁਅਲ ਪਤਾ ਚੱਲਦਾ ਕਿਹੜੇ ਟੈਂਕ ਪਲਟਾਏ, ਫਿਰ ਕੀ ਪਿਕਚਰ ਕਲੀਅਰ ਹੋ ਜਾਂਦੀ, ਭਾਈ ਇਹ ਤਾਂ ਖਿਡੌਣਿਆਂ ਦੀ ਗੱਲ ਕਰਦੇ ਆ, ਇਹਨਾਂ ਦੀ ਇੰਨੀ ਕੁ ਹੈਸੀਅਤ, ਇੰਨੀ ਔਕਾਤ ਹੈਗੀ ਆ। ਆਹੋ, ਮੈਨੂੰ ਤਾਂ ਕਰਕੇ ਵੀ ਹਾਸਾ ਆਉਂਦਾ ਹੈਗਾ ਵੀ ਉਹ ਜਿਹੜੀ ਇਹ ਵੀ ਫੁਕਰੀਆਂ ਮਾਰਦੇ ਰਹੇ ਆ ਖੱਪ ਗ੍ਰੇਡ ਤੇ ਲਿਬੜੀ ਮੱਝ ਤੇ ਇਹ ਸਾਰੇ। ਹਾਂਜੀ ਹਾਂਜੀ। ਇਹ ਕਹਿੰਦਾ ਇਹ ਪਤਾ ਨਹੀਂ ਕੰਕਰੀਟ ਨਾਲ ਘੁਲਦਿਆਂ ਸਾਡੇ ਹੱਥ ਕੰਕਰੀਟ ਤੇ ਹੋ ਗਏ, ਲਿਬੜੀ ਮੱਝ। ਆਹੋ, ਤੇ ਸਾਡੇ ਕੁੱਟੇ ਤਾਂ ਅਗੇ ਸ਼ੌਲਾਂ ਨਾਲ ਚੱਕਣੇ ਪੈਂਦੇ ਆ। ਜੀ ਬਿਲਕੁਲ। ਤੇ ਮੈਂ ਕਿਹਾ ਵੀ ਉਹ ਕੰਕਰੀਟ ਵਾਲੇ ਹੱਥ ਜਿਹੜੇ ਮੋਮ ਹੋ ਗਏ ਆ ਹੁਣ। ਬਿਲਕੁਲ। ਕੀ ਹੋਇਆ ਕਿ ਕੰਕਰੀਟ ਨਾਲ ਖੇਡਣਾ ਬੰਦ ਹੋ ਗਿਆ? ਉਹ ਕਹਿੰਦੇ ਹੁਣ ਕਾਨੂੰਨ ਦੇ ਵਿੱਚ ਨਹੀਂ ਆਉਂਦਾ ਨਾ ਸਾਰਾ ਕੁਝ। ਬਲੋ ਆਪ ਸ਼ਿਕਾਇਤ ਕਰਨੀ ਹੁੰਦੀ ਆ ਉਦੋਂ ਤੇ ਠੀਕ ਆ ਵੀ ਇਹ ਵੀ ਹੱਕ ਆ, ਲੋਕਤੰਤਰ ਆ। ਤੇ ਜਦੋਂ ਕੋਈ ਹੋਰ ਸ਼ਿਕਾਇਤ ਕਰ ਦੇਵੇ ਤੇ ਫਿਰ ਕਿੱਦਾਂ ਪਿੱਟ ਸਿਆਪਾ ਪਾਇਆ ਹੁੰਦਾ, ਫਿਰ ਦੇ ਕਪੂਰ ਤੇ ਕਪੂਰ ਇਹ ਰਗੜਿਆ ਜਾ ਰਿਹਾ ਹੁੰਦਾ ਵੀ ਜਿਹੜੀਆਂ ਸਟੇਟਮੈਂਟਾਂ ਆਪਣੇ ਹੱਕ 'ਚ ਭੁਗਤਾਉਣੀਆਂ ਆ ਵੀ ਉਹ ਦੇ ਕੇ। ਉਹ ਤੇ ਬੇਈਮਾਨੀਆਂ ਨੇ ਵਾ, ਉਹੀ ਵੀ ਜਿੱਦਾਂ ਉਹ ਕਹਿੰਦੇ ਹੁੰਦੇ ਨਾ ਵੀ ਜਿੱਤ ਵੀ ਮੈਂ ਜਿੱਤਿਆ ਤੇ ਪੱਟ ਜਿਹੜਾ ਵੀ ਇਹ ਤੂੰ ਹਾਰਿਆ। ਨਹੀਂ ਗੱਲ ਭਾਜੀ, ਸਾਡਾ ਇਹ ਸਾਰੀ ਗੱਲ ਕਰਨ ਦਾ ਮਕਸਦ ਵੀ ਇਹੀ ਹੈ ਕਿ ਜਿਹੜੇ ਇਹ ਦੁਸ਼ਮਣ ਦੇ ਹੱਥ ਠੁੱਕੇ ਨੇ, ਕਿਸ ਤਰੀਕੇ ਨਾਲ ਕੌਮ ਦੇ ਵਿੱਚ ਅੱਗ ਲਾਉਂਦੇ ਨੇ, ਕਿਹੋ ਜਿਹੀਆਂ ਦਲੀਲਾਂ ਲੈ ਕੇ ਆਉਂਦੇ ਨੇ ਜਿਨ੍ਹਾਂ ਦੀ ਮਿੰਟ 'ਚ ਹਵਾ ਨਿਕਲੀ ਜਾ ਸਕਦੀ ਹੈ। ਲੇਕਿਨ ਗੱਲ ਕੀ ਹੈ, ਉਹਨਾਂ ਦਲੀਲਾਂ ਦਾ ਉਹਨਾਂ ਨੂੰ ਚੈਲੰਜ ਨਹੀਂ ਕਬੂਲ ਕਰਨਾ ਚਾਹੁੰਦੇ, ਉਹਨਾਂ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਉਹਨਾਂ ਦਲੀਲਾਂ ਦੇ ਜਵਾਬਾਂ ਦਾ, ਤੇ ਉੱਥੋਂ ਫਿਰ ਭੱਜਦੇ ਹੈਗੇ ਆ। ਜਦੋਂ ਭੱਜਦੇ ਆ ਤੇ ਉਹ ਇੱਕ ਇਹਨਾਂ ਦੇ ਸਰੋਤਿਆਂ ਨੂੰ ਵੀ ਸਮਝ ਆ ਜਾਣਾ ਚਾਹੀਦਾ ਕਿ ਇਹ ਭੱਜ ਕਿਉਂ ਰਹੇ ਹੈਗੇ ਆ, ਕੀ ਕਾਰਨ ਆ। ਜਿਹੜੇ ਸਿਆਣੇ ਸਰੋਤੇ, ਹਾਂ ਜਿਹੜੇ ਭੇਡਾਂ ਵਾਂਗ ਇਹਨਾਂ ਦੇ ਮਗਰ ਲੱਗੇ, ਚਲੋ ਉਹਨਾਂ ਦਾ ਆਪਣਾ ਹੈਗਾ ਆ, ਉਹਨਾਂ ਦੀ ਆਪਣੀ ਸੋਚਣ ਦਾ ਤਰੀਕਾ ਹੈਗਾ ਆ। ਲੇਕਿਨ ਜ਼ਰੂਰ ਜਿਹੜੇ ਸਿਆਣੇ ਬੰਦੇ ਨੇ, ਜਿਹੜੇ ਕੌਮ ਨੂੰ ਕਿਤੇ ਲੈ ਕੇ ਜਾਣਾ ਚਾਹੁੰਦੇ ਨੇ, ਜਿਹੜੀ ਯੰਗ ਜਨਰੇਸ਼ਨ ਹੈ ਉਹਨਾਂ ਨੂੰ ਸਿਆਣਾ ਬਣਾਉਣਾ ਚਾਹੁੰਦੇ ਨੇ, ਉਹਨਾਂ ਨੂੰ ਇਹਨਾਂ ਵਿਵਾਦਾਂ ਤੋਂ ਦੂਰ ਰੱਖ ਕੇ ਉਹਨਾਂ ਦਾ ਹੱਲ ਦੱਸਣਾ ਚਾਹੁੰਦੇ ਨੇ, ਉਹ ਜ਼ਰੂਰ ਸੋਚਣ ਕਿ ਇਹਨਾਂ ਬਾਰੇ ਕਿ ਇਹ ਅਪਗ੍ਰੇਡਾਂ ਦਾ ਮਕਸਦ ਕੀ ਹੈ। ਇਹਨਾਂ ਦਾ ਮਕਸਦ ਸਿਰਫ ਵਿਵਾਦ ਪੈਦਾ ਕਰਨਾ ਹੈ। ਬਿਲਕੁਲ। ਔਰ ਉਹਦੇ ਵਿੱਚ ਇਹ ਵੀ ਗੱਲ ਆ ਜਾਂਦੀ ਆ ਵੀ ਜਿੱਦਾਂ ਹੁਣ ਵੀ ਹਰੇਕ ਜਿਹੜਾ ਹੈਗਾ ਆ, ਇਹ ਖਾਸ ਤੌਰ ਤੇ ਅਪਗ੍ਰੇਡਾਂ ਦੇ ਮਗਰ ਲੱਗਿਆ ਜਾਂ ਢੱਡਰੀਆਂ ਵਾਲੇ ਦੇ ਮਗਰ ਲੱਗਿਆ ਹੋਇਆ ਜੀ, ਭਈ ਉਹ ਆਪਣੇ ਆਪ ਦੇ ਵਿੱਚ ਇਹ ਗੱਲ ਵਿਚਾਰੇ ਭਈ ਮੇਰੀ ਸਾਂਝ ਜਿਹੜੀ ਆ, ਭਈ ਜਿਹੜੇ ਵਖਰੇਵੇਂ ਆ ਉਹ ਤੇ ਉਹਨੂੰ ਪਤਾ ਹੀ ਹੋਣੇ ਆ ਭਈ ਮਿਸ਼ਨਰੀਆਂ ਨਾਲ, ਟਕਸਾਲੀਆਂ ਨਾਲ ਜਾਂ ਹੋਰਾਂ ਦੇ ਨਾਲ, ਭਈ ਆ ਜਿਹੜੇ ਆ ਵੀ ਇੱਥੇ ਅਸੀਂ ਵੱਖਰੇ ਵਿਚਾਰ ਰੱਖਦੇ ਹਾਂ। ਉਹ ਕੋਸ਼ਿਸ਼ ਇਹ ਕਰੇ ਵੀ ਸੋਚਣੇ ਦੀ ਵੀ ਇਹਨਾਂ ਦੇ ਨਾਲ ਮੇਰੀ ਸਾਂਝ ਕਿੱਥੇ ਕਿੱਥੇ ਆ। ਜੇ ਸਾਂਝ ਹੈ ਨਹੀਂ ਤੇ ਫਿਰ ਕੋਈ ਵੀ ਸਾਂਝ ਜੋ ਨਹੀਂ ਸੋਚ ਸਕਦਾ ਜੀ, ਫਿਰ ਉਹਨੂੰ ਇਹ ਸਮਝ ਲੈਣਾ ਚਾਹੀਦਾ ਆ ਵੀ ਉਹ ਫਿਰ ਕੌਮ ਦਾ ਹਿੱਸਾ ਨਹੀਂ ਰਿਹਾ। ਬਿਲਕੁਲ। ਕਿਉਂਕਿ ਈਵਨ ਜਦੋਂ ਅਸੀਂ ਵੇਖਦੇ ਹਾਂ ਵੀ ਆਪਣੇ ਹਰਦੇਵ ਸਿੰਘ ਜੰਮੂ ਹੁਣਾਂ ਦੇ ਨਾਲ ਆਪਾਂ ਕਿੰਨੇ ਪ੍ਰੋਗਰਾਮ ਕੀਤੇ ਆ, ਹਾਂਜੀ ਹਾਂਜੀ, ਭਈ ਉਹਦੇ ਵਿੱਚ ਭਈ ਸਾਡੇ ਜਿਹੜੇ ਵਖਰੇਵੇਂ ਆ ਉਹਨਾਂ ਦੇ ਨਾਲ ਜੀ, ਭਈ ਜਦੋਂ ਆਪਾਂ ਲੈਂਦੇ ਆ ਵੀ ਜਿਹੜੇ ਨਾਨਕਸ਼ਾਹੀ ਕੈਲੰਡਰ ਆ, ਹਾਂਜੀ, ਜਾਂ ਜਿਹੜਾ ਹੈਗਾ ਆ ਬਚਿੱਤਰ ਨਾਟਕ ਗ੍ਰੰਥ ਬਾਰੇ ਤਾਂ ਮੈਨੂੰ ਪਤਾ ਨਹੀਂਗਾ ਵੀ ਉਹਨਾਂ ਦੇ ਕੀ ਵਿਚਾਰ ਨੇ, ਪਰ ਨਾਨਕਸ਼ਾਹੀ ਕੈਲੰਡਰ ਬਾਰੇ ਮੈਨੂੰ ਪਤਾ ਆ ਵੀ ਉਹ ਵੱਖਰੇ ਵਿਚਾਰ ਰੱਖਦੇ ਆ ਜੀ। ਤੇ ਉਹ ਚੀਜ਼ਾਂ ਬਾਰੇ ਭਈ ਉਹਨਾਂ ਨੂੰ ਵੀ ਪਤਾ ਆ ਤੇ ਸਾਨੂੰ ਵੀ ਪਤਾ ਵੀ ਸਾਡੇ ਵਿਚਾਰ ਜਿਹੜੇ ਆ ਵੀ ਉਹ ਵੱਖਰੇ ਪਰ ਜਿਹੜਾ ਗੁਰੂ ਦਾ ਸਤਿਕਾਰ ਆ, ਬਿਲਕੁਲ, ਜੋ ਢੱਡਰੀਆਂ ਵਾਲੇ ਵੱਲੋਂ ਅਪਗ੍ਰੇਡਾਂ ਵੱਲੋਂ ਹਮਲੇ ਕੀਤੇ ਜਾ ਰਹੇ ਆ, ਬਿਲਕੁਲ, ਉਹਦੇ ਬਾਰੇ ਸਾਨੂੰ ਪਤਾ ਆ ਵੀ ਸਾਡੇ ਵਿਚਾਰ ਜਿਹੜੇ ਆ ਵੀ ਉਹ ਇੱਕੋ ਨੇ। ਜਿਹੜੀ ਰਹਿਤ ਮਰਿਆਦਾ ਆ ਉਹਦੇ ਬਾਰੇ ਸਾਨੂੰ ਪਤਾ ਆ ਵੀ ਸਾਡੇ ਵਿਚਾਰ ਜਿਹੜੇ ਨੇ ਉਹ ਇੱਕੋ ਨੇ। ਜਿਹੜੀ ਕੌਮ ਦੀ ਚੜ੍ਹਦੀ ਕਲਾ ਆ ਉਹਦੇ ਬਾਰੇ ਸਾਨੂੰ ਪਤਾ ਵੀ ਸਾਡੇ ਵਿਚਾਰ ਇੱਕੋ ਨੇ। ਸੋ ਇਸ ਕਰਕੇ ਭਈ ਸਾਂਝਾਂ ਜਿਹੜੀਆਂ ਨੇ ਉਹ ਆਪਣੀ ਜਗ੍ਹਾ ਦੇ ਉੱਤੇ ਜੇ ਨਹੀਂ ਹੈਗੀਆਂ ਤੇ ਫਿਰ ਇਹਦਾ ਮਤਲਬ ਆ ਵੀ ਤੁਸੀਂ ਅੱਡ-ਅੱਡ ਕੌਮਾਂ ਦੇ ਹਿੱਸੇ ਨੇ। ਔਰ ਉਹਨੂੰ ਜੇ ਸਮਝਣਾ ਹੋਵੇ ਤੇ ਇਸ ਹਿਸਾਬ ਦੇ ਨਾਲ ਵੇਖੋ ਵੀ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਉਹ ਆਪਸ ਦੇ ਵਿੱਚ ਜਿੰਨੀਆਂ ਮਰਜ਼ੀ ਵਿਰੋਧੀ ਹੋਣ, ਉਹਨਾਂ ਦਾ ਇੱਕ ਟੀਚਾ ਜਿਹੜਾ ਆ ਉਹ ਸਾਂਝਾ ਹੁੰਦਾ ਭਈ ਮੁਲਕ ਲਈ ਕੰਮ ਕਰਨਾ, ਬਿਲਕੁਲ, ਜਾਂ ਜਿਹੜਾ ਸਟੇਟ ਆ ਵੀ ਉਹਦੇ ਲਈ ਕੰਮ ਕਰਨਾ ਆ, ਪੰਜਾਬ ਸਟੇਟ ਜਿਹੜਾ, ਬਿਲਕੁਲ। ਸੋ ਜੇ ਉਹ ਸਾਂਝ ਹੈ ਨਹੀਂ ਗੀ ਜੀ,
ਫਿਰ ਇਹਦਾ ਮਤਲਬ ਆ ਵੀ ਉਹ ਸਿਆਸੀ ਪਾਰਟੀਆਂ ਜਿਹੜੀਆਂ ਉਹ ਅੱਡ-ਅੱਡ ਮੁਲਕਾਂ ਦੀਆਂ ਨੇ। ਬਿਲਕੁਲ ਸਹੀ ਗੱਲ ਹੈ। ਉਹ ਇੱਕ ਮੁਲਕ ਦੀਆਂ ਨਹੀਂ ਇੱਕ ਮੁਲਕ ਦੀ ਹੈ। ਜਿਹੜੀ ਦੂਜੀ ਸਿਆਸੀ ਪਾਰਟੀ ਹੈ ਉਹ ਉਸ ਮੁਲਕ ਦੀ ਚੜ੍ਹਦੀ ਕਲਾ ਨਹੀਂ ਚਾਹੁੰਦੀ, ਉਹ ਉਹਨੂੰ ਢਹਿੰਦੀ ਕਲਾ 'ਚ ਲੈ ਕੇ ਜਾਣਾ ਚਾਹੁੰਦਾ ਹੈ, ਉਹਨੂੰ ਬਰਬਾਦ ਕਰਨਾ ਚਾਹੁੰਦਾ, ਉਹਨੂੰ ਖਤਮ ਕਰਨਾ ਚਾਹੁੰਦਾ ਹੈ ਕਿ ਜਿਹੜਾ ਇਹ ਅਪਗ੍ਰੇਡ ਕਰ ਰਹੇ ਨੇ। ਕਿਉਂਕਿ ਇਹਨਾਂ ਦੇ ਉਹ ਵਾਲੀ ਕੋਈ ਸਾਂਝ ਤਾਂ ਹੈ ਨਹੀਂ ਜਿਹੜੀ ਅਸੀਂ ਹੁਣੀ ਗੱਲ ਕਰਕੇ ਹਟੇ ਹਾਂ। ਤੇ ਇਹ ਤੋਂ ਇਹੀ ਨਿਕਲਦਾ ਆ, ਇਹੀ ਨਤੀਜਾ ਨਿਕਲਦਾ ਕਿ ਇਹ ਦੁਸ਼ਮਣ ਦੇ ਹੱਥ ਠੋਕੇ ਨੇ। ਸੋ ਇਹ ਜਿੰਨੇ ਅਪਗ੍ਰੇਡ ਹੈਗੇ ਆ, ਅਪਗ੍ਰੇਡ ਭਈ ਜਿਹੜੇ ਕਹਿ ਲਓ ਵੀ ਮੂਰਖਾਂ ਮਗਰ ਲੱਗੇ ਹੋਏ ਨੇ, ਜਿਹੜੇ ਮੇਨ ਨੇ ਉਹਨਾਂ ਦਾ ਸਾਨੂੰ ਪਤਾ ਹੀ ਆ ਵੀ ਸਾਰੇ ਬੇਈਮਾਨ ਇਕੱਠੇ ਹੋਏ ਆ। ਪਰ ਜਿਹੜੇ ਮਗਰ ਲੱਗੇ ਨੇ ਇਹਨਾਂ ਦੇ, ਉਹ ਜ਼ਰੂਰ ਆਪਣੇ ਆਪ ਦੇ ਵਿੱਚ ਆਪਣੇ ਨਾਲ ਜਿਹੜੀ ਗੱਲਬਾਤ ਆ ਵੀ ਉਹਦੇ ਵਿੱਚ ਵਿਚਾਰ ਲੈਣ ਵੀ ਸਾਂਝਾਂ ਜੇ ਹੈਗੀਆਂ ਨੇ ਤੇ ਫਿਰ ਇਹਦਾ ਮਤਲਬ ਵੀ ਤੁਸੀਂ ਅਜੇ ਭਾਈ ਕੌਮ ਦਾ ਹਿੱਸਾ ਹੋ। ਪਰ ਜੇ ਉਹ ਸਾਂਝ ਖਤਮ ਹੋ ਚੁੱਕੀ ਆ ਬਿਲਕੁਲ ਹੀ, ਵੀ ਤੁਸੀਂ ਇੱਕ ਵੀ ਨਹੀਂ ਲਿਖ ਸਕਦੇ ਵੀ ਇੱਥੇ ਮੇਰੀ ਸਾਂਝ ਇਹਨਾਂ ਨਾਲ ਹੈਗੀ ਆ, ਫਿਰ ਤੁਸੀਂ ਬਿਲਕੁਲ ਵੱਖਰੀ ਕੌਮ ਦਾ ਹਿੱਸਾ ਬਣ ਗਏ ਆ। ਬਿਲਕੁਲ ਉਹ ਜਿੱਦਾਂ ਸੀਗੇ ਰਾਮ ਰਹੀਮ ਹੋਣੀ, ਜਿਨ੍ਹਾਂ ਨੇ ਪੂਰੀ ਆਪਣੀ ਸਿੱਖਾਂ ਨਾਲ ਦੁਸ਼ਮਣੀ ਪਾਲੀ ਹੈ। ਹੋਰ ਕਈ ਡੇਰੇ ਸੀਗੇ, ਰਾਧਾ ਸੁਆਮੀਆਂ ਦਾ ਸੀਗਾ, ਨਿਰੰਕਾਰੀਆਂ ਦਾ ਸੀਗਾ, ਤੇ ਇੱਕ ਉਹ ਸੀਗਾ ਲਾਈਟਾਂ ਵਾਲਾ ਬਾਬਾ, ਉਹਦਾ ਡੇਰਾ ਸੀਗਾ ਜਿਹਨੂੰ ਫ੍ਰਿਜ 'ਚ ਲਾਇਆ ਹੋਇਆ ਹੈ। ਉਹ ਫਿਰ ਤੁਸੀਂ ਹੁਣ ਉਸ ਕੈਟਾਗਰੀ 'ਚ ਚਲੇ ਗਏ। ਉਹ ਤਾਂ ਆਪਾਂ ਵੈਸੇ ਅੱਜ ਆਪਣੇ ਕਈ ਪ੍ਰੋਗਰਾਮਾਂ 'ਚ ਪਹਿਲਾਂ ਵੀ ਇਹ ਗੱਲ ਕਰ ਚੁੱਕੇ ਹਾਂ। ਜਦੋਂ ਤੁਸੀਂ ਇਹਨਾਂ ਨੂੰ ਉਸ ਕੈਟਾਗਰੀ, ਉਸ ਲਾਈਨ 'ਚ ਖੜਾ ਕਰ ਦੋਗੇ ਨਾ, ਤੁਹਾਨੂੰ ਪਿਕਚਰ ਸਾਰੀ ਕਲੀਅਰ ਹੋ ਜਾਣੀ ਕਿ ਇਹਨਾਂ ਲੋਕਾਂ ਦਾ ਪਰਪਸ ਕੀ ਹੈਗਾ, ਇਹਨਾਂ ਇਹ ਪ੍ਰਾਪਤ ਕੀ ਕਰਨਾ ਚਾਹੁੰਦੇ। ਸਿਰਫ ਸਿੱਖੀ ਦੀ ਜੜ੍ਹਾਂ 'ਚ ਤੇਲ ਦੇਣਾ ਚਾਹੁੰਦੇ, ਕਿਉਂਕਿ ਇਹਨਾਂ ਦੀ ਗੱਲਾਂ ਦੇ ਵਿੱਚੋਂ ਹੀ ਉਹ ਸਾਰਾ ਕੁਝ ਝਲਕਦਾ ਹੈਗਾ। ਅੱਗੇ ਜੇ ਅਸੀਂ ਆਪਣੇ ਮੁੜ ਆਪਣੇ ਆਰਟੀਕਲ ਵੱਲ ਵਧੀਏ ਭਾਜੀ, ਤੇ ਅੱਗੇ ਉਹ ਲਿਖਦੇ ਹਨ, ਜਿਹੜੇ ਮਕੌਲਫ ਨੇ ਲਿਖਿਆ ਸੀਗਾ, ਜਿਹਦੇ ਬਾਰੇ ਆਪਾਂ ਡਿਸਕਸ ਕਰ ਲਿਆ ਆ। ਤੇ ਅੱਗੇ ਫਿਰ ਉਹ ਲਿਖਦੇ ਹਨ ਕਿ ਗਿਆਨੀ ਗਿਆਨ ਸਿੰਘ ਜੀ ਅਤੇ ਮਕੌਲਫ ਸਾਹਿਬ ਦੇ ਉੱਪਰ ਦਿੱਤੇ ਹਵਾਲੇ ਤੋਂ ਹੇਠ ਲਿਖੇ ਨਤੀਜੇ ਨਿਕਲ ਸਕਦੇ ਹਨ। ਪਹਿਲਾ, ਭਗਤਾਂ ਦੀ ਬਾਣੀ ਗੁਰੂ ਅਰਜਨ ਸਾਹਿਬ ਨੇ ਇਕੱਠੀ ਕੀਤੀ ਸੀ। ਇਹ ਬਾਣੀ ਭਗਤਾਂ ਦੇ ਉਹਨਾਂ ਸੇਵਕਾਂ ਸ਼ਰਧਾਲੂਆਂ ਪਾਸੋਂ ਲਈ ਗਈ ਸੀ ਜੋ ਗੁਰੂ ਅਰਜਨ ਸਾਹਿਬ ਦੇ ਵੇਲੇ ਪੰਜਾਬ ਵਿੱਚ ਮੌਜੂਦ ਸਨ। ਦੂਜਾ, ਇਹਨਾਂ ਸੇਵਕਾਂ ਸ਼ਰਧਾਲੂਆਂ ਤੋਂ ਕਈ ਸ਼ਬਦਾਂ ਵਿੱਚ ਸੁੱਤੇ ਹੀ ਅਦਲਾ ਬਦਲੀ ਵੀ ਹੋ ਗਈ ਹੋਈ ਸੀ। ਤਾਂ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ਼ਬਦਾਂ ਨਾਲੋਂ ਭਾਰਤ ਦੇ ਹੋਰ ਹਿੱਸਿਆਂ ਵਿੱਚ ਭਗਤਾਂ ਦੇ ਸੰਭਾਲੇ ਸ਼ਬਦਾਂ ਦਾ ਕੁਝ ਫਰਕ ਹੈ ਤੇ ਇਹਨਾਂ ਵਿੱਚ ਕਈ ਪੰਜਾਬੀ ਪਦ ਮਿਲਦੇ ਹਨ। ਭਾਰਤ ਦੇ ਹੋਰ ਹਿੱਸਿਆਂ ਵਿੱਚ ਇਹ ਬਾਣੀਆਂ ਸਾਂਭ ਕੇ ਰੱਖੀਆਂ ਹੋਈਆਂ ਸਨ। ਪੰਜਾਬ ਵਿੱਚ ਦੇ ਸ਼ਰਧਾਲੂਆਂ ਨੇ ਬੇਪਰਵਾਹੀ ਜਿਹੀ ਕੀਤੀ ਹੋਈ ਸੀ। ਬਿਲਕੁਲ। ਤੇ ਤੀਜਾ ਲਿਖਦੇ ਹਨ ਕਿ ਗੁਰੂ ਅਰਜਨ ਸਾਹਿਬ ਤੋਂ ਪਹਿਲੇ ਗੁਰ ਵਿਅਕਤੀਆਂ ਨੂੰ ਭਗਤਾਂ ਦੀ ਬਾਣੀ ਨਾਲ ਵਾਹ ਨਹੀਂ ਪਿਆ ਜਾਂ ਉਹਨਾਂ ਨੂੰ ਭਗਤਾਂ ਦੀ ਬਾਣੀ ਦੇ ਪੜ੍ਹਨ ਵਿਚਾਰਨ ਦੀ ਲੋੜ ਨਹੀਂ ਪਈ। ਬਿਲਕੁਲ, ਇਹ ਮਤਲਬ ਉਹ ਕਹਿ ਰਹੇ ਨੇ ਵੀ ਜੋ ਲਿਖਿਆ ਗਿਆ ਉੱਪਰ, ਉਹ ਭਾਵੇਂ ਗੁਰਬਲਾਸ ਦੀਆਂ ਸਟੇਟਮੈਂਟਾਂ ਨੇ, ਭਾਵੇਂ ਮਕੌਲਫ ਦੀਆਂ ਨੇ, ਤੇ ਭਾਵੇਂ ਉਹਦੀਆਂ ਨੇ ਸੂਰਜ ਪ੍ਰਕਾਸ਼ ਦੀਆਂ, ਤੇ ਉਹਨਾਂ ਸਾਰੀਆਂ ਤੋਂ ਆਹ ਤਿੰਨ ਜਿਹੜੇ ਆ ਵੀ ਤੁਸੀਂ ਨਤੀਜੇ ਜਿਹੜੇ ਆ ਵੀ ਇਹ ਕੱਢ ਸਕਦੇ ਆ। ਹੁਣ ਉਹਨਾਂ ਨੇ ਮਤਲਬ ਨਤੀਜੇ ਕੱਢ ਦਿੱਤੇ ਆ, ਬਾਕੀ ਹੁਣ ਅੱਗੇ ਉਹ ਦੇਖਦੇ ਆ ਵੀ ਕਾਂ ਕੀ ਵਿਚਾਰ ਦਿੰਦੇ ਨੇ। ਹਾਂਜੀ, ਤੇ ਫਿਰ ਅੱਗੇ ਉਹ ਲਿਖਦੇ ਹਨ ਮਕੌਲਫ ਨੂੰ ਟਪਲੇ, ਯਾਨੀ ਕਿ ਉਹ ਜਿਹੜੇ ਉੱਪਰਲੇ ਵੀ ਟੀਚੇ ਉਹ ਵੀ ਹਾਸੋਹੀਣੇ ਨੇ। ਬਿਲਕੁਲ। ਤੇ ਮਕੌਲਫ ਸਾਹਿਬ ਦੇ ਸਲਾਹਕਾਰਾਂ ਨੇ ਉਸ ਨੂੰ ਇੱਕ ਅਜੀਬ ਕੁਰਾਹੇ ਪਾਇਆ ਜਾਪਦਾ ਹੈ। ਕੀ ਇਹ ਠੀਕ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਈ ਭਗਤਾਂ ਦੀ ਬਾਣੀ ਵਿੱਚ ਬਹੁਤੇ ਸ਼ਬਦ ਐਸੇ ਹਨ ਜੋ ਬਦਲਾਏ ਹੋਏ ਸਨ? ਵਿਚਾਰਨ ਵਾਲੀ ਗੱਲ ਤਾਂ ਇਹ ਹੈ ਕਿ ਮਕੌਲਫ ਦੇ ਸਲਾਹਕਾਰ ਸੱਜਣਾ ਨੇ ਇਹ ਕਿਵੇਂ ਮੰਨ ਲਿਆ ਕਿ ਪੰਜਾਬ ਤੋਂ ਬਾਹਰ ਭਗਤਾਂ ਦੀ ਬਾਣੀ ਠੀਕ ਰੂਪ ਵਿੱਚ ਸਾਂਭ ਕੇ ਰੱਖੀ ਹੋਈ ਸੀ ਤੇ ਪੰਜਾਬ ਵਿੱਚ ਦੇ ਸ਼ਰਧਾਲੂਆਂ ਤੋਂ ਇਸ ਵਿੱਚ ਅਦਲਾ ਬਦਲੀ ਹੋ ਗਈ, ਕਿਉਂਕਿ ਕੋਈ ਉਹਨਾਂ ਕੋਲ ਸੀਗੀ ਓਰੀਜਨਲ ਕੋਈ ਕਾਪੀ ਸੀਗੀ ਜਿਸ ਤੋਂ ਉਹ ਇਹ ਕਹਿ ਰਹੇ ਆ ਵੀ ਤੁਸੀਂ ਇਹ ਕਿਉਂ ਅਸਿਊਮ ਕਰ ਰਹੇ ਆ ਵੀ ਪੰਜਾਬ ਵਾਲੀ ਬਦਲੀ ਗਈ ਤੇ ਜਿਹੜੀ ਹੋਰ ਆ ਪੰਜਾਬ ਤੋਂ ਬਾਹਰ ਵਾਲੀ ਉਹ ਠੀਕ ਉਹ ਸ਼ੋਧਿਆ। ਹਾਂਜੀ ਬਿਲਕੁਲ, ਮੈਂ ਉਹੀ ਕਹਿਣਾ ਚਾਹੁੰਦਾ ਕਿ ਉਹਨਾਂ ਕੋਲ ਕੋਈ ਓਰੀਜਨਲ ਕਾਪੀ ਪਈ ਸੀ ਜਿਹਨਾਂ ਨਾਲ ਕੰਪੇਅਰ ਕੀਤਾ। ਰਾਈਟ ਬਿਲਕੁਲ ਕੋਈ ਇਦਾਂ ਦਾ ਸੀਗਾ। ਤੇ ਫਿਰ ਅੱਗੇ ਲਿਖਦੇ ਹਨ, ਇਹ ਗੱਲ ਮੰਨੀ ਪਰਮੰਨੀ ਹੈ ਕਿ ਭਗਤ ਕਬੀਰ ਜੀ ਦੇ ਪਿੱਛੋਂ ਕਬੀਰ ਪੰਥੀਆਂ ਵਿੱਚ ਇੱਕ ਸਾਧੂ ਕਬੀਰ ਦਾਸ ਹੋਇਆ ਹੈ ਜਿਸ ਨੇ ਬਹੁਤ ਸਾਰੀ ਕਵਿਤਾ ਲਿਖੀ ਹੈ। ਇੱਥੋਂ ਤਾਂ ਸਗੋਂ ਇਹ ਸਿੱਧ ਹੁੰਦਾ ਹੈ ਕਿ ਕਬੀਰ ਜੀ ਦੇ ਆਪਣੇ ਹੀ ਵਤਨ ਵਿੱਚ ਉਹਨਾਂ ਦੀ ਬਾਣੀ ਵਿੱਚ ਰਲਾ ਪੈਂਦਾ ਗਿਆ ਸੀ। ਅਦਲਾ ਬਦਲੀ ਹੋਣ ਦਾ ਸਭ ਤੋਂ ਵੱਡਾ ਕਾਰਨ ਇਹੀ ਹੋ ਸਕਦਾ ਹੈ ਕਿ ਸੇਵਕਾਂ ਸ਼ਰਧਾਲੂਆਂ ਨੇ ਕਬੀਰ ਜੀ ਦੀ ਬਾਣੀ ਜ਼ਬਾਨੀ ਹੀ ਯਾਦ ਕਰ ਰੱਖੀ ਹੋਵੇ, ਲਿਖ ਕੇ ਰੱਖਣ ਦਾ ਕੋਈ ਪ੍ਰਬੰਧ ਨਾ ਹੋ ਸਕਿਆ ਹੋਵੇ।
ਪਰ ਇਹ ਉਹ ਜ਼ਮਾਨਾ ਨਹੀਂ ਸੀ ਜਦੋਂ ਕਾਗਜ਼ ਕਲਮ ਦਵਾਤ ਨਾ ਮਿਲ ਸਕਦੇ ਹੋਣ। ਇਹ ਅਸੀਂ ਪਹਿਲਾਂ ਵੀ ਵਿਚਾਰ ਚੁੱਕੇ ਹਾਂ ਸਾਰੀ ਚੀਜ਼ਾਂ। ਤੇ ਇਹ ਅਣਹੋਂਦ ਤਾਂ ਵੇਦਾਂ ਦੇ ਸਮੇਂ ਸੀ, ਜਦੋਂ ਕਵੀ ਰਿਸ਼ੀ ਆਪਣੇ ਤੇ ਆਪਣੇ ਬਜ਼ੁਰਗਾਂ ਦੇ ਰਚੇ ਮੰਤਰ ਜ਼ਬਾਨੀ ਯਾਦ ਰੱਖਦੇ ਸਨ। ਮੁਸਲਮਾਨਾਂ ਦੇ ਰਾਜ ਵਿੱਚ ਕਾਗਜ਼ ਕਲਮ ਦਵਾਤ ਦੀ ਕੋਈ ਥੋੜ ਨਹੀਂ ਸੀ। ਸੋ ਪੰਜਾਬ ਵਾਸੀ ਜਿਸ ਸੇਵਕ ਸ਼ਰਧਾਲੂ ਨੇ ਕਿਸੇ ਭਗਤ ਦੀ ਬਾਣੀ ਲਿਆਂਦੀ ਹੋਵੇਗੀ, ਲਿਖ ਕੇ ਲਿਆਂਦੀ ਹੋਵੇਗੀ ਤੇ ਨੀਅਤ ਸਾਫ਼ ਹੁੰਦਿਆਂ ਲਿਖ ਕੇ ਰੱਖੀ ਹੋਈ ਕਿਸੇ ਬਾਣੀ ਵਿੱਚ ਆਪਣੇ ਆਪ ਅਦਲਾ ਬਦਲੀ ਨਹੀਂ ਹੋ ਸਕਦੀ। ਬਹੁਤ ਵਧੀਆ। ਹਾਂਜੀ। ਤੇ ਰੱਤਾ ਹੋਰ ਗੋਹ ਨਾਲ ਵਿਚਾਰੋ, ਭਗਤਾਂ ਦੀ ਬਾਣੀ ਵਿੱਚ ਰਲਾ ਪਾਉਣ ਵਾਲੇ ਜਾਂ ਅਦਲਾ ਬਦਲੀ ਕਰਨ ਵਾਲੇ ਕਿੱਥੋਂ ਦੇ ਲੋਕ ਹੋ ਸਕਦੇ ਸਨ? ਕੁਐਸਚਨ ਮਾਰਕ। ਉੱਤਰ ਬਿਲਕੁਲ ਸਾਫ਼ ਹੈ, ਸਿਰਫ ਉੱਥੇ ਦੇ ਲੋਕ ਜਿੱਥੇ ਕਿਸੇ ਭਗਤ ਦੀ ਬਹੁਤ ਮਸ਼ਹੂਰੀ ਹੋ ਚੁੱਕੀ ਹੋਵੇ, ਜਿੱਥੇ ਉਸ ਦੇ ਖਿਆਲਾਂ ਦਾ ਆਮ ਪ੍ਰਚਾਰ ਹੋ ਗਿਆ ਹੋਵੇ। ਫਿਰ ਕੌਣ ਲੋਕ ਰਲਾ ਪਾਉਂਦੇ ਹਨ ਜਾਂ ਅਦਲਾ ਬਦਲੀ ਕਰਦੇ ਹਨ? ਇਹ ਜਿਹੇ ਆਦਮੀ ਦੋ ਕਿਸਮ ਦੇ ਹੋ ਸਕਦੇ ਹਨ। ਇੱਕ ਉਹ ਜੋ ਇਹ ਚਾਹੁੰਦੇ ਹੋਣ ਕਿ ਪ੍ਰਸਿੱਧ ਹੋ ਚੁੱਕੇ ਭਗਤ ਦੀ ਬਾਣੀ ਦੇ ਨਾਲ ਲੋਕ ਸਾਡੀ ਕਵਿਤਾ ਵੀ ਆਦਰ ਸਨਮਾਨ ਦੇ ਨਾਲ ਪੜ੍ਹਨ। ਠੀਕ ਹੈ ਜੀ। ਤੇ ਦੂਜੇ ਉਹ ਲੋਕ ਜੋ ਭਗਤ ਦੇ ਪ੍ਰਚਾਰ ਵਿੱਚ ਗੜਬੜ ਚਾਹੁੰਦੇ ਹੋਣ। ਇਹ ਜੇ ਦੋਹਾਂ ਹੀ ਕਿਸਮਾਂ ਦੇ ਲੋਕ ਗੁਆਂਢੀ ਜਾਂ ਸ਼ਰੀਕ ਹੀ ਹੋ ਸਕਦੇ ਹਨ। ਗੁਰੂ ਸਾਹਿਬਾਨ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦਾ ਨਾਮ ਵਰਤ ਕੇ ਕਿੰਨਾ ਲੋਕਾਂ ਨੇ ਕਵਿਤਾ ਰਚਣੀ ਸ਼ੁਰੂ ਕੀਤੀ ਸੀ। ਸਤਿਗੁਰੂ ਜੀ ਦੇ ਵਤਨੀਆਂ, ਗੁਆਂਢੀਆਂ ਤੇ ਸ਼ਰੀਕਾਂ। ਸੋ ਭਗਤਾਂ ਦੀ ਬਾਣੀ ਦੇ ਬਦਲਣ ਦਾ ਦੋਸ਼ ਪੰਜਾਬ ਉੱਤੇ ਨਹੀਂ ਆ ਸਕਦਾ। ਜੇ ਕੋਈ ਅਦਲਾ ਬਦਲੀ ਹੋਈ ਹੈ ਤਾਂ ਉਹ ਭਗਤਾਂ ਦੇ ਆਪਣੇ ਹੀ ਵਤਨ ਵਿੱਚ ਹੋਈ ਹੈ। ਜੋ ਚੀਜ਼ ਭਗਤ ਜੀ ਦੇ ਵੇਲੇ ਦੀ ਜਾਂ ਨੇੜੇ ਦੇ ਸਮੇਂ ਦੇ ਪੰਜਾਬ ਵਿੱਚ ਲਿਖਤੀ ਸ਼ਕਲ ਵਿੱਚ ਅੱਪੜ ਚੁੱਕੀ ਹੈ, ਉਹ ਸਹੀ ਰੂਪ ਵਿੱਚ ਹੀ ਰਹੀ ਹੈ। ਬਿਲਕੁਲ, ਬਹੁਤ ਵਧੀਆ ਜੀ। ਬਹੁਤ ਵਧੀਆ ਦਲੀਲਾਂ ਦਿੱਤੀਆਂ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ। ਇਹ ਸਾਰੀਆਂ ਜਿਹੜੀਆਂ ਆ ਵੀ ਐਂ ਨਖੇੜਾ ਕਰ ਦਿੰਦੀਆਂ ਆ। ਹਾਂਜੀ। ਭਈ ਜਦੋਂ ਤੁਸੀਂ ਦੇਖਦੇ ਆ ਵੀ ਆਲੇ ਦੁਆਲੇ ਥੋੜ੍ਹਾ ਜਿਹਾ ਵੀ ਵਿਚਾਰਦੇ ਆ, ਤੁਹਾਨੂੰ ਪਤਾ ਲੱਗ ਜਾਂਦਾ ਵੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਵੀ ਕਿਵੇਂ ਹੋ ਰਿਹਾ ਸਾਰੇ ਇਹਨਾਂ ਨੁਕਤਿਆਂ ਦਾ। ਬਿਲਕੁਲ। ਤੇ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਵੀ ਉਹ ਬਿਲਕੁਲ ਸਾਡੇ ਵਿਚਾਰਨੇ ਵਾਲੀਆਂ ਨੇ ਵੀ ਜਿਹੜੀਆਂ ਅਸੀਂ ਅਜ਼ੰਪਸ਼ਨ ਜਿਹੜੀਆਂ ਨੇ ਜੀ ਉਹ ਲੈ ਲਈਦੀਆਂ ਵੀ ਉਹ ਆਪਣੇ ਆਪ ਦੇ ਵਿੱਚ ਹੀ ਵੀ ਕਈ ਤਰ੍ਹਾਂ ਦੇ ਮਸਲੇ ਖੜੇ ਕਰ ਦਿੰਦੀਆਂ। ਵੀ ਜਿੱਦਾਂ ਮੈਕੌਲਫ ਵਾਲੀ ਜਿਹੜੀ ਗੱਲ ਕੀਤੀ ਆ ਉਹਨਾਂ ਨੇ, ਤੇ ਉਹਦੇ ਵਿੱਚ ਵੀ ਬਿਲਕੁਲ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਵੀ ਇੱਕ ਆਮ ਇਹ ਸਿਸਟਮ ਜਿਹਾ ਬਣ ਗਿਆ ਆ ਵੀ ਜਿਹੜੀ ਜੋ ਚੀਜ਼ ਸਿੱਖਾਂ ਕੋਲੇ ਆ ਉਹਨੂੰ ਤੇ ਕਹਿ ਦੇਣਾ ਵੀ ਨਾ ਜੀ ਨਾ ਇਹਦੇ ਵਿੱਚ ਰੌਲਾ ਪੈ ਗਿਆ ਜੀ, ਇਹਦੇ ਵਿੱਚ ਇੱਦਾਂ ਹੋ ਗਿਆ, ਇਹ 'ਚ ਉੱਦਾਂ ਹੋ ਗਿਆ ਜੀ। ਔਰ ਉਹੀ ਚੀਜ਼ ਆ ਵੀ ਜਿਹੜੀ ਵੀ ਹੌਲੀ ਹੌਲੀ ਕਰਕੇ ਨਾ ਵੀ ਜੋ ਸਹੀ ਚੀਜ਼ਾਂ ਨੇ ਉਹਨਾਂ ਨੂੰ ਨਕਾਰ ਦਿਓ ਤੇ ਜਿਹੜੀਆਂ ਗਲਤ ਨੇ ਫਿਰ ਉਹਨਾਂ ਨੂੰ ਸਿਰ ਤੇ ਸਾਡੇ ਸੁੱਟ ਦਿਓ। ਬਿਲਕੁਲ। ਔਰ ਇਹੀ ਚੀਜ਼ ਵੀ ਜੋ ਇਹ ਕਰਦੇ ਪਏ ਨੇ ਅੱਜ ਖੱਪਗ੍ਰੇਡ ਤੇ ਹੋਰ ਸਾਰੇ ਤੇ ਜੋ ਜਿਹੜੀ ਜਿਨ੍ਹਾਂ ਨੂੰ ਇਹ ਹੈਂਡਲ ਕਰਦੇ ਪਏ ਨੇ ਆਪਣੇ ਪ੍ਰੋਫੈਸਰ ਸਾਹਿਬ ਸਿੰਘ ਨੇ ਜੀ, ਉਹ ਜਿਹੜਾ ਪੈਂਤੜਾ ਆ ਉਹ ਇਹਨਾਂ ਨੇ ਵੀ ਲਾਇਆ, ਜਿਹੜੇ ਮੈਕਲਾਊਡ ਵਾਲੇ ਗਰੁੱਪ ਵਾਲੇ ਸੀਗੇ ਵੀ ਹਿਊ ਮੈਕਲਾਊਡ ਕਰਕੇ ਹੋਇਆ ਸੀਗਾ ਈਸਾਈ ਮਿਸ਼ਨਰੀ। ਉਹਨੇ 1955 ਦੇ ਵਿੱਚ ਆਇਆ ਇੱਥੇ ਪੰਜਾਬ ਦੇ ਵਿੱਚ ਪੜ੍ਹਾਉਣ ਲਈ, ਨਿਊਜ਼ੀਲੈਂਡ ਤੋਂ ਹੀ ਗਿਆ ਸੀ। ਤੇ ਉਹਨੇ ਮਤਲਬ ਭਈ ਇੰਨੇ ਕੁ ਸਾਲ ਉਹਨੇ ਕੋਸ਼ਿਸ਼ ਕੀਤੀ ਭਈ ਸਿੱਖਾਂ ਨੂੰ ਈਸਾਈ ਬਣਾਉਣੇ ਦੀ, ਤੇ ਬਣੇ ਨਾ ਉਤੋਂ ਜੀ। ਤੇ ਉਹਨੇ ਫਿਰ ਹਿਸਾਬ ਕਿਤਾਬ ਲਾਇਆ ਭਈ ਜਿੰਨੀ ਦੇਰ ਤੱਕ ਭਈ ਸਿੱਖੀ ਇਹਨਾਂ ਦੇ ਦਿਲੋਂ ਦਿਮਾਗ ਦੇ ਵਿੱਚ ਵਸੀ ਹੋਈ ਹੈ ਉਨੀ ਦੇਰ ਤੱਕ ਨਹੀਂ ਇਹ ਕਨਵਿੰਸ ਹੁੰਦੇ ਬੰਦੇ ਜੀ। ਉਹਨੇ ਫਿਰ ਕੀ ਕੀਤਾ ਭਈ ਉਹ ਪਹਿਲਾਂ ਗਿਆ ਆਕਸਫੋਰਡ ਕੈਂਬਰਿਜ ਪੜ੍ਹਨੇ ਲਈ, ਉੱਥੋਂ PhD ਕੀਤੀ। ਉੱਦਾਂ MA ਕਰਕੇ ਗਿਆ ਸੀ ਇੱਥੋਂ ਰਿਲੀਜਨ ਦੇ ਵਿੱਚ ਓਟਾਗੋ ਯੂਨੀਵਰਸਿਟੀ ਤੋਂ। ਫਿਰ ਉਹ ਗਿਆ ਜੀ ਆਕਸਫੋਰਡ ਕੈਂਬਰਿਜ, ਉੱਥੋਂ ਉਹਨੇ PhD ਕੀਤੀ ਜੀ। ਤੇ ਫਿਰ ਉਹਨੇ ਕਿਤਾਬ ਲਿਖੀ ਗੁਰੂ ਨਾਨਕ ਪਾਤਸ਼ਾਹ ਦੇ ਉੱਤੇ। ਉਹਦੇ ਵਿੱਚ ਬਹੁਤ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਘੜੀਆਂ ਵੀ ਜਿਹਦੇ ਵਿੱਚ ਇੱਕ ਕਹਾਣੀ ਇਹ ਸੀਗੀ, ਕਹਿੰਦਾ ਵੀ ਗੁਰੂ ਨਾਨਕ ਸਾਹਿਬ ਨੇ ਉਦਾਸੀਆਂ ਕੀਤੀਆਂ ਹੀ ਨਹੀਂ, ਵੀ ਪੰਜਾਬ ਤੋਂ ਬਾਹਰ ਗਏ ਹੀ ਨਹੀਂ ਉਹ। ਠੀਕ ਹੈ। ਤੇ ਉਹਦਾ ਆ ਕੇ ਵੀ ਉਹ ਹਵਾਲਾ ਕੀ ਦਿੰਦਾ ਆ ਵੀ ਐਵੀਡੈਂਸ ਕੀ ਦਿੰਦਾ, ਕਹਿੰਦਾ ਵੀ ਜਿਹੜੇ ਨਾਮ ਨਾ ਗੁਰੂ ਪਾਤਸ਼ਾਹ ਦੀਆਂ ਉਦਾਸੀਆਂ ਦੇ ਵਿੱਚ ਆਉਂਦੇ ਆ ਵੀ ਇੱਥੇ ਉਹ ਸਾਰੇ ਪੰਜਾਬ ਦੇ ਵਿੱਚ ਮੌਜੂਦ ਨੇ। ਠੀਕ ਹੈ। ਵੀ ਜਾਨੀ ਕਿ ਮਤਲਬ ਵੀ ਇਹ ਕਹਿ ਦੇਣਾ ਵੀ ਪੰਜਾਬ ਦੇ ਵਿੱਚ ਆਪਾਂ ਟਾਂਡਿਆਂ ਦੀ ਗੱਲ ਕੀਤੀ ਸੀ ਨਾ, ਭਈ ਇਹ ਕਹਿ ਦੇਣਾ ਭਈ ਭਾਈ ਭਈ ਜੇ ਕੋਈ ਟਾਂਡੇ ਦੀ ਗੱਲ ਕਰ ਰਿਹਾ ਆ ਉਹ ਯੂਪੀ ਦਾ ਜਾਂ ਮੱਧ ਪ੍ਰਦੇਸ਼ ਦਾ ਕਿੱਦਾਂ ਹੋ ਸਕਦਾ ਵੀ ਉਹ ਤਾਂ ਪੰਜਾਬ ਦੇ ਵਿੱਚ ਟਾਂਡੇ ਹੈਗੇ ਆ। ਇਹਦਾ ਮਤਲਬ ਵੀ ਉਹ ਯੂਪੀ ਦੇ ਟਾਂਡੇ ਨਹੀਂ ਗਿਆ ਜਾਂ ਬਿਹਾਰ ਦੇ ਜਾਂ ਉੱਧਰ ਮੱਧ ਪ੍ਰਦੇਸ਼ ਦੇ ਟਾਂਡੇ 'ਚ ਨਹੀਂ ਗਿਆ, ਉਹ ਤੇ ਇੱਥੇ ਵਾਲੇ ਟਾਂਡੇ ਜਿਹੜੇ ਆ ਵੀ ਇੱਥੇ ਹੀ ਤੁਰ ਫਿਰ ਆਇਆ।
ਇਹ ਗਰਾਊਂਡ ਬਣਾ ਰਿਹਾ ਉਹ, ਮਤਲਬ ਵੀ ਗਰਾਊਂਡ ਉਹ ਸਿਰਫ ਇਹ ਇਦਾਂ ਦੀਆਂ ਗਰਾਊਂਡਾਂ ਇਦਾਂ ਦੀਆਂ ਗਰਾਊਂਡਾਂ ਬਣਾ ਰਿਹਾ ਉਹ। ਤੇ ਜਾਣੀ ਕਿ ਇਹ ਵੀ ਨਹੀਂ ਦੇਖਦਾ ਵੀ ਜਿਹੜੇ ਨਾਮ ਉਹ ਕਹਿ ਰਿਹਾ ਆ ਵੀ ਪੰਜਾਬ ਦੇ ਵਿੱਚ ਨੇ ਉਹ ਨਾਮ ਕਦੋਂ ਹੋਂਦ ਚ ਆਏ ਆ। ਬਿਲਕੁਲ। ਮਤਲਬ ਇਹ ਡਾਕਟਰ ਕਿਰਪਾਲ ਸਿੰਘ ਉਹਨਾਂ ਨੇ ਬੜੀ ਵਧੀਆ ਰਿਸਰਚ ਕੀਤੀ ਸੀ ਜਿਹੜੀ ਨਾ ਵੀ ਉਹਨਾਂ ਦੀ ਇੱਕ ਕਿਤਾਬ ਹੈਗੀ ਆ ਵਿਲੇਜ ਨੇਮਸ ਆਫ ਪੰਜਾਬ, ਠੀਕ ਹੈ, ਯਾਨੀ ਕਿ ਪੰਜਾਬ ਦੇ ਪਿੰਡਾਂ ਦੇ ਨਾਮ। ਉਹਨਾਂ ਨੇ ਉਹ ਨਾਵਾਂ ਦੀ ਹਿਸਟਰੀ ਜਿਹੜੀ ਆ ਉਹ ਕੱਢ ਕੇ ਤੇ ਪੂਰੀ ਇੱਕ ਕਿਤਾਬ ਛਾਪੀ, ਠੀਕ ਹੈ, ਵੀ ਆਹ ਪਿੰਡ ਜਿਹੜਾ ਆ ਕਦੋਂ ਹੋਂਦ ਚ ਆਇਆ ਤੇ ਕਿਹੜੇ ਬੰਦੇ ਨੇ ਵਸਾਇਆ ਸੀ, ਉਹਨੇ ਇਹਦਾ ਨਾਮ ਆਹ ਕਿਉਂ ਰੱਖਿਆ। ਬਹੁਤੇ ਪਿੰਡਾਂ ਦੇ ਨਾਮ ਜਿਹੜੇ ਆ ਉਹ ਪਿੰਡ ਵਸਾਉਣ ਵਾਲਿਆਂ ਦੇ ਨਾਮ ਦੇ ਉੱਤੇ ਹੀ ਸੀ, ਪਰ ਕਈ ਜਿਹੜੇ ਪਿੰਡ ਆ ਵੀ ਉਹ ਖਾਸ ਉਹਨਾਂ ਬੰਦਿਆਂ ਦੇ ਨਾਂ ਤੇ ਸੀਗੇ ਵੀ ਜਿਨ੍ਹਾਂ ਦੇ ਨਾਲ ਪਿੰਡ ਵਸਾਉਣੇ ਵਾਲੇ ਦਾ ਖਾਸ ਰਿਸ਼ਤਾ ਸੀ। ਵੀ ਜਿੱਦਾਂ ਆਧਾਰ ਲੈ ਲਓ ਵੀ ਗੋਇੰਦਵਾਲ ਜਿਹੜਾ ਉਹ ਬੰਦਾ ਜਿਹਨੇ ਵਸਾਇਆ ਉਹਦਾ ਨਾਮ ਗੋਇੰਦਾ ਸੀ, ਠੀਕ ਹੈ, ਉਹਨੇ ਵਸਾਇਆ ਗੋਇੰਦਵਾਲ, ਠੀਕ ਹੈ, ਪਰ ਉਹਦੇ ਕੋਲੋਂ ਮਤਲਬ ਵਸਿਆ ਨਹੀਂ, ਉਹਨੇ ਸ਼ੁਰੂ ਕੀਤਾ। ਠੀਕ ਹੈ। ਤੇ ਉਹ ਜਦੋਂ ਸ਼ਹਿਰ ਜਿਹੜਾ ਆ ਪ੍ਰਫੁੱਲਤ ਨਾ ਹੋਇਆ, ਡਿਵੈਲਪ ਨਾ ਹੋਇਆ, ਫਿਰ ਉਹ ਦੂਜੇ ਪਾਤਸ਼ਾਹ ਦੇ ਕੋਲੇ ਆਇਆ। ਉਹਨੇ ਕਿਹਾ ਵੀ ਇਹ ਵੀ ਇੱਦਾਂ ਵੀ ਮੈਂ ਆ ਜਿਹੜਾ ਵੀ ਸ਼ਹਿਰ ਵਸਾਇਆ ਤੇ ਪਰ ਇਹ ਤਰੱਕੀ ਨਹੀਂ ਕਰ ਰਿਹਾ, ਵਿਕਸਿਤ ਨਹੀਂ ਹੋ ਰਿਹਾ। ਫਿਰ ਦੂਜੇ ਪਾਤਸ਼ਾਹ ਨੇ ਤੀਜੇ ਪਾਤਸ਼ਾਹ ਨੂੰ ਵੀ ਉੱਥੇ ਭੇਜਿਆ, ਠੀਕ ਹੈ, ਵੀ ਗੋਇੰਦਵਾਲ ਸਾਹਿਬ। ਤੀਜੇ ਪਾਤਸ਼ਾਹ ਨੇ ਫਿਰ ਵੀ ਆਪਣੇ ਜਿਹੜੀ ਕਹਿ ਲਓ ਵੀ ਮਿਹਨਤ ਤੇ ਆਪਣਾ ਜਿਹੜਾ ਕਹਿ ਲਓ ਵੀ ਉਹਨਾਂ ਦਾ ਗਿਆਨ ਸੀਗਾ ਵੀ ਉਹ ਵਰਤ ਕੇ ਤੇ ਗੋਇੰਦਵਾਲ ਸਾਹਿਬ ਨੂੰ ਵੀ ਇੱਕ ਪੂਰਾ ਐਨ ਵਿਕਸਿਤ ਸ਼ਹਿਰ ਵਜੋਂ ਫਿਰ ਡਿਵੈਲਪ ਕੀਤਾ, ਪਰ ਉਹਦਾ ਨਾਮ ਗੋਇੰਦਵਾਲ ਹੀ ਰਿਹਾ ਹੈ। ਸਹੀ ਗੱਲ ਹੈ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਆਪਣੇ ਆਪ ਦੇ ਵਿੱਚ ਹਰੇਕ ਜਗ੍ਹਾ ਦਾ ਆਪਣਾ ਇਤਿਹਾਸ ਆ, ਤੇ ਉਹ ਚੀਜ਼ਾਂ ਜਿਹੜੀਆਂ ਆ ਵੀ ਉਹ ਬਿਲਕੁਲ ਵੀ ਇਹ ਜਿਹੜੇ ਹੈਗੇ ਨਾ, ਜਿੱਦਾਂ ਹੁਣ ਕਹਿ ਲਓ ਵੀ ਜਿਹਨੂੰ ਨਹੀਂ ਇਹ ਨੌਲੇਜ ਹੈਗੀ, ਹਾਂਜੀ, ਉਹਨੇ ਤੇ ਸਿੱਧੀ ਮੈਕਲਾਊਡ ਦੀ ਪੜ੍ਹ ਕੇ ਤੇ ਉਹ ਗਾਹ ਰਿਪੀਟ ਕਰਨ ਲੱਗ ਪਵੇ ਵੀ ਬਕਵਾਸ ਜਿਹੜੀ ਆ ਵੀ ਰੇਡੀਓ ਤੇ ਬਹਿ ਜਵੇ ਜਾਂ ਕੈਮਰਾ ਲਾ ਕੇ ਬਹਿ ਜਵੇ। ਸਹੀ ਗੱਲ ਹੈ। ਤੇ ਉੱਥੇ ਬਕਵਾਸ ਕਰਨ ਲੱਗ ਪਵੇ ਵੀ ਜੀ ਗੁਰੂ ਨਾਨਕ ਪਾਤਸ਼ਾਹ ਦੇ ਉਦਾਸੀਆਂ ਕੀਤੀਆਂ ਹੀ ਨਹੀਂ ਉਹਨਾਂ ਨੇ, ਸਹੀ ਗੱਲ ਹੈ, ਇਦਾਂ ਪੇਸ਼ ਕਰਨ ਲੱਗ ਪਏ ਵੀ ਸੱਚ ਇਹੀ ਆ, ਸੱਚ ਇਹੀ। ਸੋ ਉਹ ਤੋਂ ਸਾਨੂੰ ਬਚਣੇ ਦੀ ਲੋੜ ਆ। ਨਹੀਂ ਬਿਲਕੁਲ ਭਾਜੀ, ਜਿੱਦਾਂ ਹੁਣ ਇਹਨਾਂ ਨੇ ਕਿਹਾ ਹੈ ਕਿ ਜਿਹੜੀ ਭਗਤਾਂ ਦੀ ਬਾਣੀ ਪੰਜਾਬ ਦੇ ਵਿੱਚ ਸ਼ਰਧਾਲੂਆਂ ਤੋਂ ਸੀ ਉਹ ਚ ਹੋ ਗਿਆ, ਅਦਲਾ ਬਦਲਾ ਹੋ ਗਿਆ, ਰਲਾ ਹੋ ਗਿਆ। ਜਿਹੜੀ ਬਾਹਰ ਸੀਗੀ ਉਹ ਰਲਾ ਨਹੀਂ ਹੋਇਆ, ਉਹ ਠੀਕ ਹੈ, ਉਹ ਠੀਕ ਆ। ਹੁਣ ਜੇ ਅਸੀਂ ਇਹਨੂੰ ਥੋੜਾ ਹੋਰ ਸੌਖਾ ਸਮਝਣ ਵਾਸਤੇ ਕੰਪੇਅਰ ਕਰ ਲਈਏ, ਖੱਪ ਗ੍ਰੇਡ ਰੌਲਾ ਪਾਉਂਦੇ ਆ ਕਿ ਜੀ ਹਥਿਆਰ ਚੱਕਣਾ ਡਿਕਟੇਟ ਆਪਣਾ ਲੋਕਤੰਤਰ ਦੇ ਵਿੱਚ ਜਾਂ ਡੈਮੋਕ੍ਰੇਸੀ ਦੇ ਵਿੱਚ ਹਥਿਆਰ ਨਹੀਂ ਚੱਕੇ ਜਾ ਸਕਦੇ, ਜਾਂ ਜਿਹੜੇ ਹਥਿਆਰ ਚੱਕ ਕੇ ਜੋ ਹੈਗਾ ਆ ਉਹ ਸਿੱਖ ਜ਼ੁਲਮ ਕਰਦੇ ਆ, ਯਾਨੀ ਕਿ ਜਦੋਂ ਸਿੱਖ ਹਥਿਆਰ ਚੱਕ ਲਏ ਉਹ ਜ਼ਾਲਮ ਬਣ ਗਿਆ, ਜੇ ਕੋਈ ਦੂਜਾ ਹਥਿਆਰ ਚੱਕ ਲਏ ਉਹਦੇ ਗੀਤਾਂ ਨੂੰ ਵੀ ਇਹ ਪ੍ਰਮੋਟ ਕਰਦੇ ਆ, ਤੇ ਉਹ ਬੰਦਾ ਉਹਨੂੰ ਮੰਨਦੇ ਕਿ ਇਹ ਤਾਂ ਜੀ ਬੰਦਾ ਇਹਦੇ ਨਾਲ ਤਾਂ ਸਿੰਪੈਥੀ ਕਰੀ ਜਾਵੇ ਕਿ ਇਹ ਬੰਦੇ ਦੇ ਉੱਤੇ ਧੱਕਾ ਹੋ ਰਿਹਾ ਆ, ਇਹਦੇ ਵਰਗਾ ਤਾਂ ਹੀਰੋ ਹੀ ਨਹੀਂ ਕੋਈ। ਹਾਂ, ਉਹਨੂੰ ਹੀਰੋ ਬਣਾ ਕੇ ਪੇਸ਼ ਕਰਦੇ ਆ। ਯਾਨੀ ਕਿ ਉਹ ਮੈਂ ਗੱਲ ਕੰਪੇਅਰ ਕਰਦਾ ਹੁਣ ਜਿਹੜਾ ਸਿੱਧੂ ਮੂਸੇਵਾਲਾ ਦੇ ਨਾਲ ਜੋ ਇਹ ਕਰ ਰਹੇ ਆ ਇਹ ਲੋਕ ਜਿੰਨੇ ਵੀ ਖੱਪ ਗ੍ਰੇਡ ਇਕੱਠੇ ਹੋਏ ਆ, ਹੈ ਨਾ ਜੀ। ਹੁਣ ਇਹ ਤੋਂ ਵੀ ਇਸ ਐਗਜ਼ਾਮਪਲ ਤੋਂ ਵੀ, ਇਸ ਇਨਸੀਡੈਂਟ ਤੋਂ ਵੀ ਇਹਨਾਂ ਨੇ ਇਹ ਸਾਬਤ ਕਰ ਦਿੱਤਾ ਆ ਕਿ ਇਹ ਕੌਣ ਨੇ, ਇਹ ਕੀ ਹੁੰਦੇ ਨੇ। ਇਹ ਸਿੱਖੀ ਦੇ ਦੁਸ਼ਮਣ ਨੇ, ਸਿੱਖੀ ਦੀ ਜੜ੍ਹਾਂ 'ਚ ਤੇਲ ਦੇਣਾ ਚਾਹੁੰਦੇ ਨੇ। ਜਦੋਂ ਕੋਈ ਢਾਡੀ ਸਿੰਘ ਜਾਂ ਕੋਈ ਕਵੀਸ਼ਰ ਜਦੋਂ ਇਤਿਹਾਸ ਸੁਣਾਉਂਦਾ ਆ, ਜਾਂ ਇਤਿਹਾਸ ਦੇ ਵਿੱਚ ਹੁਣ ਕਈ ਤਰ੍ਹਾਂ ਦੀਆਂ ਇਨਸੀਡੈਂਟ ਹੁੰਦੇ ਨੇ, ਜੰਗਾਂ ਹੁੰਦੀਆਂ ਆ, ਕਈ ਵਰਤਾਰੇ ਹੁੰਦੇ ਆ, ਕਈ ਸਾਖੀਆਂ ਹੁੰਦੀਆਂ, ਉਹ ਸੁਣਾਈਆਂ ਜਾਂਦੀਆਂ ਆ। ਹੁਣ ਜੰਗਾਂ ਦੇ ਵਿੱਚ ਓਬਵੀਅਸਲੀ ਹਥਿਆਰ ਤਾਂ ਚੱਲਣੇ ਹੀ ਚੱਲਣੇ ਆ, ਤੇ ਉਹ ਸੁਣਾਉਣ ਦਾ ਤਰੀਕਾ ਉਹਨਾਂ ਦਾ ਥੋੜਾ ਜੋਸ਼ੀਲਾ ਹੁੰਦਾ ਆ। ਉਹਨਾਂ ਨੂੰ ਇਹ ਕਹਿੰਦੇ ਆ ਕਿ ਇਹ ਭੜਕਾ ਰਹੇ ਆ, ਇਹ ਕੌਮ ਦੇ ਨੌਜਵਾਨੀ ਨੂੰ ਕੁਰਾਹੇ ਪਾ ਰਹੇ, ਉਹਨਾਂ ਦੇ ਹਥਿਆਰ ਫੜਾ ਕੇ ਨੌਜਵਾਨੀ ਨੂੰ ਗਲਤ ਰਾਹੇ ਪਾ ਰਹੇ ਆ। ਲੇਕਿਨ ਜਿਹੜੇ ਸਿੰਗਰ ਬਕਵਾਸ ਗੀਤ ਲਿਖ ਕੇ, ਗੰਦੇ ਗੀਤ ਲਿਖ ਕੇ, ਅਸ਼ਲੀਲ ਗੀਤ ਲਿਖ ਕੇ ਹਥਿਆਰਾਂ ਨੂੰ ਪ੍ਰਮੋਟ ਕਰਦੇ ਆ, ਉਹਨਾਂ ਦੇ ਗੀਤਾਂ ਦੇ ਉੱਪਰ ਲਾ ਕੇ ਆਪਣੀਆਂ ਫੋਟੋਆਂ ਇਦਾਂ ਘੁਮਾਉਂਦੇ ਸਾਰੇ ਪਾਸੇ, ਉਹਨਾਂ ਨੂੰ ਪ੍ਰਮੋਟ ਕਰਦੇ ਆ, ਉਹ ਜਾਇਜ਼ ਆ। ਲੇਕਿਨ ਜੋ ਸਿੱਖ ਕਰਦੇ ਆ ਉਹ ਧੱਕਾ ਆ, ਉਹ ਨਜਾਇਜ਼ ਆ, ਉਹ ਇਲੀਗਲ ਆ, ਉਹ ਕਾਨੂੰਨ ਦੇ ਅੰਦਰ ਨਹੀਂ ਆਉਂਦਾ ਹੈਗਾ। ਜੇ ਫਰਕ ਸਮਝਣਾ ਨਾ, ਜਾਂ ਜਿਹੜਾ ਇਹ ਦੋਗਲਾਪਣ ਆ ਇਹਨੂੰ ਸਮਝਣਾ, ਤੇ ਉਹਦੇ ਲਈ ਤੁਸੀਂ ਇਹ ਵੇਖਿਓ ਵੀ ਫਰਕ ਜਿਹੜਾ ਆ ਉਹ ਹੀ ਆ ਜੋ ਅਣਖ ਤੇ ਫੁਕਰਪੁਣੇ ਚ ਹੁੰਦਾ। ਬਿਲਕੁਲ। ਸੋ ਇਹਨਾਂ ਨੂੰ ਅਣਖ ਤੋਂ ਅਲਰਜੀ ਆ, ਤੇ ਫੁਕਰਪੁਣੇ ਨੂੰ ਜਿਹੜੀ ਆ ਵੀ ਉਹਦੀ ਇਹ ਬੱਲੇ ਬੱਲੇ ਕਰਦੇ, ਇਹ ਬਾ ਫੁਕਰੇ ਬਣਨਾ ਚਾਹੁੰਦੇ ਆ, ਉਹ ਫੁਕਰੇ ਹੀ ਹੈਗੇ ਆ ਵੀ। ਔਰ ਉਹ ਜਿਹੜੀ ਆ ਕਹਿ ਲਓ ਵੀ ਪੂਰੀ ਕੌਮ ਨੂੰ ਜਿਹੜੇ ਜਾਂ ਇਹਦਾ ਮਗਰ ਲੱਗੇ ਹੋਏ ਆ ਵੀ ਉਹਨਾਂ ਨੂੰ ਉਹ ਕਹਿੰਦੇ ਆ ਵੀ ਫੁਕਰਪੁਣਾ ਜਿਹੜਾ ਆ ਉਹ ਤੇ ਬਹੁਤ ਵਧੀਆ ਚੀਜ਼ ਆ, ਪਰ ਅਣਖ ਜਿਹੜੀ ਆ ਵੀ ਅਣਖੀਲੇ ਹੋਣਾ ਜਿਹੜਾ ਆ ਵੀ ਉਹ ਮਾੜੀ ਗੱਲ ਆ, ਉਹ ਨਾ ਕਰਿਓ। ਜਿੱਥੇ ਕਿਤੇ ਅਣਖ ਦੀ ਲੋੜ ਹੋਵੇ ਉੱਥੇ ਤੇ ਝੱਟ ਗੋਡੇ ਟੇਕ ਦਿਓ, ਥੁੱਕ ਕੇ ਚੱਟ ਲਓ, ਮਾਫੀਆਂ ਮੰਗ ਲਓ, ਛਿੱਤਰ ਖਾ ਲਓ, ਸਭ ਠੀਕ ਆ, ਸਭ ਜਾਇਜ਼। ਪਰ ਫੁਕਰਪੁਣਾ ਜਿਹੜਾ ਆ, ਕਿਉਂਕਿ ਉਹ ਸ਼ਬਦਾਂ ਦਾ ਹੈਗਾ ਆ, ਇਹ ਫੁਕਰੀਆਂ ਮਾਰਨੀਆਂ, ਬਸ ਉਹ ਮਾਰੀ ਚੱਲੋ, ਸਹੀ ਗੱਲ ਹੈ ਜੀ। ਉਹ ਉੱਥੇ ਰੇਡੀਓ ਤੇ ਬਹਿ ਕੇ ਮਾਰੀ ਚੱਲੋ, ਤੁਸੀਂ ਆਪਣੀ ਫੇਸਬੁੱਕ ਤੇ ਮਾਰੀ ਚੱਲੋ, ਮੈਂ ਇਹ ਕਰ ਦੇਣਾ, ਉਹ ਕਰ ਦੇਣਾ ਆ,
ਤੇ ਜਦੋਂ ਮੌਕਾ ਬਣਦਾ ਆ ਤੇ ਫਿਰ ਬੰਦਾ ਮਾਫੀ ਮੰਗ ਜਾਂਦਾ ਹੈਗਾ ਆ। ਬਸ। ਯਾਨੀ ਕਹਿਣ ਦਾ ਭਾਵ ਹੈ ਕਿ ਇਹ ਜਿਹੜਾ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਸਿੱਟਾ ਕੱਢ ਕੇ ਦੱਸਿਆ, ਇਹ ਇਹਨਾਂ ਵਾਸਤੇ ਇਹੋ ਕੈਟਾਗਰੀ ਵਾਸਤੇ ਹੀ ਹੈ। ਬਿਲਕੁਲ, ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਸਮਝਾਇਆ ਕਿ ਕਿਹੜੀ ਕੈਟਾਗਰੀ ਹੈਗੀ ਹੈ ਜਿਹੜੀ ਇਦਾਂ ਦੀਆਂ ਅਫਵਾਹਾਂ ਫੈਲਾਉਂਦੀ ਹੈ, ਇਹੋ ਜਿਹੇ ਨੁਕਤੇ, ਇਹੋ ਜਿਹੇ ਭੜਕੀਲੇ ਨੁਕਤੇ ਚੱਕ ਕੇ ਕੌਮ ਦੇ ਵਿੱਚ ਵਿਵਾਦ ਪੈਦਾ ਕਰਦੇ ਔਰ ਹਨ। ਆਪਾਂ ਸ਼ਾਇਦ ਤੁਹਾਨੂੰ ਚੇਤੇ ਹੋਵੇ ਜੀ, ਤੇ ਆਪਾਂ ਪਹਿਲਾਂ ਵੀ ਕਈ ਪ੍ਰੋਗਰਾਮਾਂ ਦੇ ਵਿੱਚ ਵੀ ਇਹ ਗੱਲ ਰਿਪੀਟ ਕੀਤੀ ਆ ਵੀ ਇਹ ਬੰਦੇ ਕਦੀ ਵੀ ਕੋਈ ਮੌਕਾ ਨਹੀਂ ਜਾਣ ਦਿੰਦੇ, ਇਹ ਜਿਹੜੇ ਖੱਪ ਗ੍ਰੇਡ ਨੇ ਤੇ ਢੱਡਰ ਨਾਲ ਦੇ ਚੇਲੇ ਨੇ, ਬਿਲਕੁਲ ਭਈ ਜਿੱਥੇ ਸਿੱਖਾਂ ਦੇ ਖਿਲਾਫ ਨਫ਼ਰਤ ਉਗਲਣੀ ਹੋਵੇ ਬਿਲਕੁਲ ਉਹੋ ਜਿਹਾ ਕੋਈ ਮੌਕਾ ਨਹੀਂ ਜਾਣ ਦਿੰਦੇ। ਕੋਈ ਮੌਕਾ ਨਹੀਂ ਜਾਣ, ਭਾਵੇਂ ਉਹ ਹਰਜੀਤ ਸਿੰਘ ਸੱਜਣ ਦੇ ਬਾਰੇ ਇਹਨਾਂ ਨੇ ਬਕਵਾਸ ਕੀਤੀ ਆ, ਰਵੀ ਸਿੰਘ ਆ, ਭਾਵੇਂ ਰਵੀ ਸਿੰਘ ਬਾਰੇ ਬਕਵਾਸ ਕੀਤੀ ਆ, ਜਿੰਨੇ ਵੀ ਸਿਰ ਕੱਢ ਸਿੱਖ ਨੇ, ਬਿਲਕੁਲ ਜੀ, ਭਈ ਜਿਹੜੇ ਕਿਤੇ ਕੋਈ ਚੰਗਾ ਕੰਮ ਕਰ ਰਹੇ ਨੇ ਜੀ ਬਿਲਕੁਲ, ਉਹਨਾਂ ਨੂੰ ਹਮੇਸ਼ਾ ਹੀ ਇਹ ਨੈਗੇਟਿਵ ਤੌਰ ਦੇ ਉੱਤੇ ਪੇਸ਼ ਕਰਨ ਦੇ ਵਿੱਚ ਕੋਈ ਨਹੀਂ ਜਾਣ ਕੋਈ ਦਿੰਦੇ। ਨਹੀਂ ਜਾਣ, ਉਹ ਭਾਵੇਂ ਦਲੇਰ ਕੌਰ ਹੋਵੇ, ਭਾਵੇਂ ਉਹ ਬੀਬੀ ਗਗਨਦੀਪ ਕੌਰ ਹੋਵੇ, ਭਾਵੇਂ ਹੋਰ ਕੋਈ ਕੋਈ ਵੀ ਪ੍ਰਚਾਰਕ ਬੰਦਾ ਜਿਹੜਾ ਹੋਵੇ, ਕੋਈ ਪ੍ਰਚਾਰਕ ਕੋਈ ਹੋਵੇ, ਸ਼ਰੀਫ ਹੋਵੇ। ਪੰਥਪ੍ਰੀਤ ਸਿੰਘ ਹੋਣ, ਬਿਲਕੁਲ। ਧੁੰਦਾ ਜੀ ਹੋਣ, ਹੋਰ ਜਿੰਨੇ ਵੀ ਮਤਲਬ ਕੋਈ ਵੀ ਬੰਦਾ ਕੁਝ ਵੀ ਕੰਮ ਜਿਹੜਾ ਉਹ ਸਿੱਖੀ ਲਈ ਕਰਦਾ ਪਿਆ, ਬਿਲਕੁਲ ਇਹਨਾਂ ਤੋਂ ਜਰ ਨਹੀਂ ਹੁੰਦਾ। ਜਰ ਨਹੀਂ ਹੁੰਦਾ, ਜਿਹੜਾ ਬੰਦਾ ਸਿੱਖੀ ਦੀਆਂ ਜੜ੍ਹਾਂ 'ਚ ਤੇਲ ਦੇ ਰਿਹਾ ਆ, ਬਿਲਕੁਲ ਉਹਨੂੰ ਇਹ ਐਦਾਂ ਸਿਰ ਤੇ ਬਿਠਾਉਂਦੇ ਆ, ਹੀਰੋ ਬਣਾ ਕੇ ਪੇਸ਼ ਹੀਰੋ ਬਣਾ ਕੇ ਪੇਸ਼ ਕਰਦੇ ਆ ਵੀ ਲੈ ਵੀ ਇਹਦੇ ਵਰਗਾ ਬੰਦਾ ਹੀ ਕੋਈ ਨਹੀਂ ਹੈਗਾ। ਬਿਲਕੁਲ। ਤੋ ਉੱਥੋਂ ਸਾਨੂੰ ਕੋਈ ਸ਼ੱਕ ਹੀ ਨਹੀਂ ਰਹਿਣਾ ਚਾਹੀਦਾ ਵੀ ਸਹੀ ਗੱਲ ਇਹ ਹੈ। ਬੰਦੇ ਕਿਹੜੇ ਪਾਸੇ ਖੜੇ ਨੇ ਸਹੀ ਗੱਲ ਹੈ, ਤੇ ਕਿਹੜੇ ਟੀਚੇ ਲਈ ਕੰਮ ਕਰ ਰਹੇ ਕਿਹੜੇ ਟੀਚੇ ਲਈ ਕੰਮ ਕਰ ਜਿਹੜੀ ਭਾਜੀ ਬੜਾ ਸੌਖਾ ਆ ਸਮਝਣਾ ਜੇ ਅੱਜ ਦੇ ਸਮੇਂ ਦੇ ਹਿਸਾਬ ਨਾਲ ਦੇਖੀਏ ਜਿਹੜਾ ਹੁਣ ਮਸਲਾ ਭਖਿਆ ਪਿਆ ਆ ਹਥਿਆਰਾਂ ਦਾ। ਰਾਈਟ। ਤੁਸੀਂ ਹੁਣ ਚਲੋ ਉਹ 'ਚ ਵੀ ਇੱਕ ਦੋ ਵੈਸੇ ਹਾਸੋਹੀਣੀ ਗੱਲਾਂ ਹੋ ਗਈਆਂ ਆ Right. ਤੇ ਆਪੇ ਹੀ ਕਹਿ ਗਿਆ, ਆਪਣੇ ਮੂੰਹੋਂ ਹੀ ਕਹਿ ਗਿਆ ਆ ਜਿਹੜਾ ਆਪਣਾ ਰੌ ਦਾ ਏਜੰਟ ਹੈਗਾ। ਹੁਣ ਜਾਂ ਤਾਂ ਇਹਦੀ ਸੁਰਤ ਇਹਦੇ ਕੰਟਰੋਲ 'ਚ ਨਹੀਂ ਰਹਿੰਦੀ, ਇਹਨੂੰ ਪਤਾ ਹੀ ਨਹੀਂ ਲੱਗਦਾ ਮੈਂ ਕੀ ਕਹਿ ਰਿਹਾ ਆ ਜਾਂ ਮੈਂ ਕੀ ਕਿਹਾ ਸੀਗਾ ਪਿਛਲੇ ਪ੍ਰੋਗਰਾਮਾਂ 'ਚ, ਜਾਂ 5 ਮਿੰਟ ਪਹਿਲਾਂ ਜਾਂ 10 ਮਿੰਟ ਪਹਿਲਾਂ ਮੈਂ ਕੀ ਕਿਹਾ ਸੀਗਾ। ਹੁਣ ਉੱਥੇ ਹੁਣ ਤੁਹਾਨੂੰ ਚੇਤਾ ਹੋਣਾ ਇਹਨਾਂ ਦੇ ਸੈਂਕੜੇ ਪ੍ਰੋਗਰਾਮ ਹੋਣੇ ਆ ਭਾਜੀ ਜਿਨ੍ਹਾਂ 'ਚ ਇਹ ਰਾਗੀ ਸਿੰਘਾਂ ਨੂੰ, ਪ੍ਰਚਾਰਕਾਂ ਨੂੰ, ਕਵੀਸ਼ਰੀਆਂ ਨੂੰ, ਢਾਡੀ ਜੱਥਿਆਂ ਨੂੰ ਰਾਈਟ। ਭੰਡਦੇ ਰਹੇ ਹੈ ਕਿ ਇਹ ਜੀ ਨੌਜਵਾਨਾਂ ਦੇ ਹੱਥਾਂ 'ਚ ਹਥਿਆਰ ਫੜਾ ਰਹੇ ਹੈ। ਖਾਸ ਕਰਕੇ ਜਿਹੜੇ 80ਵੇਂ ਦੇ ਸਮਿਆਂ ਦੇ ਜਦੋਂ ਸਪੀਚਾਂ ਸੁਣਦੇ ਆ ਜਾਂ ਉਦੋਂ ਦੀ ਗੱਲਾਂ ਕਰਦੇ ਆ, ਉਦੋਂ ਹਥਿਆਰ ਫੜਾ ਰਹੇ, ਨੌਜਵਾਨੀ ਨੂੰ ਕੁਰਾਹੇ ਪਾ ਰਹੇ ਆ। ਹੁਣ ਆਪੇ ਹੀ ਮੰਨ ਗਏ, ਕਹਿੰਦੇ ਇਦਾਂ ਹੋ ਹੀ ਨਹੀਂ ਸਕਦਾ, ਕੋਈ ਕਿਸੇ ਨੂੰ ਹਥਿਆਰ ਨਹੀਂ ਕੋਈ ਫੜਾ ਕਿਸੇ ਨੂੰ ਹਥਿਆਰ ਨਹੀਂ ਫੜਾ ਸਕਦਾ। ਕਹਿੰਦਾ ਉਹ ਤੁਹਾਡੇ ਅੰਦਰ ਹੀ ਉਹ ਫਿਰ ਪਤਾ ਨਹੀਂ ਕੁਕੜੀ ਦੀ ਐਗਜ਼ਾਮਪਲ ਦੇ ਕੇ ਪਤਾ ਨਹੀਂ ਹੋਰ 2-3 ਇਦਾਂ ਅੱਜ ਕੱਲ੍ਹ ਹੈਮਿਲਟਨ ਜਾਣਾ ਬੰਦ ਕਰਤਾ। ਹਾਂਜੀ, ਹੈਮਿਲਟਨ ਦਾ ਅੱਜ ਥੋੜਾ ਜਿਹਾ ਗਰਾਜ ਕੰਸਟਰਕਸ਼ਨ ਚੱਲਦੀ ਤਾਂ ਫਿਰ ਟ੍ਰੈਫਿਕ ਜਾਮ ਹੋ ਜਾਂਦਾ ਤੇ ਉਧਰ ਨੂੰ ਜਾਣਾ ਬੰਦ ਕਰ ਦਿੱਤਾ ਹੈ। ਤੇ ਹੁਣ ਕੁੱਕੜਾਂ ਦੀ ਐਗਜ਼ਾਮਪਲਾਂ ਦੇ ਕੇ ਹਨਾ, ਇਦਾਂ ਕੁੱਤੇ ਬਿੱਲੀਆਂ ਦੀ ਐਗਜ਼ਾਮਪਲਾਂ ਦੇ ਕੇ ਆਪਣੀਆਂ ਭੇਡਾਂ ਨੂੰ ਸਮਝਾ ਰਿਹਾ ਹੈ, ਆਪਣੇ ਭੇਡਾਂ ਨੂੰ ਬਾੜੇ 'ਚ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਅੱਛਾ, ਜਿਹੜੀ ਗੱਲ ਮਤਲਬ ਨੁਕਤਾ ਇਹ ਚੱਕ ਰਹੇ ਹਾਂ ਆਪਾਂ, ਜਦੋਂ ਤੁਸੀਂ ਗੱਲ ਕਰਦੇ ਆ ਕਿ ਜਿੰਨੇ ਵੀ ਪ੍ਰਚਾਰਕ ਆ ਜਦੋਂ ਹਥਿਆਰਾਂ ਦੀ ਜਾਂ ਪੁਰਾਣੇ ਸਮੇਂ ਦੇ ਇਤਿਹਾਸ ਦੀ ਆਪਾਂ ਪਹਿਲਾਂ ਵੀ ਆਲਰੇਡੀ ਰਿਪੀਟ ਕਰ ਚੁੱਕੇ ਆ, ਉਦੋਂ ਤੁਸੀਂ ਉਹਨਾਂ ਨੂੰ ਭੰਡਦੇ ਆ। ਹੁਣ ਸਿੰਗਰਾਂ ਦੇ ਗੀਤਾਂ ਦੇ ਉੱਤੇ ਜਿਹੜੇ ਗੀਤ ਹਥਿਆਰਾਂ ਨੂੰ ਪ੍ਰਮੋਟ ਕਰਦੇ ਜਾਂ ਫੁਕਰਪੁਣੇ ਨੂੰ ਪ੍ਰਮੋਟ ਕਰਦੇ ਜਾਂ ਨਸ਼ੇ ਨੂੰ ਪ੍ਰਮੋਟ ਕਰਦੇ, ਉਹਨਾਂ ਤੇ ਤੁਸੀਂ ਆਪਣੀਆਂ ਕਲਿੱਪਾਂ ਬਣਾ ਕੇ ਫੇਸਬੁੱਕ ਤੇ ਪਾਉਂਦੇ ਆ, ਸੋਸ਼ਲ ਮੀਡੀਆ ਤੇ ਪਾਉਂਦੇ ਆ, ਉਹਨੂੰ ਤੁਸੀਂ ਕਿੱਦਾਂ ਜਸਟੀਫਾਈ ਕਰੋਗੇ? ਜਦੋਂ ਉਹਦੇ ਵਿੱਚ ਚਾਹੇ ਜਾਤ ਪਾਤ ਦੀ ਵੀ ਗੱਲ ਕਰ ਲਈ ਆਪਾਂ, ਉਹਨਾਂ ਨੂੰ ਉਹ ਪ੍ਰਮੋਟ ਕੀਤੀਆਂ ਜਾਂਦੀਆਂ ਉਹਨਾਂ ਗੀਤਾਂ ਦੇ ਰਾਹੀਂ, ਤੇ ਇਹ ਪਾਉਂਦੇ ਆ ਆਪਣੀਆਂ ਪ੍ਰੋਫਾਈਲਾਂ ਦੇ ਉੱਤੇ, ਹੈ ਨਾ। ਉਹ ਤੋਂ ਕਲੀਅਰ ਨਹੀਂ ਹੋ ਜਾਂਦਾ ਇਹ ਬੰਦੇ ਚਾਹੁੰਦੇ ਕੀ ਹੈਗੇ ਆ। ਬਿਲਕੁਲ। ਜਿਹੜੇ ਸਿੱਖੀ ਦਾ ਪ੍ਰਚਾਰ ਕਰ ਰਹੇ ਆ ਉਹਨਾਂ ਨੂੰ ਵਿਲੀਅਨ ਬਣਾ ਕੇ ਪੇਸ਼ ਕਰਦੇ ਆ, ਉਹਨਾਂ ਨੂੰ ਇੱਦਾਂ ਪੇਸ਼ ਕਰਦੇ ਆ ਕਿ ਜੀ ਭਾਈ ਇਹ ਬੰਦੇ ਹੀ ਨਹੀਂ ਹੈਗੇ। ਇਹ ਤਾਂ ਹੁਣ ਉਹਦੇ ਵਿੱਚ ਹੋਰ ਇੱਕ ਐਗਜ਼ਾਮਪਲ ਜੋੜਦੇ ਨੇ, ਉਹਨਾਂ ਨੂੰ ਮੰਗ ਖਾਣੀ ਆ। ਹੁਣ ਜਿੰਨਾ ਤੁਹਾਡਾ ਬਾਬਾ ਮੰਗਦਾ ਆ, ਸਰੇਆਮ ਮੰਗ ਰਿਹਾ ਆ ਕਿ ਮੈਨੂੰ ਪੈਸੇ ਦਿਓ, ਹੈ ਨਾ, ਉਹ ਤੁਹਾਨੂੰ ਮੰਗ ਖਾਣਾ ਨਹੀਂ ਨਜ਼ਰ ਆ ਰਿਹਾ। ਲੇਕਿਨ ਜਿਹੜੇ ਪ੍ਰਚਾਰਕ ਕੌਮ ਦੇ ਵਾਸਤੇ ਆਪਣੇ ਲਾ ਕੇ ਬੈਠੇ ਆ, ਪੂਰਾ ਜ਼ੋਰ ਲਾ ਕੇ ਬੈਠੇ ਆ, ਕੌਮ ਦੇ ਸਿੱਖੀ ਧਰਮ ਦਾ ਪ੍ਰਚਾਰ ਕਰ ਰਹੇ ਆ, ਸਿਧਾਂਤਾਂ ਦਾ ਪ੍ਰਚਾਰ ਕਰ ਰਹੇ, ਉਹ ਤੁਹਾਡੇ ਵਾਸਤੇ ਮੰਗ ਖਾਣੇ ਹੋ ਗਏ। ਤੇ ਉਤੋਂ ਟੀਚੇ ਇਹਨਾਂ ਦੇ ਸਾਫ਼ ਆ, ਹੈ ਨਾ ਜੀ, ਟੀਚੇ ਸਾਫ਼ ਹੈ ਕਿ ਇਹ ਪ੍ਰਾਪਤ ਕੀ ਕਰਨਾ ਚਾਹੁੰਦੇ ਹੈਗੇ। ਤੇ ਇਹਦੇ ਵਿੱਚ ਇੱਕ ਹੋਰ ਗੱਲ ਜੇ ਆਪਾਂ ਜੋੜ ਦਈਏ, ਹੁਣ ਭਾਜੀ ਕੋਈ ਇਹੋ ਜਿਹਾ ਕੋਈ ਆਪ ਤੁਸੀਂ ਦੱਸੋ ਕਿ ਕੋਈ ਬੰਦਾ ਬਗੈਰ ਟੀਚੇ ਦੇ ਕੋਈ ਕੰਮ ਕਰਦਾ ਆ? ਬਿਲਕੁਲ। ਹੁਣ ਜਦੋਂ ਇਹਨਾਂ ਤੋਂ ਟੀਚਾ ਪੁੱਛਿਆ ਜਾਂਦਾ, ਟੀਚਾ ਨਾ ਪੁੱਛੋ ਜੀ ਸਾਡੇ ਕੋਲ, ਟੀਚੇ ਤੁਹਾਡੇ ਸਮਝ 'ਚ ਨਹੀਂ ਆਣੀ। ਯਾਨੀ ਜੇ ਟੀਚਾ ਦੱਸਦਾ ਸਾਰੇ ਪੋਲ ਖੁੱਲ ਜਾਣੇ, ਸਾਰੀ ਪੋਲ ਖੁੱਲ ਜਾਣੀ ਹੈ। ਹੁਣ ਨਹੀਂ, ਇਹ ਐਗਜ਼ਾਮਪਲਾਂ ਦਿੰਦੇ ਵੱਡੀਆਂ ਇਹ ਇੱਦਾਂ। ਹੁਣ ਸਰੋਤੇ ਆਪ ਸਮਝਣ, ਆਪ ਵਿਚਾਰਨ ਭਾਈ ਕੋਈ ਇੰਜੀਨੀਅਰ, ਕੋਈ ਆਰਕੀਟੈਕਟ ਇਦਾਂ ਦਾ ਹੋਊਗਾ ਜਿਹਨੇ ਕੁਝ ਦਿਮਾਗ 'ਚ ਸੋਚਿਆ ਨਾ ਹੋਵੇ ਤਾਂ ਕੰਸਟਰਕਸ਼ਨ ਸ਼ੁਰੂ ਕਰਾ ਦੇ।
ਕੰਮ ਸ਼ੁਰੂ ਕਰਾ ਦੇ ਭਾਈ, ਨੀਹਾਂ ਪਾ ਦਿਓ, ਆ ਖੜੀਆਂ ਚਾਰ ਦੁਆਰਾ ਖੜੀਆਂ ਕਰ ਦਿਓ, ਕੋਈ ਪੁੱਛੇ ਤੁਸੀਂ ਬਣਾਉਣਾ ਕੀ ਚਾਹੁੰਦੇ ਆ, ਇਹ ਨਾ ਪੁੱਛੇ, ਜਦੋਂ ਬਣ ਜਾਏਗਾ ਫਿਰ ਦੇਖਾਂਗੇ ਕੀ ਕਰਨਾ, ਫਿਰ ਦੇਖਿਓ। ਜਾਂ ਫਿਰ ਅਜੇ ਸਾਨੂੰ ਨਹੀਂ ਪਤਾ ਸੀ ਕੀ ਬਣਾਉਣਾ ਆ, ਇੱਕ ਦੁਆਰ ਇੱਧਰ ਨੂੰ ਕੱਢ ਦੇ, ਇੱਕ ਦੁਆਰ ਇੱਧਰ ਨੂੰ ਕੱਢ ਦੇ, ਨੀਹਾਂ ਕਿਤੇ ਹੋਰ ਪਾ ਦੇ, ਕੁਝ ਬਣੂਗਾ, ਕੁਝ ਉਸਾਰ ਹੋਊਗਾ ਉਹਦੇ ਤੇ। ਇਹੀ ਇਹ ਕਰ ਰਹੇ ਨੇ। ਬਿਲਕੁਲ ਇਹਨਾਂ ਦਾ ਟੀਚਾ ਵੀ ਇਹੀ ਹੈਗਾ ਕਿ ਟੀਚਾ ਕੋਈ ਹੈ ਹੀ ਨਹੀਂ ਇਹਨਾਂ ਜਿਹੜੇ ਇਦਾਂ ਦੇ ਬਿਲਡਰ ਹੁੰਦੇ ਆ ਉਹਨਾਂ ਨੂੰ ਠੱਗੀ ਕਹਿੰਦੇ ਆ, ਕਿਉਂਕਿ ਉਹਨਾਂ ਨੇ ਪੈਸੇ ਲੈ ਕੇ ਦੌੜ ਜਾਣਾ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਨਹੀਂ, ਗੱਲਾਂ ਬੜੀਆਂ ਕਲੀਅਰ ਤੇ ਸਪਸ਼ਟ ਨੇ ਬਹੁਤ। ਜਦੋਂ ਤੁਸੀਂ ਇਹਨਾਂ ਨੂੰ ਥੋੜਾ ਜਿਹਾ ਵਿਚਾਰਦੇ, ਇਹਨਾਂ ਦੀ ਗੱਲਾਂ ਨੂੰ ਤੁਸੀਂ ਆਪਸ ਦੇ ਵਿੱਚ ਟਾਕਰਾ ਕਰਦੇ ਨੇ, ਇਹਨਾਂ ਦੀਆਂ ਗੱਲਾਂ ਦਾ ਤੇ ਤੁਹਾਨੂੰ ਬਹੁਤ ਹੱਦ ਤੱਕ ਪਿਕਚਰ ਕਲੀਅਰ ਹੋ ਜਾਂਦੀ ਹੈ ਕਿ ਇਹਨਾਂ ਦਾ ਮਕਸਦ ਕੀ ਹੈਗਾ ਆ ਇਹ। ਤੇ ਇਸ ਲਈ ਸਾਰੇ ਸਰੋਤਿਆਂ ਨੂੰ ਅਸੀਂ ਬਾਰ-ਬਾਰ ਇਹੀ ਬੇਨਤੀ ਕਰਦੇ ਹਾਂ, ਭਾਈ ਕਿਸੇ ਦੇ ਮਗਰ ਨਾ ਲੱਗੋ, ਆਪਣੇ ਆਪ ਨੂੰ ਗਿਆਨਵਾਨ ਕਰੋ, ਆਪਣੀ ਸੁਰਤ ਨੂੰ ਇੰਨਾ ਉੱਚਾ ਚੁੱਕ ਲਓ ਕਿ ਤੁਹਾਨੂੰ ਕੋਈ ਠੱਗ ਨਾ ਸਕੇ। ਇੱਦਾਂ ਦੀ ਮੋਮੋ ਠੱਗਣੀਆਂ ਕਰਕੇ ਪਹਿਲਾਂ ਵੀ ਠੱਗਦੇ ਰਹੇ ਆ, ਹੁਣ ਵੀ ਠੱਗ ਰਹੇ ਆ, ਤੇ ਗਾਹਾਂ ਵੀ ਇੱਦਾਂ ਦੇ ਠੱਗ ਆਉਣਗੇ। ਠੀਕ ਹੈ ਜੀ। ਤੇ ਆਪਣੇ ਆਪ ਨੂੰ ਇੰਨਾ ਗਿਆਨਵਾਨ ਕਰ ਲਓ ਕਿ ਤੁਸੀਂ ਇਹਨਾਂ ਦੇ ਵਿਕਟਿਮ ਨਾ ਬਣ ਜਿਓ, ਇਹਨਾਂ ਦੇ ਤੁਸੀਂ ਸ਼ਿਕਾਰ ਨਾ ਬਣ ਜਿਓ, ਨਹੀਂ ਤੇ ਫਿਰ ਬਾਅਦ 'ਚ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਬਚਦਾ। ਜਦੋਂ ਸਮਾਂ ਹੱਥੋਂ ਲੰਘ ਜਾਂਦਾ ਫਿਰ ਬੰਦਾ ਪਛਤਾਵਾ ਹੀ ਕਰਦਾ ਰਹਿ ਜਾਂਦਾ ਹੈ। ਇਸ ਲਈ ਬਾਕੀ ਦੂਜੀ ਗੱਲ ਇਹ ਵੀ ਆ ਵੀ ਜੇ ਮੰਨ ਲਓ ਵੀ ਤੁਸੀਂ ਕਿਸੇ ਠੱਗ ਦੇ ਸ਼ਿਕਾਰ ਹੋ ਜਾਂਦੇ ਆ ਜੀ, ਉਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਹੈ। ਬਿਲਕੁਲ ਸਹੀ ਗੱਲ ਹੈ। ਕਿਉਂਕਿ ਭਾਈ ਵੀ ਅੱਜ ਤੇ ਵੀ ਇੱਧਰ ਅਮਰੀਕਾ, ਕੈਨੇਡਾ, ਸਾਡੇ ਨਿਊਜ਼ੀਲੈਂਡ ਦੇ ਵਿੱਚ ਤੇ ਹੋਰ ਥਾਵਾਂ ਦੇ ਉੱਤੇ ਵੀ ਗੋਰਿਆਂ ਦੀ ਵੱਡੀ ਗਿਣਤੀ ਆ ਜੀ, ਭਈ ਜਿਹੜੀ ਇੰਡੀਆ ਦੇ ਵਿੱਚ ਬੈਠੇ ਜਿਹੜੇ ਠੱਗ ਨੇ ਵੀ ਉਹਨਾਂ ਦੇ ਫੋਨ ਕਾਲਾਂ ਦੀ ਸ਼ਿਕਾਰ ਹੋਈ ਜਾਂਦੇ ਨੇ। ਬਿਲਕੁਲ। ਉਹ ਮਤਲਬ ਭਈ ਲੱਖਾਂ ਕਰੋੜਾਂ ਡਾਲਰ ਜਿਹੜੇ ਆ ਵੀ ਉਹ ਮੁਲਕਾਂ ਦੇ ਲੁੱਟੇ ਗਏ ਨੇ। ਬਿਲਕੁਲ। ਸੋ ਉਹ ਸਾਰੀਆਂ ਜਿਹੜੀਆਂ ਆ ਵੀ ਉਹ ਸਾਨੂੰ ਇਸ ਕਰਕੇ ਵੀ ਆਪਣੇ ਆਪ ਨੂੰ ਇਹਦੇ ਵਿੱਚ ਲੁਕਾਉਣ ਦੀ ਵੀ ਲੋੜ ਨਹੀਂ ਹੁੰਦੀ ਵੀ ਮੈਂ ਹਾਂਜੀ ਠੀਕ ਆ ਵੀ ਠੱਗ ਦਾ ਸ਼ਿਕਾਰ ਹੋ ਗਿਆ ਜੀ। ਬਿਲਕੁਲ। ਉਹ ਸਮਾਂ ਕਿ ਇਹ ਦੱਸਣਾ ਜ਼ਰੂਰੀ ਹੁੰਦਾ ਆ ਭਈ ਤਾਂ ਕਿ ਵੀ ਹੋਰ ਬੰਦੇ ਜਿਹੜੇ ਆ ਵੀ ਉਹ ਐਗਜ਼ਾਮਪਲ ਸੈੱਟ ਹੋ ਵੀ ਉਹ ਸ਼ਿਕਾਰ ਹੋਣੋਂ ਬਚ ਜਾਣ ਤੇ ਜਿਹੜੇ ਠੱਗ ਨੇ ਵੀ ਉਹਨਾਂ ਦੀ ਪਛਾਣ ਹੋ ਸਕੇ। ਬਿਲਕੁਲ। ਕਿ ਭਾਈ ਵੀ ਆਹ ਬੰਦੇ ਠੱਗ ਨੇ, ਇਹਨਾਂ ਨੇ ਆ ਫਲਾਨਿਆਂ ਨੂੰ ਵੀ ਠੱਗਿਆ, ਉਹਨਾਂ ਨੂੰ ਵੀ ਠੱਗਿਆ, ਸੋ ਮੈਂ ਨਾ ਇਹਨਾਂ ਤੋਂ ਕਿਤੇ ਠੱਗਿਆ ਜਾਵਾਂ। ਕਿਉਂਕਿ ਜਿਹੜੇ ਠੱਗਾਂ ਦੇ ਭਾਜੀ ਜਿਹੜਾ ਅੰਤਰਾਤਮਾ ਮਰ ਚੁੱਕੀ ਹੁੰਦੀ ਆ, ਉਹਨਾਂ ਨੂੰ ਕੋਈ ਪਰਵਾਹ ਨਹੀਂ। ਉਹ ਇਹ ਨਹੀਂ, ਇਨਸਾਨੀਅਤ ਨਹੀਂ ਹੁੰਦੀ ਉਹਨਾਂ ਦੇ ਮਨਾਂ 'ਚ। ਉਹਨਾਂ ਨੂੰ ਇਹ ਹੁੰਦਾ ਕਿ ਮੈਂ ਇਸ ਬੰਦੇ ਨੂੰ ਲੁੱਟਣਾ ਕਿੱਦਾਂ, ਕਿਹੜੇ ਤਰੀਕੇ ਨਾਲ ਮੈਂ ਇਹਨੂੰ ਲੁੱਟ ਸਕਦਾ ਹਾਂ। ਹੁਣ ਜਦੋਂ ਇਹ ਟੀਚਾ ਦੱਸ ਦਿੱਤਾ ਤੇ ਫਿਰ ਕਿੱਥੇ ਲੁੱਟਿਆ ਜਾਣਾ। ਉਹ ਗੱਲ ਤਾਂ ਹੋਈ ਹੈ ਨਾ, ਟੀਚਾ ਦੱਸਿਆ ਨਹੀਂ ਜਾ ਰਿਹਾ, ਤਦੀ ਤਾਂ ਟੀਚਾ ਨਹੀਂ ਦੱਸਿਆ ਜਾ ਰਿਹਾ ਕਿ ਟੀਚਾ ਕੀ ਹੈਗਾ ਸਾਡਾ। ਨਹੀਂ ਤਾਂ ਫਿਰ ਸਾਰਾ ਕੁਝ ਪਾਜ ਉਖੜ ਜਾਣੇ ਆ, ਸਾਰਾ ਕੁਝ ਸਾਹਮਣੇ ਆ ਜਾਣਾ, ਖੁੱਲ ਕੇ ਬਾਹਰ ਆ ਜਾਣਾ ਕਿ ਟੀਚੇ ਕੀ ਹੈਗੇ। ਇਸ ਲਈ ਬਾਰ-ਬਾਰ ਐਸੇ। ਅੱਛਾ, ਫਿਰ ਜਿਹੜਾ ਵੀ ਕੋਈ ਇਹਨੂੰ ਸਵਾਲ ਕਰ ਲੇ, ਚਾਹੇ ਇਹਦਾ ਆਪ ਦਾ ਹੀ ਕਿਉਂ ਨਾ ਹੋਵੇ, ਫਿਰ ਜਲੀਲ ਇਸ ਹਿਸਾਬ ਨਾਲ ਕਰਦੇ ਆ ਨਾ, ਮਤਲਬ ਉਸ ਨੂੰ ਰੇਡੀਓ ਤੇ ਬਹਿ ਕੇ ਕੰਟਰੋਲ ਆਪਣੇ ਹੱਥ 'ਚ ਹੈਗਾ ਆ। ਜਲੀਲ ਇਸ ਹਿਸਾਬ ਨਾਲ ਕਰਦੇ ਕਿ ਉਹ ਤਾਂ ਚਲੋ ਖਤਮ ਹੀ ਕਰ ਦੇਣ ਕਹਾਣੀ ਉਹਦੀ, ਤੇ ਜਿਹੜੇ ਉਹਨੂੰ ਜਿਹੜਾ ਨੂੰ ਪਤਾ ਹੈ ਕਿ ਉਸ ਬੰਦੇ ਨੇ ਸਵਾਲ ਕੀਤਾ ਇਦਾਂ ਦਾ, ਤੇ ਜਿਹੜੇ ਹੋਰ ਸੁਣ ਰਹੇ ਆ ਜਾਂ ਹੋਰ ਸਰੋਤੇ ਉਹਨਾਂ ਦਾ ਵੀ ਜਿਹੜਾ ਹਿੰਮਤ ਨਾ ਕਰ ਸਕਣ, ਜਿਹੜਾ ਉਹਨਾਂ ਦਾ ਕਹਿੰਦਾ ਨਾ ਆਤਮ ਵਿਸ਼ਵਾਸ ਮਾਰਨਾ, ਇਹ ਕੌਮ ਦਾ ਆਤਮ ਵਿਸ਼ਵਾਸ ਹੀ ਮਾਰ ਰਹੇ, ਉਹਨਾਂ ਦਾ ਮਨੋਬਲ ਹੀ ਡੇਗ ਨਾ ਸਾਡੀ ਕੌਮ ਤੇ ਕਹਿ ਲਓ ਭਈ ਗੁਰੂ ਨੇ ਬਚਾਈ ਰੱਖਣੀ ਆ। ਬਿਲਕੁਲ ਜੀ। ਜਿਹੜੀ ਇਹਨਾਂ ਦੀ ਕੌਮ ਹੈ, ਜਿਹੜੀ ਇਹਨਾਂ ਦੀ ਉਹਨਾਂ ਦਾ ਜਿਹੜਾ ਹੈਗਾ ਆ ਸਵੈ ਮਾਣ ਵੀ ਤੇ ਸਵੈ ਵਿਸ਼ਵਾਸ ਵੀ ਸਭ ਕੁਝ ਮਾਰੂਗਾ, ਸਭ ਕੁਝ ਮਾਰੂਗਾ। ਇਹ ਖੁਦ ਮੁਖਤਿਆਰੀ ਦਾ ਲਾਲੀਪੌਪ ਦੇ ਕੇ ਆਪਣੇ ਗੁਲਾਮ ਬਣਾਉਣਾ ਚਾਹੁੰਦੇ ਨੇ। ਹੋਰ ਕੋਈ ਇਹਨਾਂ ਦਾ ਪਰਪਸ ਨਹੀਂ ਹੈਗਾ, ਟੀਚਾ ਨਹੀਂ ਹੈਗਾ। ਇਸ ਲਈ ਸਾਨੂੰ ਅਸੀਂ ਬਾਰ-ਬਾਰ ਇੱਥੋਂ ਇਸ ਪਲੇਟਫਾਰਮ ਤੋਂ ਇਹੀ ਬੇਨਤੀ ਕਰਦੇ ਹਾਂ ਕਿ ਆਪਣੇ ਆਪ ਨੂੰ ਗਿਆਨਵਾਨ ਕਰੋ। ਜਿੰਨੇ ਵੀ ਸਰੋਤੇ ਸੁਣ ਰਹੇ ਉਹ ਆਪਣੇ ਆਪ ਨੂੰ ਗਿਆਨਵਾਨ ਜ਼ਰੂਰ ਕਰਨ ਤਾਂ ਕਿ ਇਹੋ ਜਿਹੇ ਠੱਗਾਂ ਤੋਂ ਬਚਿਆ ਜਾ ਸਕੇ। ਤੇ ਭਾਜੀ ਫਿਰ ਅੱਜ ਦੇ ਪ੍ਰੋਗਰਾਮ ਨੂੰ ਇਸੇ ਨੋਟ ਤੇ ਅਸੀਂ ਸਮਾਪਤ ਕਰਦੇ ਹਾਂ, ਤੇ ਅਗਲੇ ਹਫਤੇ ਫਿਰ ਇਸੇ ਹੀ ਆਰਟੀਕਲ ਦੇ ਵਿੱਚ ਜਿਹੜਾ ਅਗਲਾ ਸਿਰਲੇਖ ਆ ਭਗਤ ਬਾਣੀ ਵਿੱਚ ਪੰਜਾਬੀ ਲਫ਼ਜ਼, ਇੱਥੋਂ ਅਸੀਂ ਫਿਰ ਸ਼ੁਰੂਆਤ ਕਰਾਂਗੇ ਇਸ ਆਰਟੀਕਲ ਦੀ। ਤੇ ਅੱਜ ਦੇ ਪ੍ਰੋਗਰਾਮ ਦੀ ਸਾਡੇ ਵੱਲੋਂ ਸਮਾਪਤੀ ਹੈ ਜੀ। ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।